ਗੁਰ ਪ੍ਰਸਾਦ ਜਪ ਆਦਿ ਸਚ ਜੁਗਾਦਿ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਤੁਮ ਦਾਤੇ ਠਾਕੁਰ ਪ੍ਰਤਪਾਲਕ ਨਾਇਕ ਖਸਮ ਹਮਾਰੇ ਨਿਮਖ ਨਿਮਖ ਤੁਮ ਹੀ ਪ੍ਰਤਪਾਲਹੁ ਹਮ ਬਾਰਿਕ ਤੁਮਰੇ ਧਾਰੇ ਜਿਹਵਾ ਏਕ ਕਵਨ ਗੁਣ ਕਹੀਐ ਬੇਸੁਮਾਰ ਬੇਅੰਤ ਸੁਆਮੀ ਤੇਰੋ ਅੰਤ ਨਾ ਕਿਨਹੀ ਲਹੀਐ ਮੂਕ ਉਚਰਹਿ ਸ਼ਾਸਤਰ ਖਟ ਪਿੰਗ ਗਿਰਨ ਚੜ ਜਾਏ ਅੰਧ ਲਖੈ ਬਦਰੁ ਸੁਣੈ ਜਾਉ ਕਾਲ ਕਿਰਪਾ ਕਰਾਏ ਕਹਾਂ ਬੁੱਧ ਪ੍ਰਭ ਤੁਛ ਹਮਾਰੀ ਬਰਨ ਸਕੈ ਮਹਿਮਾ ਜੋ ਤਿਹਾਰੀ ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲੇਹੋ ਤੁਮ ਕਥਾ ਸੁਧਾਰੀ ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲੇਹੋ ਤੁਮ ਕਥਾ ਸੁਧਾਰੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਜੀ ਜੰਤ ਕੇ ਠਾਕੁਰਾ ਆਪੇ ਵਰਤਨਹਾਰ ਨਾਨਕ ਏਕੋ ਪਸਰਿਆ ਦੂਜਾ ਕਹਿ ਦ੍ਰਿਸ਼ਟਾਰ ਜੀ ਜੰਤ ਕੇ ਠਾਕੁਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਛਲ ਅੰਤਰਜਾਮੀ ਕਰੁਣਾ ਨਿਧਾਨ ਗੁਰੂ ਗਰੀਬ ਨਵਾਜ ਕਲਯੁਗ ਕੇ ਤਾਰਨਹਾਰੇ ਸ਼ਬਦ ਗੁਰੂ ਸਾਹਿਬ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਈਮਾਨ ਗੁਰੂ ਖਾਲਸਾ ਸਾਧ ਸੰਗਤ ਜੀਓ, ਸਤਿਗੁਰੂ ਜੀ ਦੀ ਮਹਾਨ ਬਖਸ਼ਿਸ਼ ਦਾ ਸਦਕਾ
ਅੰਮ੍ਰਿਤ ਵੇਲੇ ਤੋਂ ਮਹਾਰਾਜ ਸਾਹਿਬ ਜੀ ਦੀ ਪਾਵਨ ਹਜ਼ੂਰੀ ਅੰਦਰ ਦੀਵਾਨ ਸਜੇ ਸਨ। ਸਜੇ ਹੋ ਦੀਵਾਨਾਂ ਅੰਦਰ ਆਪ ਸਰਬੱਤ ਸੰਗਤਾਂ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰ ਰਹੇ ਹੋ। ਅੰਮ੍ਰਿਤਮਈ ਪਾਵਨ ਗੁਰਬਾਣੀ ਦੇ ਜਾਪ ਆਸਾ ਕੀ ਵਾਰ ਗੁਰਬਾਣੀ ਦਾ ਰਸ ਬਿਨਾ ਕੀਰਤਨ ਆਪ ਸੰਗਤਾਂ ਨੇ ਸਰਵਣ ਕੀਤਾ ਹੈ। ਆਓ ਸਾਧ ਸੰਗਤ ਜੀ ਹੋਰ ਵੀ ਕੋਈ ਸਮਾਂ ਪਿਆਰ ਸਤਿਕਾਰ ਸਹਿਤ ਮਹਾਰਾਜ ਸਾਹਿਬ ਜੀ ਦੇ ਚਰਨਾਂ ਵਿੱਚ ਬੈਠ ਕੇ ਅੰਮ੍ਰਿਤਮਈ ਪਾਵਨ ਲੜੀਵਾਰ ਗੁਰਬਾਣੀ ਦੀ ਕਥਾ ਨਾਲ ਜੁੜ ਕੇ ਲਾਹੇ ਪ੍ਰਾਪਤ ਕਰੀਏ। ਵਿਚਾਰ ਦੀ ਪ੍ਰਾਰੰਭਤਾ ਤੋਂ ਪਹਿਲਾਂ ਜ਼ਰੂਰੀ ਹੈ ਮਨ ਨੂੰ ਇਕਾਗਰ ਕਰਨਾ। ਸਰਬੱਤ ਸੰਗਤ ਅਸੀਸ ਬਖਸ਼ਿਸ਼ ਕਰੋ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਸੀਸ ਝੁਕਾ ਕੇ ਪਿਆਰ ਅਦਬ ਨਾਲ ਉਚਾਰਨ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ਼ਲੋਕ ਜੀ ਜੰਤ ਕੇ ਠਾਕੁਰਾ। ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਫਰਮਾਨ ਕਰ ਰਹੇ ਹੈ, ਹੇ ਸਾਰੀ ਸ੍ਰਿਸ਼ਟੀ ਦੇ ਮਾਲਕ ਪਰਮਾਤਮਾ, ਜੀਵ ਜੰਤੂਆਂ ਦੇ ਮਾਲਕ, ਸਾਰੀ ਕਾਇਨਾਤ ਦੇ ਮਾਲਕ ਪਰਮੇਸ਼ਰ, ਜਿੰਨੀਆਂ ਵੀ 84 ਲੱਖ ਜੂਨਾਂ ਪਰਮਾਤਮਾ ਨੇ ਪੈਦਾ ਕੀਤੀਆਂ ਨੇ, ਭਾਵੇਂ ਕੋਈ ਛੋਟੇ ਜੀਵ ਹੈ ਚਾਹੇ ਵੱਡੇ ਹਨ, ਸਾਰੀ ਸ੍ਰਿਸ਼ਟੀ ਦਾ ਮਾਲਕ ਪਰਮੇਸ਼ਰ ਹੈ। ਸਾਰੀ ਸ੍ਰਿਸ਼ਟੀ ਦਾ ਮਾਲਕ ਅਕਾਲ ਪੁਰਖ ਵਾਹਿਗੁਰੂ ਹੈ। ਗਰੀਬ ਨਵਾਜ਼ ਹਜੂਰ ਬਖਸ਼ਿਸ਼ ਕਰ ਰਹੇ ਹਨ, ਹੇ ਪ੍ਰਮਾਤਮਾ ਆਪ ਜੀ ਸਾਰੀ ਸ੍ਰਿਸ਼ਟੀ ਦੇ ਮਾਲਕ ਹੋ, ਭਾਵੇਂ ਕੋਈ ਸੂਖਸ਼ਮ ਜੀਵ ਹੈ ਚਾਹੇ ਸਥੂਲ ਹੈ, ਨੇਤਰਾਂ ਦੇ ਨਾਲ ਪ੍ਰਤੱਖ ਦਿਸਦਾ ਹੈ, ਭਾਵੇਂ ਇੰਨੀ ਛੋਟੇ ਆਕਾਰ ਦਾ ਹੈ ਕਿ ਨੇਤਰਾਂ ਦੇ ਦੁਆਰਾ ਦਿਖਦਾ ਵੀ ਨਹੀਂ ਹੈ। ਸੂਖਸ਼ਮ ਭਾਵੇਂ ਸਥੂਲ ਜੀਵ ਹਨ, ਹੇ ਪ੍ਰਮਾਤਮਾ ਜੀ ਸਾਰੀ ਸ੍ਰਿਸ਼ਟੀ ਦੇ ਆਪ ਜੀ ਮਾਲਕ ਹੋ। ਆਪੇ ਵਰਤਨਹਾਰ। ਇਹ ਪ੍ਰਮਾਤਮਾ ਆਪ ਹੀ ਸਭ ਜੀਵਾਂ ਰੂਪ ਹੋ ਕਰਕੇ ਵਰਤ ਰਹੇ ਹੋ। ਸਭ ਜੀਵਾਂ ਅੰਦਰ ਮਹਾਰਾਜ ਆਪ ਜੀ ਦੀ ਜੋਤ ਪ੍ਰਕਾਸ਼ ਕਰ ਰਹੀ ਹੈ। ਜਿੰਨੇ ਵੀ ਜੀਵ ਜੰਤੂ ਪੈਦਾ ਕੀਤੇ ਹਨ, ਸਭ ਅੰਦਰ ਮਹਾਰਾਜ ਆਪ ਜੀ ਦੀ ਸਤਾ ਵਰਤ ਰਹੀ ਹੈ। ਜਿੰਨੇ ਵੀ ਸੰਸਾਰ ਭਰ ਦੇ ਜੀਵ ਹਨ, ਹਜੂਰ ਕਹਿੰਦੇ ਹਨ, ਜੀਅ ਜੰਤ ਕੇ ਠਾਕੁਰਾ ਆਪੇ ਵਰਤਨਹਾਰ। ਜੀਵਾਂ ਰੂਪ ਹੋ ਕੇ ਵਰਤਣ ਵਾਲਾ ਵੀ ਪਰਮੇਸ਼ਰ ਤੋਂ ਆਪ ਹੈ। ਜੀਵ ਦਾ ਜਨਮ ਤਾਂ ਹੀ ਹੁੰਦਾ ਪਰਮੇਸ਼ਰ ਜੀ ਆਪ ਜੀ ਦੀ ਜੋਤ ਵਰਤਦੀ ਹੈ। ਜੀਵਨ ਵੀ ਤਾਂ ਹੀ ਨਿਰਵਾਹ ਕਰਦਾ ਮਹਾਰਾਜ ਜੀ ਆਪ ਜੀ ਦੀ ਜੋਤ ਜੀਵ ਦੇ ਅੰਦਰ ਰਹਿੰਦੀ ਹੈ। ਇਸ ਪ੍ਰਕਾਰ ਜਿੰਨੇ ਵੀ ਸੰਸਾਰ ਭਰ ਦੇ ਜੀਵ ਜੰਤੂ ਹੈ, ਸਭ ਦੇ ਅੰਦਰ ਮਹਾਰਾਜ ਆਪ ਜੀ ਜੋਤ ਰੂਪ ਹੋ ਕਰਕੇ ਵਰਤ ਰਹੇ ਹੋ। ਸਭ ਜੀਵਾਂ ਦੇ ਅੰਦਰ ਮਹਾਰਾਜ ਜੋਤ ਰੂਪ ਹੋ ਕਰਕੇ ਆਪ ਜੀ ਪ੍ਰਕਾਸ਼ ਕਰ ਰਹੇ ਹੋ। ਨਾਨਕ ਏਕੋ ਪਸਰਿਆ। ਸਤਿਗੁਰੂ ਜੀ ਫਰਮਾਉਂਦੇ ਆ, ਇਹ ਗੁਰਸਿੱਖੋ, ਇੱਕ ਪ੍ਰਮਾਤਮਾ ਹੈ ਜੋ ਸਾਰੀ ਸ੍ਰਿਸ਼ਟੀ ਦੇ ਵਿੱਚ ਪਸਰਿਆ ਹੈ, ਸਭ ਥਾਵਾਂ ਤੇ ਫੈਲਿਆ ਹੋਇਆ, ਸਭ ਜੀਵਾਂ ਰੂਪ ਹੋ ਕਰਕੇ ਪ੍ਰਮਾਤਮਾ ਪਸਰ ਰਿਹਾ ਹੈ। ਜਿਹੋ ਜਿਹੇ ਆਕਾਰ ਦਾ ਕੋਈ ਜੀਵ ਹੈ, ਮਹਾਰਾਜ ਕਹਿੰਦੇ ਉਹੋ ਜਿਹਾ ਰੂਪ ਹੋ ਕੇ ਪ੍ਰਮਾਤਮਾ ਫੈਲਿਆ ਹੋਇਆ। ਜਿਹੋ ਜਿਹਾ ਕਿਸੇ ਦਾ ਸੁਭਾਅ ਹੈ, ਉਹ ਸੁਭਾਅ ਰੂਪ ਹੋ ਕਰਕੇ ਪ੍ਰਮਾਤਮਾ ਵਰਤ ਰਿਹਾ। ਜਿਹੋ ਜਿਹਾ ਕੋਈ ਰੰਗ ਹੈ, ਰੂਪ ਹੈ, ਹਜੂਰ ਕਹਿੰਦੇ ਉਹੋ ਜਿਹਾ ਰੂਪ ਰੰਗ ਧਾਰਨ ਕਰਕੇ ਪ੍ਰਮਾਤਮਾ ਵਰਤ ਰਿਹਾ ਹੈ। ਪਰ ਹੈ ਇੱਕ ਹੀ ਪਰਮੇਸ਼ਰ ਦੀ ਜੋਤ ਹੈ। ਦੂਜਾ ਕਹਿ ਦ੍ਰਿਸ਼ਟਾਰ। ਫਿਰ ਦੂਜਾ ਪਰਮਾਤਮਾ ਕਥਨ ਕਰਕੇ ਕਿੱਥੇ ਜਾ ਕਰਕੇ ਦੇਖਣਾ ਕਰੋਗੇ? ਮਹਾਰਾਜ ਕਹਿੰਦੇ ਕਿਹੜੀ ਥਾਂ ਹੈ ਜਿੱਥੇ ਦੂਜੇ ਕਿਸੇ ਪਰਮਾਤਮਾ ਨੂੰ ਜਾ ਕੇ ਦੇਖੋਗੇ? ਕਿਉਂਕਿ ਸੰਸਾਰ ਦੇ ਅੰਦਰ ਜਦੋਂ ਤੱਕ ਜੀਵ ਦੇ ਹਿਰਦੇ ਅੰਦਰ ਦਵੈਤ ਭਾਵਨਾ ਰਹਿੰਦੀ ਹੈ, ਉਦੋਂ ਤੱਕ ਦੁੰਦਵਾਦ ਕਥਨ ਕਰਦਾ ਰਹਿੰਦਾ ਹੈ। ਜਿਵੇਂ ਸਾਧ ਸੰਗਤ ਜੀ, ਕਿਸੇ ਦੀ ਨਿਗਾਹ ਦੇ ਵਿੱਚ ਫਰਕ ਹੋਵੇ, ਆਕਾਸ਼ ਦੇ ਵਿੱਚ ਇੱਕ ਦੀ ਥਾਂ ਨੂੰ ਦੋ ਦੋ ਚੰਦਰਮਾ ਨਜ਼ਰ ਆਉਂਦੇ ਹਨ।
ਚੰਦਰਮਾ ਭਾਵੇਂ ਆਕਾਸ਼ ਵਿੱਚ ਇੱਕ ਚੜ੍ਹਿਆ ਹੋਵੇ, ਪਰ ਜਿਸ ਦੀ ਨਿਗਾਹ ਕਮਜ਼ੋਰ ਹੋਵੇ, ਨਿਗਾਹ ਦੇ ਵਿੱਚ ਫਰਕ ਪੈ ਜਾਵੇ, ਸਾਧ ਸੰਗਤ ਨੂੰ ਦੋ ਦੋ ਚੰਦਰਮਾ ਨਜ਼ਰ ਆਉਂਦੇ ਹੈ। ਇਸੇ ਪ੍ਰਕਾਰ ਮਹਾਰਾਜ ਕਹਿੰਦੇ ਜਿਹਦੇ ਮਨ ਬੁੱਧ ਰੂਪੀ ਨੇਤਰਾਂ ਵਿੱਚ ਵਿਚਾਰ ਰੂਪੀ ਨਿਗਾਹ ਨਾ ਹੋਣੇ ਕਰਕੇ, ਜਾਂ ਨੇਤਰਾਂ ਵਿੱਚ ਭਰਮ ਰੂਪੀ ਫੋਲੇ ਪੈਣੇ ਕਰਕੇ, ਇੱਕ ਨਹੀਂ ਉਹਨਾਂ ਨੂੰ ਪਰਮਾਤਮਾ ਦੋ ਦੋ ਦਿਸਦੇ ਹੈ। ਦੋ ਤਾਂ ਕਿ ਕਈ ਕਈ ਰੱਬ ਸੰਸਾਰ ਦੇ ਅੰਦਰ ਬਣਾਈ ਬੈਠੇ ਆ। ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਹਜੂਰ ਕਹਿੰਦੇ ਹਨ, ਇਹ ਗੁਰਸਿੱਖੋ ਇੱਕ ਹੀ ਪਰਮਾਤਮਾ ਹੈ। ਜਿੰਨਾ ਵੀ ਸ੍ਰਿਸ਼ਟੀ ਦਾ ਆਕਾਰ ਬਣਿਆ, ਜਿੰਨੇ ਵੀ ਆਕਾਰਾਂ ਦੇ ਜੀਵ ਹਨ, ਸਭ ਦੇ ਅੰਦਰ ਇੱਕ ਪਰਮਾਤਮਾ ਦੀ ਹੀ ਜੋਤ ਵਰਤ ਰਹੀ ਹੈ। ਇੱਕ ਪਰਮੇਸ਼ਰ ਹੀ ਹੈ ਜੋ ਸਭ ਜੀਵਾਂ ਰੂਪ ਹੋ ਕਰਕੇ ਪਸਰ ਰਿਹਾ ਹੈ। ਅਸ਼ਟਪਦੀ ਆਪ ਕਥੈ ਆਪ ਸੁਨਨੈ ਹਾਰ। ਹਜੂਰ ਫਰਮਾਉਂਦੇ ਹਨ, ਇਹ ਜੀਵ ਉਹ ਅਕਾਲ ਪੁਰਖ ਵਾਹਿਗੁਰੂ ਆਪ ਹੀ ਕਥਨਹਾਰਾ ਰੂਪ ਹੋ ਕਰਕੇ ਆਪਣੀ ਕਥਾ ਨੂੰ ਕਥਨ ਕਰਦਾ ਹੈ। ਅਕਥ ਕਥਾ ਨੂੰ ਕਥਨ ਕਰਨ ਵਾਲਾ ਵੀ ਪਰਮੇਸ਼ਰ ਆਪ ਹੈ, ਤੇ ਆਪ ਹੀ ਪ੍ਰਮਾਤਮਾ ਸਰੋਤਾ ਰੂਪ ਹੋ ਕਰਕੇ ਸੁਣਨ ਵਾਲਾ ਹੈ। ਸਾਧ ਸੰਗਤ ਜੀ, ਪ੍ਰੀਤ ਰੂਪ ਰਸਨਾ ਦੇ ਨਾਲ ਕਥਨ ਕਰਨ ਵਾਲਾ, ਗਾਉਣ ਵਾਲਾ ਵੀ ਪਰਮਾਤਮਾ ਆਪ ਹੈ। ਜੀਵ ਦਾ ਕੋਈ ਆਪਣਾ ਬੋਲਣ ਦੇ ਵਿੱਚ ਵਿਚਾਰਾ ਨਹੀਂ ਹੈ, ਨਾ ਚੁੱਪ ਰਹਿਣ ਦੇ ਵਿੱਚ ਬਲ ਹੈ, ਨਾ ਬੋਲਣ ਦੇ ਵਿੱਚ ਆਪਣਾ ਕੋਈ ਬਲ ਹੈ। ਇਸ ਕਰਕੇ ਪਾਤਸ਼ਾਹ ਕਹਿੰਦੇ ਆਪ ਕਥਾ ਹੈ। ਪਰਮੇਸ਼ਰ ਆਪ ਹੀ ਕਥਨ ਕਰਨ ਵਾਲਾ ਹੈ, ਤੇ ਆਪ ਹੀ ਸੁਣਨ ਵਾਲਾ, ਆਪ ਹੀ ਸੁਣਨਹਾਰਾ ਹੈ। ਆਪ ਹੀ ਸ਼ਰਧਾ ਵਿਸ਼ਵਾਸ ਰੂਪ ਕੰਨਾਂ ਦੇ ਨਾਲ ਆਪਣੇ ਜਸ ਨੂੰ ਸੁਣਦਾ ਹੈ। ਜਿਵੇਂ ਸਾਧ ਸੰਗਤ ਜੀ, ਕੋਈ ਮਨੁੱਖ ਆਪਣੀ ਰਸਨਾ ਤੋਂ ਬੋਲ ਬੋਲ ਕਰਕੇ ਤੇ ਧਿਆਨ ਲਾ ਕਰਕੇ ਕੰਨਾਂ ਦੇ ਨਾਲ ਸੁਣਦਾ ਹੈ, ਇਵੇਂ ਮਹਾਰਾਜ ਕਹਿੰਦੇ ਪਰਮੇਸ਼ਰ ਕਥਨ ਵੀ ਆਪ ਕਰਦਾ ਹੈ ਤੇ ਸੁਣਦਾ ਵੀ ਆਪ ਹੈ। ਇਹਨਾਂ ਇੰਦਰੀਆ ਰੂਪ ਹੋ ਕਰਕੇ ਸਾਧ ਸੰਗਤ ਜੀ, ਪ੍ਰੀਤ ਰੂਪ ਰਸਨਾ ਰੂਪ ਹੋ ਕੇ ਪਰਮਾਤਮਾ ਆਪ ਆਪਣੀ ਕਥਾ ਨੂੰ ਕਥਨ ਕਰਦਾ ਹੈ। ਸ਼ਰਧਾ ਵਿਸ਼ਵਾਸ ਰੂਪ ਕੰਨਾਂ ਰੂਪ ਹੋ ਕਰਕੇ ਵਾਹਿਗੁਰੂ ਆਪ ਹੀ ਸੁਣਨ ਵਾਲਾ ਹੈ। ਫਿਰ ਜੀਵ ਦਾ ਆਪਣਾ ਕੋਈ ਬਲ ਥੋੜ੍ਹਾ, ਆਪਣਾ ਕੋਈ ਚਾਰਾ ਥੋੜ੍ਹਾ, ਕਹੇ ਦਾਵਾ ਕਰੇ ਕਿ ਮੈਂ ਕੁਝ ਕਥਨ ਕਰਦਾ, ਮੈਂ ਕੁਝ ਬੋਲਦਾ ਹਾਂ, ਜਾਂ ਮੈਂ ਸੁਣਦਾ ਹਾਂ। ਮਹਾਰਾਜ ਕਹਿੰਦੇ ਇਹ ਜੀਵ ਤੇਰਾ ਭੁਲੇਖਾ ਹੈ, ਤੇਰੇ ਅੰਦਰ ਦੀ ਅਗਿਆਨਤਾ ਹੈ, ਬੇਸਮਝਤਾ ਹੈ, ਜਿਸ ਕਰਕੇ ਤੂੰ ਆਪਣੇ ਆਪ ਨੂੰ ਕਥਤਾ ਜਾਂ ਬਗਤਾ ਤੇ ਜਾਂ ਫਿਰ ਸਰੋਤਾ ਮੰਨੀ ਬੈਠਾ ਹੈ। ਵਾਸਤਵ ਦੇ ਵਿੱਚ ਉਹ ਪ੍ਰਮਾਤਮਾ ਆਪ ਹੀ ਅਸਲ ਬਗਤਾ ਹੈ, ਆਪ ਹੀ ਉਹ ਸਰੋਤਾ ਸੁਣਨ ਵਾਲਾ ਹੈ। ਗਰੀਬ ਨਵਾਜ ਸਤਿਗੁਰੂ ਜੀ ਫਰਮਾਨ ਕਰ ਰਹੇ ਐਸਾ ਉਹ ਇੱਕ ਪਰਮਾਤਮਾ ਹੈ, ਸਭ ਇੰਦਰੀਆਂ ਰੂਪ ਹੋ ਕਰਕੇ ਸਾਧ ਸੰਗਤ ਜੀ ਵਰਤ ਰਿਹਾ ਹੈ। ਜਿੱਥੇ ਜਿਵੇਂ ਜੀਵ ਕਦਮ ਕਦਮ ਪੈਰਾਂ ਦੇ ਨਾਲ ਚੱਲਦਾ, ਉੱਥੇ ਸਾਧ ਸੰਗਤ ਜੀ ਪੈਰਾਂ ਰੂਪ ਹੋ ਕਰਕੇ ਇਹਨਾਂ ਵਿੱਚ ਬਲ ਦੇ ਕਰਕੇ ਪਰਮਾਤਮਾ ਵਰਤਦਾ ਹੈ। ਜੇ ਚੱਲਣ ਦੀ ਸਮਰੱਥਾ ਨਾ ਹੋਵੇ ਤੇ ਜੀਵ ਦਾ ਆਪਣਾ ਕੋਈ ਚਾਰਾ ਥੋੜ੍ਹਾ। ਇਸੇ ਤਰ੍ਹਾਂ ਹੱਥ ਨਾਲ ਕੰਮ ਕਰਦੇ ਹੋਣ ਤੇ ਆਪਣਾ ਕੋਈ ਬਲ ਥੋੜ੍ਹਾ। ਇਹ ਪ੍ਰਮਾਤਮਾ ਦੀ ਬਖਸ਼ੀ ਹੋਈ ਦਾਤ ਹੈ। ਮਹਾਰਾਜ ਕਹਿੰਦੇ ਹਨ ਐਸਾ ਉਹ ਪਰਮੇਸ਼ਰ ਹੈ, ਇਹ ਗੁਰਸਿੱਖੋ ਆਪ ਹੀ ਕਥਨ ਕਰਨ ਵਾਲਾ ਹੈ, ਤੇ ਆਪ ਹੀ ਆਪਣੀ ਅਕਥ ਕਥਾ ਨੂੰ, ਆਪਣੇ ਜਸ ਨੂੰ, ਆਪਣੀਆਂ ਵਡਿਆਈਆਂ ਨੂੰ, ਆਪਣੇ ਗੁਣਾਂ ਨੂੰ ਸੁਣਨ ਵਾਲਾ ਹੈ। ਆਪ ਹੈ ਏਕ ਆਪ ਵਿਸਥਾਰ। ਨਿਰਗੁਣ ਸਰੂਪ ਦੇ ਵਿੱਚ ਇੱਕ ਪ੍ਰਮਾਤਮਾ ਆਪ ਇੱਕ ਰੂਪ ਹੈ, ਤੇ ਸਰਗੁਣ ਸਰੂਪ ਦੇ ਵਿੱਚ ਕਿੰਨਾ ਵਿਸਥਾਰ ਕੀਤਾ ਹੈ। ਜਿੰਨੇ ਵੀ ਸੰਸਾਰ ਦੇ ਜੀਵਾਂ ਦੇ ਇਹ ਸਰੀਰ ਨਜ਼ਰ ਆ ਰਹੇ ਹੈ, ਜਿੰਨੇ ਵੀ ਆਕਾਰ ਦਿਸਦੇ ਹਨ, ਇਹ ਸਾਰੇ ਪਰਮਾਤਮਾ ਜੀ ਦਾ ਰੂਪ ਹਨ। ਮਹਾਰਾਜ ਜੀ ਦਾ ਫਰਮਾਨ ਆਉਂਦਾ ਨਾ, ਜੋ ਦੀਸੈ ਸੋ ਤੇਰਾ ਰੂਪ। ਹੇ ਪਰਮਾਤਮਾ ਜੀ, ਜਿੰਨੇ ਵੀ ਸੰਸਾਰ ਦੇ ਰੂਪ ਦਿਸਦੇ ਸਾਰੇ ਆਪ ਜੀ ਦੇ ਹੀ ਹਨ, ਕਿਉਂਕਿ ਸਭ ਦੇ ਅੰਦਰ ਜੋਤ ਰੂਪ ਹੋ ਕੇ ਵਰਤ ਰਿਹਾ। ਫਿਰ ਕਿਹੜਾ ਜੀਵ ਹੈ ਜੋ ਪਰਮਾਤਮਾ ਤੋਂ ਅਲੱਗ ਹੋ ਕਰਕੇ ਜ਼ਿੰਦਗੀ ਬਤੀਤ ਕਰ ਸਕਦਾ ਹੈ। ਕਿਸੇ ਦਾ ਆਪਣਾ ਬਲ ਨਹੀਂ, ਕਿਸੇ ਦਾ ਆਪਣਾ ਕੋਈ ਚਾਰਾ ਨਹੀਂ ਚੱਲ ਸਕਦਾ, ਆਪਣਾ ਕੋਈ ਜ਼ੋਰ ਨਹੀਂ ਹੈ। ਮਹਾਰਾਜ ਕਹਿੰਦੇ ਆਪ ਹੈ ਏਕ ਆਪ ਹੈ ਵਿਸਥਾਰ। ਆਪ ਹੀ ਉਹ ਪਰਮਾਤਮਾ ਇੱਕ ਜੋਤ ਰੂਪ ਹੋ ਕਰਕੇ ਵਰਤ ਰਿਹਾ ਹੈ। ਜੋਤੀ ਰੂਪ ਹੋ ਕੇ ਪਰਮਾਤਮਾ ਆਪ ਹੀ ਇੱਕ ਵਰਤ ਰਿਹਾ, ਤੇ ਆਪ ਹੀ ਸਭ ਜੋਤਾਂ ਰੂਪ ਹੋ ਕਰਕੇ ਸੰਸਾਰ ਦੇ ਪਰਤਕ ਜੋਤਾਂ ਰੂਪ ਹੋ ਕੇ ਜੀਵਾਂ ਦੇ ਅੰਦਰ ਭਿੰਨ ਭਿੰਨ ਤਰ੍ਹਾਂ ਦੇ ਜੀਵ ਪੈਦਾ ਕਰਕੇ ਬੜਾ ਵਿਸਥਾਰ ਕਰੀ ਬੈਠਾ ਹੈ। ਐਸੀ ਮਹਾਰਾਜ ਕਹਿੰਦੇ ਪ੍ਰਮਾਤਮਾ ਦੀ ਲੀਲਾ ਹੈ, ਇੱਕ ਹੀ ਰੂਪ ਹੈ,
ਪਰ ਆਪ ਹੀ ਪ੍ਰਮਾਤਮਾ ਨੇ ਸਾਰੀ ਸ੍ਰਿਸ਼ਟੀ ਦਾ ਫੈਲਾਓ ਕੀਤਾ। ਸਭ ਇੱਕ ਤੋਂ ਹੀ ਬਹੁਤਿਆ ਰੂਪ ਹੋ ਕੇ ਵਰਤ ਰਿਹਾ ਹੈ। ਜਾ ਤਿਸ ਭਾਵੈ ਤਾ ਸ੍ਰਿਸ਼ਟ ਉਪਾਏ। ਸਤਿਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਆਖ ਰਹੇ ਹੈ, ਜਦੋਂ ਉਹ ਪਰਮਾਤਮਾ ਨੂੰ ਭਾਵਦਾ ਹੈ, ਸ੍ਰਿਸ਼ਟੀ ਨੂੰ ਪੈਦਾ ਕਰ ਦਿੰਦਾ ਹੈ। ਜਦੋਂ ਪਰਮੇਸ਼ਰ ਨੂੰ ਭਾਵਦਾ ਹੈ, ਕਿਉਂਕਿ ਆਪਣੇ ਬਲ ਦੇ ਨਾਲ ਜਾਂ ਆਪਣੀ ਦੇਵੀ ਸ਼ਕਤੀ ਬਿਰਤੀ ਦੁਆਰਾ ਕੋਈ ਜਨਮ ਵੀ ਨਹੀਂ ਲੈ ਸਕਦਾ। ਮਹਾਰਾਜ ਹਜੂਰ ਨੇ ਉਚਾਰਨ ਕੀਤਾ, ਜਾ ਤਿਸ ਭਾਵੈ ਤਾਂ ਸ੍ਰਿਸ਼ਟ ਉਪਾਏ। ਜਦੋਂ ਪਰਮਾਤਮਾ ਨੂੰ ਭਾਵਦਾ ਉਦੋਂ ਸ੍ਰਿਸ਼ਟੀ ਨੂੰ ਪੈਦਾ ਕਰ ਦਿੰਦਾ ਹੈ। ਆਪਨੈ ਭਾਣੈ ਲਏ ਸਮਾਏ। ਤੇ ਜਦੋਂ ਪਰਮੇਸ਼ਰ ਨੂੰ ਭਾਵਦਾ ਉਹਦਾ ਆਪਣਾ ਭਾਣਾ ਹੈ, ਪਰਮਾਤਮਾ ਜੀ ਦੀ ਆਪਣੀ ਰਜ਼ਾ ਹੈ। ਜਿਵੇਂ ਪਰਮੇਸ਼ਰ ਨੂੰ ਭਾਵਦਾ ਮਹਾਰਾਜ ਕਹਿੰਦੇ ਸਾਰੀ ਸ੍ਰਿਸ਼ਟੀ ਨੂੰ ਮਹਾਂਪਰਲੋ ਕਰਕੇ ਆਪਣੇ ਸਰੂਪ ਦੇ ਵਿੱਚ ਸਮੇਟ ਲੈਂਦਾ ਹੈ। ਆਪਣੇ ਸਰੂਪ ਦੇ ਅੰਦਰ ਸਭ ਜੀਵਾਂ ਨੂੰ ਲੀਨ ਕਰ ਦਿੰਦਾ ਹੈ। ਫਿਰ ਨਾ ਤਾਂ ਕੋਈ ਸੰਸਾਰ ਦੇ ਅੰਦਰ ਪੁੰਨ ਹੁੰਦਾ, ਨਾ ਪਾਪ ਹੁੰਦਾ, ਨਾ ਮਾਨ ਮਿਲਦਾ, ਨਾ ਅਪਮਾਨ ਹੁੰਦਾ, ਨਾ ਕਿਸੇ ਦੀ ਕੋਈ ਨਿੰਦਿਆ ਕਰਦਾ, ਨਾ ਉਸਤਤ ਕਰਦਾ, ਨਾ ਕਿਸੇ ਨੂੰ ਸੁੱਖ ਮਿਲਦਾ, ਨਾ ਕਿਸੇ ਨੂੰ ਦੁੱਖ ਮਿਲਦਾ, ਨਾ ਰਾਤ ਪੈਂਦੀ ਤੇ ਨਾ ਦਿਨ ਚੜ੍ਹਦਾ ਹੈ। ਇਸ ਪ੍ਰਕਾਰ ਸਤਿਗੁਰੂ ਜੀ ਨੇ ਫਰਮਾਨ ਕੀਤਾ ਕਿ ਐਸੀ ਪ੍ਰਮਾਤਮਾ ਜੀ ਦੀ ਸ਼ਕਤੀ ਵਰਤ ਰਹੀ ਹੈ। ਜਦੋਂ ਚਾਹੇ ਉਹ ਪਰਮਾਤਮਾ ਸ੍ਰਿਸ਼ਟੀ ਨੂੰ ਪੈਦਾ ਕਰ ਦਿੰਦਾ ਹੈ। ਜਬ ਉਦ ਕਰਖ ਕਰਾ ਕਰ ਤਾਰਾ, ਪ੍ਰਜਾ ਧਰਤ ਤਬ ਦੇਹ ਅਪਾਰਾ। ਕਹਿੰਦੇ ਜਦੋਂ ਉਦਕਰਖਣ ਸ਼ਕਤੀ ਕਰਦਾ ਕਿ ਸਾਰੀ ਸ੍ਰਿਸ਼ਟੀ ਨੂੰ ਪੈਦਾ ਕਰ ਦਿੰਦਾ ਹੈ। ਜਬ ਆ ਕਰਖ ਕਰਤ ਹੋ ਕਬ ਹੋ, ਤੁਮ ਮੈਂ ਮਿਰਤ ਦੇਹ ਧਰ ਸਭ ਹੋ। ਜਦੋਂ ਉਦਕਰਖਣ ਸ਼ਕਤੀ ਕਰਦਾ ਤੇ ਸਾਰੇ ਦੀ ਸਾਰੇ ਜੀਵ ਪਰਮਾਤਮਾ ਆਪਣੇ ਸਰੂਪ ਦੇ ਵਿੱਚ ਸਮੇਟ ਲੈਂਦਾ ਹੈ। ਐਸੀ ਮਹਾਨ ਪਰਮਾਤਮਾ ਜੀ ਦੀ ਸ਼ਕਤੀ ਹੈ। ਜਦੋਂ ਚਾਹੇ ਜੀਵਾਂ ਨੂੰ ਪੈਦਾ ਕਰ ਦਿੰਦਾ ਹੈ। ਜਦੋਂ ਚਾਹੇ ਅੱਖ ਝਮਕਣ ਤੋਂ ਥੋੜ੍ਹੇ ਜਿੰਨੇ ਸਮੇਂ ਅੰਦਰ ਸਭ ਜੀਵਾਂ ਨੂੰ ਆਪਣੇ ਸਰੂਪ ਵਿੱਚ ਸਮੇਟਣ ਵਾਲਾ ਹੈ। ਤੁਮ ਤੇ ਭਿੰਨ ਨਹੀਂ ਕਿਛ ਹੋਏ। ਇਹ ਪਰਮਾਤਮਾ ਆਪ ਜੀ ਤੋਂ ਵੱਖਰਾ ਹੋ ਕਰਕੇ ਕੋਈ ਵੀ ਜੀਵ ਰਹਿ ਨਹੀਂ ਸਕਦਾ। ਕਿਵੇਂ ਕੋਈ ਰਹਿ ਸਕੇਗਾ? ਪਰਮਾਤਮਾ ਦੀ ਜੋਤ ਸਭ ਦੇ ਅੰਦਰ ਵਰਤ ਰਹੀ ਹੈ। ਜਿਸ ਜੋਤ ਕਰਕੇ ਜੀਵ ਇਹ ਜਿਉਂਦਾ ਹੈ, ਜਿਸ ਜੋਤ ਕਰਕੇ ਜ਼ੁਬਾਨ ਤੋਂ ਤਾੜ ਤੜ ਗੱਲਾਂ ਕਰਦਾ ਹੈ, ਜਿਸ ਜੋਤ ਕਰਕੇ ਕਦਮਾਂ ਦੇ ਨਾਲ ਚੱਲ ਕਰਕੇ ਇੱਕ ਥਾਂ ਤੋਂ ਦੂਸਰੀ ਥਾਂ 'ਤੇ ਜਾਂਦਾ ਹੈ। ਮਹਾਰਾਜ ਕਹਿੰਦੇ ਹਨ ਕੰਨਾਂ ਦੇ ਨਾਲ ਸੁਣਦਾ, ਜ਼ੁਬਾਨ ਤੋਂ ਬੋਲਦਾ, ਅੱਖਾਂ ਨਾਲ ਦੇਖਦਾ ਹੈ। ਇਹ ਪਰਮਾਤਮਾ ਦੀ ਜੋਤ ਹੈ। ਤੇ ਫਿਰ ਪਰਮੇਸ਼ਰ ਤੋਂ ਵੱਖਰਾ ਕਿਵੇਂ ਹੋ ਸਕਦਾ? ਇਹ ਨਾਮੁਮਕਿਨ ਹੈ। ਸ੍ਰਿਸ਼ਟੀ ਦੇ ਕਿਸੇ ਵੀ ਕੋਨੇ 'ਤੇ ਚਲਾ ਜਾ, ਇਹ ਜੀਵ ਤਿੰਨਾਂ ਲੋਕਾਂ ਵਿੱਚ ਭਾਵੇਂ ਕਿਸੇ ਵੀ ਥਾਂ 'ਤੇ ਜਾ ਕੇ ਛੁਪ ਜਾ, ਪਰ ਸਭ ਥਾਵਾਂ 'ਤੇ ਤੈਨੂੰ ਪਰਮਾਤਮਾ ਹੀ ਨਜ਼ਰ ਆਵੇਗਾ। ਰੱਬ ਤੋਂ ਬਿਨਾਂ ਤੂੰ ਕਿੱਥੇ ਜਾ ਕਰਕੇ ਲੁਕ ਜਾਵੇਗਾ? ਕੋਈ ਵੀ ਦੁਨੀਆ ਦੀ ਐਸੀ ਥਾਂ ਨਹੀਂ ਹੈ ਜਿਸ ਥਾਂ 'ਤੇ ਪਰਮਾਤਮਾ ਦੀ ਸ਼ਕਤੀ ਨਾ ਵਰਤ ਰਹੀ ਹੋਵੇ। ਗਰੀਬ ਨਵਾਜ ਸਤਿਗੁਰੂ ਜੀ ਨੇ ਫਰਮਾਨ ਕੀਤਾ, ਤੁਮ ਤੇ ਭਿੰਨ ਨਹੀਂ ਕਿਛ ਹੋਏ। ਹੇ ਮਹਾਰਾਜ ਜੀ, ਆਪ ਜੀ ਤੋਂ ਵੱਖਰਾ ਕੋਈ ਵੀ ਸੰਸਾਰ ਦੇ ਅੰਦਰ ਜੀਵ ਨਹੀਂ ਰਹਿ ਸਕਦਾ। ਮਹਾਰਾਜ ਆਪਣੀ ਕੋਈ ਵੱਖਰੀ ਹੋਂਦ ਨੂੰ ਪ੍ਰਗਟ ਕਰਕੇ ਨਹੀਂ ਸੰਸਾਰ ਦੇ ਅੰਦਰ ਰਹਿ ਸਕਦਾ। ਜੇਕਰ ਕੋਈ ਯਤਨ ਕਰਦਾ ਹੈ ਤੇ ਸਾਧ ਸੰਗਤ ਜੀ ਉਹ ਫਿਰ ਕਾਲ ਦੇ ਅਧੀਨ ਹੋ ਜਾਂਦਾ, ਕਾਲ ਨੂੰ ਗਰਸ ਲੈਂਦਾ ਹੈ। ਜਿਵੇਂ ਸਮੁੰਦਰ ਦੇ ਤਲ ਦੇ ਉੱਪਰ ਪਾਣੀ ਦਾ ਬੁਲਬੁਲਾ ਸਾਧ ਸੰਗਤ ਜੀ ਬਣਦਾ ਤੇ ਕਿੰਨੀ ਕਿੰਨੀ ਦੂਰ ਤੱਕ ਉਹ ਪਾਣੀ ਦਾ ਦੂਰ ਦੂਰ ਤੱਕ ਰੰਗੀਲੇ ਥਾਂ ਦਾ, ਰਮਣੀਕ ਜਗ੍ਹਾ ਦਾ ਆਨੰਦ ਮਾਣਦਾ ਹੈ। ਦੂਰ ਦੂਰ ਤੱਕ ਜਾ ਕਰਕੇ ਹਵਾ ਦਾ ਜਦੋਂ ਸਾਧ ਸੰਗਤ ਜੀ ਅਕਸ਼ ਪੈਂਦਾ ਹੈ, ਹਵਾ ਭਰਨੇ ਕਰਕੇ ਉਹ ਪਾਣੀ ਤੋਂ ਬੁਲਬੁਲਾ ਪੈਦਾ ਹੁੰਦਾ। ਨਾ ਭਾਵੇਂ ਵੱਖਰਾ ਹੋ ਜਾਂਦਾ, ਪਰ ਸਾਧ ਸੰਗਤ ਜੀ ਹੁੰਦਾ ਤੇ ਪਾਣੀ ਹੈ ਨਾ, ਹੈ ਤੇ ਮੂਲ ਰੂਪ ਉਹਦਾ ਪਾਣੀ ਹੈ, ਪਾਣੀ ਤੋਂ ਹੀ ਬਣਿਆ ਹੋਇਆ ਹੈ। ਜੇ ਪਾਣੀ ਤੋਂ ਵੱਖਰਾ ਹੋਣ ਦਾ ਉਹ ਯਤਨ ਕਰਦਾ ਤੇ ਸਾਧ ਸੰਗਤ ਜੀ ਮਿਟ ਜਾਂਦਾ ਹੈ। ਇਸੇ ਪ੍ਰਕਾਰ ਪਰਮਾਤਮਾ ਦੀ ਚੇਤਨ ਸ਼ਕਤੀ ਜੀਵ ਦੇ ਅੰਦਰ ਵਰਤ ਰਹੀ ਹੈ। ਮਹਾਰਾਜ ਕਹਿੰਦੇ ਜਦੋਂ ਤੱਕ ਇਹ ਮੂਲ ਰੂਪ ਪਰਮਾਤਮਾ ਰੂਪ ਸਮੁੰਦਰ ਦੇ ਨਾਲ ਜੁੜਿਆ ਰਹਿੰਦਾ, ਉਦੋਂ ਤੱਕ ਆਨੰਦ ਮਾਣਦਾ ਹੈ, ਜ਼ਿੰਦਗੀ ਦੇ ਵਿੱਚ ਮਹਾਨ ਸੁੱਖਾਂ ਦੀ ਪ੍ਰਾਪਤੀ ਕਰਦਾ ਹੈ। ਪਰ ਜਦੋਂ ਇਹ ਜੀਵ ਵੱਖਰਾ ਹੋਣ ਦਾ ਯਤਨ ਕਰਦਾ ਨਾ, ਦਾਅਵੇ ਕਰਦਾ ਕਿ ਮੈਂ ਵੀ ਕੁਝ ਹਾਂ, ਸਭ ਕੁਝ ਮੈਂ ਹੀ ਹਾਂ, ਮੇਰੇ ਤੋਂ ਬਿਨਾਂ ਕੀ ਹੈ, ਸਭ ਕੁਝ ਕਰਨ ਵਾਲਾ ਮੈਂ ਹਾਂ, ਕਰਾਉਣ ਵਾਲਾ ਮੈਂ ਹਾਂ। ਮਹਾਰਾਜ ਕਹਿੰਦੇ ਫਿਰ ਇਹ ਜੀਵ ਕਾਲ ਫਿਰ ਇਹ ਜੀਵ ਨੂੰ ਗਰਸ ਲੈਂਦਾ ਹੈ, ਫਿਰ ਮੌਤ ਦੇ ਮੂੰਹ ਵਿੱਚ ਪੈ ਜਾਂਦਾ ਹੈ, ਮਿਟ ਜਾਂਦਾ ਹੈ।
ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਬਖਸ਼ਿਸ਼ ਕਰ ਰਹੇ ਹੈ, ਤੁਮ ਤੇ ਭਿੰਨ ਨਹੀਂ ਕਿਛ ਹੋਏ। हे ਪ੍ਰਮਾਤਮਾ ਜੀ, ਆਪ ਜੀ ਤੋਂ ਵੱਖਰਾ ਕੋਈ ਵੀ ਜੀਵ ਨਹੀਂ ਹੋ ਸਕਦਾ। ਆਪਣੇ ਬਲ ਦੇ ਨਾਲ ਮਹਾਰਾਜ ਕੋਈ ਜਿਉਂਦਾ ਵੀ ਨਹੀਂ ਰਹਿ ਸਕਦਾ। ਆਪਨ ਸੂਤ ਸਭ ਜਗਤ ਪਰੋਏ। ਕਿਉਂਕਿ ਪ੍ਰਮਾਤਮਾ ਆਪ ਨੇ ਚੇਤਨ ਸੱਤਾ ਰੂਪ ਸੂਤਰ ਦੇ ਵਿੱਚ ਸਾਰੀ ਸ੍ਰਿਸ਼ਟੀ ਨੂੰ ਪਰੋਤਾ ਹੈ, ਸਭ ਜੀਵਾਂ ਨੂੰ ਪਰੋ ਕਰਕੇ ਰੱਖਿਆ ਹੈ। ਜਿੰਨੇ ਵੀ ਸ੍ਰਿਸ਼ਟੀ ਦੇ ਆਕਾਰ, ਛੋਟੇ ਵੱਡੇ ਆਕਾਰਾਂ ਦੇ ਜੀਵ ਹੈ, ਮਹਾਰਾਜ ਸਭ ਨੂੰ ਆਪ ਜੀ ਨੇ ਆਪਣੇ ਆਗਿਆ ਰੂਪ ਸੂਤਰ ਦੇ ਵਿੱਚ ਪਰੋ ਕਰਕੇ ਰੱਖਿਆ ਹੈ। ਜਿੰਨੇ ਵੀ ਸੰਸਾਰ ਦੇ ਜੀਵ ਹੈ, ਤੇ ਇਸ ਕਰਕੇ ਮਹਾਰਾਜ ਕਹਿੰਦੇ ਫਿਰ ਵੱਖਰਾ ਕਿਵੇਂ ਕੋਈ ਹੋ ਕਰਕੇ ਰਹਿ ਸਕਦਾ। ਕਿਸੇ ਦਾ ਕੋਈ ਚਾਰਾ ਹੀ ਨਹੀਂ, ਕਿਸੇ ਦਾ ਕੋਈ ਬਾਲ ਹੀ ਨਹੀਂ ਹੈ, ਤੇ ਕਿਵੇਂ ਕੋਈ ਵੱਖਰਾ ਹੋ ਕਰਕੇ ਆਪਣਾ ਵਜੂਦ ਬਣਾ ਕਰਕੇ ਰਹਿ ਸਕੇਗਾ। ਜਾ ਕਉ ਪ੍ਰਭ ਜੀਓ ਆਪ 부ਝਾਏ। ਐ ਪ੍ਰਭੂ ਜੀ, ਜਿਸ ਜੀਵ ਨੂੰ ਆਪ ਨੇ ਕਿਰਪਾ ਕਰਕੇ ਆਪਣਾ ਸਰੂਪ ਬੁਝਾ ਦਿੱਤਾ ਹੈ, ਅਥਵਾ ਇਹ ਸੋਝੀ ਬਖਸ਼ੀ ਹੈ ਕਿ ਸੰਸਾਰ ਦੇ ਅੰਦਰ ਪਰਮੇਸ਼ਰ ਦਾ ਨਾਮ ਜਪਣਾ ਇਹ ਸਭ ਤੋਂ ਪੁੰਨ ਕਰਮ ਹੈ। ਸਭ ਤੋਂ ਵੱਡਾ ਤੇ ਪਰਮ ਕਰਮ ਇਹ ਹੈ ਕਿ ਪ੍ਰਮਾਤਮਾ ਦੀ ਬੰਦਗੀ ਕਰਨੀ, ਪਰਮੇਸ਼ਰ ਦਾ ਸਿਮਰਨ ਕਰਨਾ। ਜਿਵੇਂ ਮਹਾਰਾਜ ਸਾਹਿਬ ਜੀ ਨੇ ਫਰਮਾਨ ਕੀਤਾ ਨਾ, ਏਕੋ ਨਾਮ ਹੁਕਮ ਹੈ। ਮਹਾਰਾਜ ਕਹਿੰਦੇ ਹਨ ਕਿ ਇੱਕ ਪਰਮੇਸ਼ਰ ਦੇ ਨਾਮ ਜਪਣ ਦਾ ਹੀ ਹੁਕਮ ਹੈ। ਅਕਾਲ ਪੁਰਖ ਵਾਹਿਗੁਰੂ ਜੀ ਦਾ ਸਿਮਰਨ ਕਰਨ ਦਾ ਪਰਮਾਤਮਾ ਨੇ ਹੁਕਮ ਕੀਤਾ ਹੈ। ਇਹ ਪ੍ਰਾਣਾ ਧਾਰੀ ਜੀਵ ਸਤਿਗੁਰੂ ਜੀ ਨੇ ਫਰਮਾਨ ਕੀਤਾ, ਜਿਨ੍ਹਾਂ ਨੂੰ ਪ੍ਰਮਾਤਮਾ ਨੇ ਆਪ ਕਿਰਪਾ ਕਰਕੇ ਸੋਝੀ ਬਖਸ਼ੀ ਹੈ, ਆਪਣਾ ਸਰੂਪ ਪ੍ਰਮਾਤਮਾ ਨੇ ਕਿਰਪਾ ਕਰਕੇ ਸਮਝਾਇਆ ਹੈ। ਸਚ ਨਾਮ ਸੋਈ ਜਨ ਪਾਏ। ਤਿਨਾਂ ਨੇ ਮਹਾਰਾਜ ਸਾਹਿਬ ਜੀ ਦੀ ਸ਼ਰਨ ਧਾਰਨ ਕਰਕੇ ਸੱਚੇ ਨਾਮ ਦੀ ਪ੍ਰਾਪਤੀ ਕੀਤੀ ਹੈ। ਮਹਾਰਾਜ ਸਾਹਿਬ ਜੀ ਦੇ ਚਰਨਾਂ ਵਿੱਚ ਮਨ ਬਾਣੀ ਸਰੀਰ ਕਰਕੇ ਪ੍ਰਾਇਣ ਹੋ ਕਰਕੇ ਅਕਾਲ ਪੁਰਖ ਵਾਹਿਗੁਰੂ ਜੀ ਦੀ ਬਖਸ਼ੀ ਹੋਈ ਅਮੋਲਕ ਸੱਚੇ ਨਾਮ ਦੀ ਦਾਤ ਪਾਈ ਹੈ। ਸੋ ਸਮਦਰਸੀ ਤਤ ਕਾ ਬੇਤਾ। ਐਸਾ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਹੈ, ਸਭ ਜੀਵਾਂ ਦੇ ਵਿੱਚ ਸਮਾਨ ਰੂਪ ਹੋ ਕੇ ਵਰਤ ਰਿਹਾ ਹੈ। ਸਭ ਜੀਵਾਂ ਦੇ ਅੰਦਰ ਇਹ ਨਹੀਂ ਕਿ ਕੀੜੀ ਵਿੱਚ ਛੋਟੀ ਜੋਤ ਹੈ ਤੇ ਹਾਥੀ ਵਿੱਚ ਵੱਡੀ ਪਰਮਾਤਮਾ ਦੀ ਜੋਤ ਹੈ। ਸਭ ਜੀਵਾਂ ਦੇ ਅੰਦਰ ਜੋਤ ਇਕਸਾਰ ਹੈ, ਇੱਕੋ ਹੀ ਹੈ। ਮਹਾਰਾਜ ਕਹਿੰਦੇ ਜੀਵਾਂ ਦੇ ਆਕਾਰ ਪ੍ਰਮਾਤਮਾ ਨੇ ਛੋਟੇ ਵੱਡੇ ਜਾਂ ਉੱਚੇ ਤੇ ਛੋਟੇ ਕੱਦ ਵਾਲੇ ਪ੍ਰਮਾਤਮਾ ਨੇ ਬਣਾਏ ਹੈ। ਇਹ ਪ੍ਰਮਾਤਮਾ ਦੀ ਸਾਧ ਸੰਗਤ ਦੀ ਲੀਲਾ ਹੈ, ਪਰ ਜੋਤ ਇੱਕ ਹੀ ਪ੍ਰਮਾਤਮਾ ਦੀ ਵਰਤ ਰਹੀ ਹੈ। ਸਤਿਗੁਰੂ ਜੀ ਨੇ ਫਰਮਾਨ ਕੀਤਾ ਹੈ, ਸੋ ਸਮਦਰਸੀ ਤਤ ਕਾ ਬੇਤਾ। ਜਾਣੋ ਕਿ ਜਿੰਨੇ ਵੀ ਸੰਸਾਰ ਭਰ ਦੇ ਸਿਧਾਂਤ ਹੈ, ਭਾਵੇਂ ਵੇਦਾਂ ਦਾ, ਸ਼ਾਸਤਰਾਂ ਦਾ, ਪੁਰਾਣਾਂ ਦਾ, ਸਿਮਰਤੀਆਂ ਦਾ, ਸਭ ਦਾ ਇੱਕ ਤਤ ਰੂਪ ਕੌਣ ਹੈ? ਪਰਮਾਤਮਾ। ਪਰਮੇਸ਼ਰ ਦਾ ਨਾਮ ਹੀ ਮਹਾਰਾਜ ਕਹਿੰਦੇ ਸਭ ਸਿਧਾਂਤਾਂ ਦਾ ਇੱਕ ਤਤ ਰੂਪ ਹੈ। ਨਾਨਕ ਸਾਗਲ ਸ੍ਰਿਸ਼ਟ ਕਾ ਜੇਤਾ। ਧੰਨ ਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹ ਫਰਮਾਨ ਕਰ ਰਹੇ ਹੈ, ਸਾਰੀ ਸ੍ਰਿਸ਼ਟੀ ਦਾ ਕਹਿੰਦੇ ਹਨ ਕਿ ਉਹ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਆਪ ਜਾਣਨਹਾਰਾ ਹੈ। ਨਾਨਕ ਸਗਲ ਸ੍ਰਿਸ਼ਟ ਕਾ ਜੇਤਾ, ਅਥਵਾ ਜਿਹੜਾ ਤਤ ਬੇਤਾ ਬ੍ਰਹਮ ਬੇਤਾ ਬਣ ਗਿਆ ਨਾ, ਵਾਹਿਗੁਰੂ ਦੇ ਸਰੂਪ ਦੀ ਪਹਿਚਾਨ ਕਰਨ ਵਾਲਾ, ਜਾਣੋ ਕਿ ਉਸ ਨੇ ਸਾਰੀ ਸ੍ਰਿਸ਼ਟੀ ਨੂੰ ਜਾਣ ਲੈਣਾ ਕੀਤਾ ਹੈ। ਜੋ ਬ੍ਰਹਮ ਦਾ ਰੂਪ ਹੋ ਜਾਂਦਾ ਹੈ, ਉਹ ਹਰ ਇੱਕ ਜੀਵ ਦੇ ਦਿਲ ਦੀ ਭਰੇ ਦੀ ਬੁਰੇ ਦੀ ਪੀੜਾ ਨੂੰ ਪਹਿਚਾਨਣ ਦੇ ਸਮਰੱਥ ਹੋ ਜਾਂਦਾ ਹੈ। ਜੋ ਬ੍ਰਹਮ ਦੇ ਵਿੱਚ ਲੀਨ ਹੋ ਜਾਂਦਾ ਹੈ, ਪਰਮਾਤਮਾ ਦਾ ਹੀ ਸਵਰੂਪ ਹੋ ਜਾਂਦਾ ਹੈ। ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਦੀ ਰਸਨਾ ਤੇ ਸਦਾ ਹੀ ਵਸਦਾ ਹੈ। ਇਸ ਕਰਕੇ ਮਹਾਰਾਜ ਕਹਿੰਦੇ ਨਾਨਕ ਸਗਲ ਸ੍ਰਿਸ਼ਟ ਕਾ ਜੇਤਾ। ਜਾਣੋ ਕਿ ਸਾਰੀ ਸ੍ਰਿਸ਼ਟੀ ਨੂੰ ਜਿੱਤਣ ਦੇ ਉਹ ਸਮਰੱਥ ਹੋ ਗਏ ਹੈ। ਸਾਰੀ ਸ੍ਰਿਸ਼ਟੀ ਨੂੰ ਉਸ ਨੇ ਜਿੱਤ ਲਿਆ, ਜਿਸ ਨੇ ਆਪਣੇ ਮਨ ਨੂੰ ਜਿੱਤ ਕੇ ਪਰਮਾਤਮਾ ਦੇ ਵਿੱਚ ਲੀਨ ਹੋ ਜਾਣਾ ਕੀਤਾ ਹੈ। ਜੀ ਜੰਤਰ ਸਭ ਤਾ ਕੈ ਹਾਥ। ਭਾਵੇਂ ਛੋਟੇ ਹਨ ਭਾਵੇਂ ਵੱਡੇ ਆ, ਜੀਵ ਜੰਤੂ ਜਿੰਨੇ ਵੀ ਪੈਦਾ ਕੀਤੇ ਹਨ, ਸਤਿਗੁਰੂ ਜੀ ਕਹਿੰਦੇ ਸਭ ਦੀ ਵਾਗਡੋਰ ਪਰਮਾਤਮਾ ਦੇ ਹੱਥਾਂ ਵਿੱਚ ਹੈ। ਸਭ ਨੂੰ ਚਲਾਉਣ ਵਾਲਾ ਕੌਣ ਹੈ? ਪਰਮਾਤਮਾ। ਸਾਰੀ ਸ੍ਰਿਸ਼ਟੀ ਦੇ ਬਣਾਏ ਹੋਏ ਜੀਵਾਂ ਨੂੰ ਆਪਣੇ ਹੱਥਾਂ ਵਿੱਚ ਪਰਮੇਸ਼ਰ ਨੇ ਰੱਖਿਆ ਹੈ। ਸਾਰੇ ਜਿੰਨੇ ਵੀ ਪੈਦਾ ਕੀਤੇ ਹੋਏ ਜੀਵ ਜੰਤੂ ਹੈ, ਕਠਪੁਤਲੀਆਂ ਦੀਆਂ ਤਰ੍ਹਾਂ ਹਨ।
ਇਹ ਸਭ ਦੀ ਵਾਗਡੋਰ ਪ੍ਰਮਾਤਮਾ ਨੇ ਆਪਣੇ ਹੱਥਾਂ ਵਿੱਚ ਰੱਖੀ ਹੈ। ਦੀਨ ਦਇਆਲ ਅਨਾਥ ਕੋ ਨਾਥ। ਦੀਨਾਂ ਦੇ ਉੱਪਰ ਦਿਆਲਤਾ ਕਰਨ ਵਾਲਾ ਦੀਨਾ ਬੰਧੂ ਹੈ ਤੇ ਯਤੀਮਾਂ ਦਾ ਮਾਲਕ ਵੀ ਪਰਮੇਸ਼ਰ ਆਪ ਹੈ। ਮਹਾਰਾਜ ਕਹਿੰਦੇ ਜਿਹਨੂੰ ਕੋਈ ਥਾਂ ਨਹੀਂ ਉਹ ਨਿਥਾਵਿਆਂ ਦਾ ਥਾਮ ਹੈ, ਜਿਸ ਨੂੰ ਕੋਈ ਮਾਣ ਨਹੀਂ ਉਹ ਨਿਮਾਣਿਆਂ ਦਾ ਮਾਣ ਹੈ, ਨਿਤਾਣਿਆਂ ਦਾ ਤਾਣ ਹੈ। ਐਸਾ ਉਹ ਪਰਮਾਤਮਾ ਦਾ ਸਰੂਪ ਹੈ। ਸਤਿਗੁਰੂ ਜੀ ਨੇ ਫਰਮਾਨ ਕੀਤਾ, ਦੀਨ ਦਇਆਲ ਅਨਾਥ ਕੋ ਨਾਥ। ਜਿੰਨੇ ਵੀ ਸੰਸਾਰ ਭਰ ਦੇ ਜੀਵ ਹਨ, ਸਾਰੀ ਸ੍ਰਿਸ਼ਟੀ ਦਾ ਮਾਲਕ ਉਹ ਪਰਮੇਸ਼ਰ ਆਪ ਹੈ, ਕਿਉਂਕਿ ਐਸਾ ਉਹ ਪਰਮਾਤਮਾ ਹੈ। ਮਹਾਰਾਜ ਸਾਹਿਬ ਜੀ ਨੇ ਫਰਮਾਨ ਕੀਤਾ ਨਾ ਕਿ ਜ਼ਮੀਨ, ਆਸਮਾਨ, ਪਤਾਲ ਲੋਕ, ਜਿੱਥੇ ਵੀ ਕਿਤੇ ਪੈਦਾ ਕੀਤੇ ਜੀਵ ਹਨ, ਸਭ ਦੀ ਪਰਵਰਿਸ਼ ਦੇਖ ਰੇਖ ਪਰਮਾਤਮਾ ਆਪ ਕਰ ਰਿਹਾ ਹੈ। ਜ਼ਮੀ ਕੋ ਦੇਨ ਜਮਾਨ ਕੋ ਦੇਤ। ਮਹਾਰਾਜ ਕਹਿੰਦੇ ਉਹ ਸਾਰੇ ਥਾਵਾਂ ਤੇ ਪਰਮਾਤਮਾ ਦਾਤਾਂ ਦੇ ਰਿਹਾ। ਜ਼ਮੀਨ ਕੋ ਦੈ ਹੈ ਕਾਹੇ ਕੋ ਡੋਲਤ ਹੈ ਤੁਮਰੀ ਸੁਧ, ਸੁੰਦਰ ਸ੍ਰੀ ਪਦਮਾ ਪਤ ਲੈ ਹੈ। ਇਹ ਜੀਵ ਉਹ ਪਰਮਾਤਮਾ ਆਪ ਸਭ ਜੀਵਾਂ ਦੀ ਦੇਖ ਰੇਖ ਕਰ ਰਿਹਾ ਹੈ। ਕਿਉਂ ਐਵੇਂ ਹਿਰਦੇ ਕਰਕੇ ਡਗਮਗਾਉਂਦਾ ਹੈ? ਕਿਉਂ ਐਵੇਂ ਬਾਰ-ਬਾਰ ਡਾਵਾਂ ਡੋਲ ਹੋਈ ਜਾਂਦਾ ਹੈ? ਪਰਮਾਤਮਾ ਤੇ ਭਰੋਸਾ ਰੱਖਿਆ ਕਰ, ਕਿਉਂਕਿ ਸਤਿਗੁਰੂ ਜੀ ਕਹਿੰਦੇ ਸਭ ਦੀ ਵਾਗਡੋਰ ਪਰਮਾਤਮਾ ਦੇ ਹੱਥਾਂ ਵਿੱਚ ਹੈ। ਜਿੱਥੇ ਜਿੱਥੇ ਪਰਮਾਤਮਾ ਨੇ ਸੰਸਾਰ ਦੇ ਅੰਦਰ ਜੀਵ ਨੂੰ ਭੇਜਣਾ ਹੈ, ਜੀਵ ਦੀ ਪਰਾਰਬਧ ਅਨੁਸਾਰ ਉੱਥੇ ਉੱਥੇ ਭੇਜ ਕਰਕੇ ਹੀ ਰਹਿੰਦਾ ਹੈ। ਆਪਣੇ ਬਲ ਦੇ ਨਾਲ ਨਹੀਂ ਕੋਈ ਟਿਕ ਸਕਦਾ, ਨਾ ਕਿਤੇ ਜਾ ਸਕਦਾ ਹੈ। ਇਹ ਪਰਮਾਤਮਾ ਦੇ ਹੱਥਾਂ ਵਿੱਚ ਜੀਵ ਦੀ ਵਾਗਡੋਰ ਹੈ। ਜਿਵੇਂ ਮਹਾਰਾਜ ਸਾਹਿਬ ਜੀ ਨੇ ਫਰਮਾਨ ਕੀਤਾ ਨਾ, ਨੱਕ ਨੱਥ ਖਸਮ ਹੱਥ ਕਿਰਤ ਧੱਕੇ ਦੇ, ਜਹਾਂ ਦਾਣੇ ਤਹ ਖਾਣੇ ਨਾਨਕਾ ਸੱਚ ਹੈ। ਇਹ ਸੱਚੀ ਗੱਲ ਹੈ। ਇਹ ਸਾਧ ਸੰਗਤ ਜੀ ਹਕੀਕਤ ਹੈ ਕਿ ਪਰਮਾਤਮਾ ਜਿੱਥੇ ਜੀਵ ਨੂੰ ਲੈ ਕੇ ਜਾਣਾ ਚਾਹੇ ਉੱਥੇ ਲੈ ਜਾਂਦਾ ਹੈ। ਨਾ ਕੋਈ ਕਿਸੇ ਥਾਂ ਤੇ ਰਹਿਣ ਦੇ ਵਿੱਚ ਆਪਣਾ ਬਲ ਹੈ, ਨਾ ਕਿਸੇ ਥਾਂ ਤੇ ਜਾਣ ਦੇ ਵਿੱਚ ਸਾਧ ਸੰਗਤ ਜੀ ਜੀਵ ਦਾ ਆਪਣਾ ਜ਼ੋਰ ਹੈ। ਇਹ ਪਰਮਾਤਮਾ ਨੇ ਸਾਰੀ ਸ੍ਰਿਸ਼ਟੀ ਨੂੰ ਆਪਣੇ ਹੁਕਮ ਰੂਪੀ ਨੱਥ ਵਿੱਚ ਨੱਥਿਆ ਹੈ। ਦੀਨਾ ਬੰਧੂ ਹੈ, ਦਇਆ ਦਾ ਘਰ ਹੈ, ਯਤੀਮਾਂ ਦਾ ਵੀ ਮਾਲਕ ਉਹ ਪਰਮਾਤਮਾ ਹੈ। ਜਿਸ ਰਾਖੈ ਤਿਸ ਕੋਇ ਨਾ ਮਾਰੈ। ਪਰਮਾਤਮਾ ਜਿਸ ਨੂੰ ਰੱਖਣਾ ਚਾਹੇ ਉਸ ਨੂੰ ਕੋਈ ਮਾਰ ਨਹੀਂ ਸਕਦਾ। ਜਿਵੇਂ ਮਹਾਰਾਜ ਸਾਹਿਬ ਜੀ ਨੇ ਭੱਟ ਰਸਨਾ ਦੁਆਰਾ ਫਰਮਾਨ ਕੀਤਾ ਹੈ, ਜਾਮ ਗੁਰੂ ਹੋਏ ਵੱਲ ਲੱਖ ਬਾਹੇ ਕਿਆ ਕੀਜੈ। ਕਹਿੰਦੇ ਹਨ ਕਿ ਜਿਹਦੇ ਵੱਲ ਪਰਮਾਤਮਾ ਹੋ ਜਾਂਦਾ, ਭਾਵੇਂ ਲੱਖਾਂ ਬਾਹਾਂ ਵਾਲੇ ਲੱਖਾਂ ਫੌਜਾਂ ਚੜ੍ਹ ਕਰਕੇ ਆ ਜਾਣ, ਬੜੇ ਬੜੇ ਬਾਹੂਬਲੀ ਆ ਜਾਣ, ਉਹਦਾ ਰੋਮ ਵੀ ਕੋਈ ਵਿੰਗਾ ਨਹੀਂ ਕਰ ਸਕਦੇ, ਉਹਦਾ ਕੁਝ ਵਿਗਾੜ ਹੀ ਨਹੀਂ ਸਕਦੇ। ਪਰਮਾਤਮਾ ਜਿਸ ਜੀਵ ਨੂੰ ਰੱਖਣਾ ਚਾਹੇ ਉਸ ਨੂੰ ਕੌਣ ਮਾਰ ਸਕਦਾ ਹੈ? ਜਿਸ ਰਾਖੈ ਤਿਸ ਕੋਈ ਨਾ ਮਾਰੈ। ਜਿਵੇਂ ਸਾਧ ਸੰਗਤ ਜੀ ਕਥਾ ਆਉਂਦੀ ਹੈ ਕਿ ਇੱਕ ਹਿਰਣੀ, ਗਰਭਵਤੀ ਹਿਰਣੀ ਸੀ। ਸਾਧ ਸੰਗਤ ਜੀ ਜੰਗਲ ਦੇ ਵਿੱਚ ਵਿਸ਼ਰਾਮ ਕਰ ਰਹੀ, ਸੰਘਣਾ ਜੰਗਲ ਤੇ ਉੱਥੇ ਵਿਸ਼ਰਾਮ ਕਰ ਰਹੀ ਹੈ, ਤੇ ਸ਼ਿਕਾਰੀ ਆਇਆ। ਉਹਦਾ ਸ਼ਿਕਾਰ ਕਰਨ ਦੇ ਵਾਸਤੇ ਉਹਨੇ ਚੌਹਾਂ ਪਾਸਿਆਂ ਤੋਂ ਰਸਤਿਆਂ ਨੂੰ ਬੰਦ ਕਰ ਦਿੱਤਾ ਕਿ ਕਿਸੇ ਪਾਸੇ ਵੀ ਇਹ ਹਿਰਣੀ ਭੱਜ ਨਾ ਜਾਵੇ। ਇੱਕ ਪਾਸੇ ਜਾਲ ਲਾ ਦਿੱਤਾ, ਦੂਸਰੇ ਪਾਸੇ ਅੱਗ ਬਾਲ ਦਿੱਤੀ, ਤੀਸਰੇ ਪਾਸੇ ਸਾਧ ਸੰਗਤ ਜੀ ਇੱਕ ਕੁੱਤਾ, ਜਿਹੜਾ ਸ਼ਿਕਾਰੀ ਕੁੱਤਾ ਹੁੰਦਾ, ਉਹਨੂੰ ਖੜਾ ਕਰ ਦਿੱਤਾ, ਤੇ ਚੌਥੇ ਰਸਤੇ ਤੇ ਆਪ ਧਨਕ ਦੇ ਚੇਲੇ ਵਿੱਚ ਤੀਰ ਤਾਣ ਕਰਕੇ ਤੇ ਸਾਹਮਣੇ ਖਲੋ ਗਿਆ ਕਿ ਜਦੋਂ ਉੱਠ ਕੇ ਇੱਧਰ ਨੂੰ ਆਵੇਗੀ ਮੈਂ ਤੀਰ ਮਾਰ ਕੇ ਇਹਦਾ ਸ਼ਿਕਾਰ ਕਰ ਦੇਵਾਂਗਾ। ਗਰੀਬ ਨਵਾਜ ਮਹਾਰਾਜ ਸਾਹਿਬ ਜੀ ਨੇ ਸਹਿਜਕ੍ਰਿਤੀ ਸ਼ਲੋਕਾਂ ਵਿੱਚ ਵੀ ਕਥਾ ਦਾ ਸਾਧ ਸੰਗਤ ਜੀ ਜ਼ਿਕਰ ਕੀਤਾ ਹੈ ਕਿ ਜੇ ਪਰਮਾਤਮਾ ਜੀਵ ਨੂੰ ਬਚਾਉਣਾ ਚਾਹੇ ਉਸ ਨੂੰ ਕੋਈ ਮਾਰ ਨਹੀਂ ਸਕਦਾ, ਭਾਵੇਂ ਲੱਖ ਯਤਨ ਕਰ ਲਵੇ, ਚੌਹਾਂ ਪਾਸਿਆਂ ਤੋਂ ਰਸਤੇ ਬੰਦ ਕਰ ਲਏ। ਜਦੋਂ ਲੱਟ ਲੱਟ ਕਰਦੀ ਹੋ ਪ੍ਰਚੰਡ ਅਗਨੀ ਦੀ ਆਵਾਜ਼ ਸੁਣੀ ਤੇ ਉਹ ਹਿਰਣੀ ਨੂੰ ਸੇਕ ਲੱਗਾ। ਸਾਧ ਸੰਗਤ ਜੀ ਉਸ ਸਮੇਂ ਦੇਖ ਕਰਕੇ ਘਬਰਾ ਗਈ, ਭੱਜਣ ਲੱਗੀ ਅੱਗੇ ਜਾਲ, ਦੂਸਰੇ ਰਸਤੇ ਨੂੰ ਜਾਣ ਨਿਕਲ ਕੇ ਭੱਜਣ ਲੱਗੀ। ਅੱਗੇ ਸਾਧ ਸੰਗਤ ਜੀ ਕੁੱਤਾ ਖਲੋਤਾ ਹੋਇਆ, ਤੀਸਰੇ ਪਾਸੇ ਲੱਟ ਲੱਟ ਕਰਦੀ ਹੋ ਅੱਗ ਬਲ ਰਹੀ, ਸੇਕ ਪੈ ਰਿਹਾ। ਚੌਥੇ ਪਾਸੇ ਸ਼ਿਕਾਰੀ ਆਪ ਧਨਕ ਦੇ ਚੇਲੇ ਵਿੱਚ ਤੀਰ ਜੋੜ ਕਰਕੇ ਖਲੋਤਾ ਹੋਇਆ। ਤੇ ਸਾਧ ਸੰਗਤ ਉਸ ਸਮੇਂ ਹਿਰਣੀ ਨੇ ਪਰਮਾਤਮਾ ਦੇ ਚਰਨਾਂ ਵਿੱਚ ਫਿਰ ਬੇਨਤੀ ਕੀਤੀ ਹੈ, ਇਹ ਪਰਮਾਤਮਾ ਆਪ ਜੀ ਤੋਂ ਬਿਨਾਂ ਮਹਾਰਾਜ ਕੌਣ ਹੈ ਜੋ ਮੇਰੀ ਰੱਖਿਆ ਕਰਨ ਵਾਲਾ ਹੈ? हे ਮਹਾਰਾਜ ਸਾਰੇ ਰਸਤੇ ਬੰਦ ਹੋ ਗਏ ਹੈ, ਕੇਵਲ ਆਪ ਜੀ ਮਹਾਰਾਜ ਰੱਖਿਆ ਕਰਨੇ ਦਾ ਰਸਤਾ ਖੁੱਲ੍ਹਾ ਹੋਇਆ ਹੈ। ਪਰਮਾਤਮਾ ਆਪ ਕਿਰਪਾ ਕਰਕੇ ਬਚਾ ਲਓ
ਤਾਂ ਮੇਰਾ ਬਚਾਅ ਹੋ ਸਕਦਾ ਹੈ। ਉਹ ਸਾਧ ਸੰਗਤ ਜੀ, ਗਰਭਵਤੀ ਹਿਰਣੀ ਨੇ ਜਦੋਂ ਅਰਦਾਸ ਕੀਤੀ ਹੈ ਨਾ, ਤੇ ਪ੍ਰਮਾਤਮਾ ਦੀ ਐਸੀ ਉਸ ਸਮੇਂ ਕਰਨੀ ਵਰਤਨਾ ਕੀਤੀ ਹੈ। ਬੜੀ ਤੇਜ਼ੀ ਦੇ ਨਾਲ ਹਵਾ ਆਈ, ਜਾਲ ਟੁੱਟ ਕਰਕੇ ਸਾਧ ਸੰਗਤ ਜੀ ਅੱਗ ਦੇ ਵਿੱਚ ਪੈ ਕੇ ਸੜ ਗਏ ਹੈ। ਔਰ ਜਦੋਂ ਸਾਧ ਸੰਗਤ ਜੀ ਤੇਜ਼ੀ ਦੇ ਨਾਲ ਹਨੇਰੀ ਆਈ ਹੈ ਤੇ ਫਿਰ ਮੀਂਹ ਵੀ ਪੈਣ ਲੱਗ ਪਿਆ। ਮੀਂਹ ਪੈਣੇ ਕਰਕੇ ਅੱਗ ਵੀ ਬੁਝ ਗਈ। ਔਰ ਉਸ ਸਮੇਂ ਸਾਧ ਸੰਗਤ ਜੀ ਜੋ ਦੋ ਰਸਤੇ ਤੇ ਖੁੱਲ ਗਏ, ਤੇ ਜਦੋਂ ਧਨੁਖ ਦੇ ਚਿੱਲੇ ਵਿੱਚ ਤੀਰ ਤਾਣ ਕਰਕੇ ਜਿੱਥੇ ਆਪ ਸ਼ਿਕਾਰੀ ਖਲੋਤਾ ਹੋਇਆ ਉਸੇ ਰੁੱਡ ਦੇ ਵਿੱਚੋਂ ਉੱਥੇ ਸੱਪ ਨਿਕਲਿਆ ਤੇ ਉਹਦੇ ਪੈਰ ਤੇ ਉਹਨੇ ਡੰਗ ਮਾਰ ਦਿੱਤਾ। ਉਹ ਭਾਵੇਂ ਤੀਰ ਹਿਰਨੀ ਦੇ ਮਾਰਨ ਦੇ ਵਾਸਤੇ ਜੜ ਕੇ ਖਲੋਤਾ ਸੀ, ਪਰ ਹੱਥ ਕੰਬਣੇ ਕਰਕੇ ਕੁੱਤੇ ਦੇ ਜਾ ਕੇ ਲੱਗਾ, ਕੁੱਤਾ ਵੀ ਮਰ ਗਿਆ। ਤੇ ਸਾਧ ਸੰਗਤ ਜੀ ਸ਼ਿਕਾਰੀ ਵੀ ਉੱਥੇ ਮਰ ਗਏ। ਚੌਹਾਂ ਰਸਤੇ ਪਰਮਾਤਮਾ ਨੇ ਖੋਲ੍ਹ ਦਿੱਤੇ। ਤੇ ਜਿਸ ਹਿਰਨੀ ਨੇ ਪਿਆਰ ਦੇ ਨਾਲ ਅਰਦਾਸ ਕੀਤੀ ਸੀ, ਫਿਰ ਆਜ਼ਾਦ ਹੋ ਕਰਕੇ, ਆਜ਼ਾਦੀ ਦੇ ਨਾਲ ਸੁਤੰਤਰ ਹੋ ਕਰਕੇ ਜ਼ਿੰਦਗੀ ਬਤੀਤ ਕਰਨ ਲੱਗ ਪਈ। ਭਾਵ ਇਹ ਹੈ ਕਿ ਜਿਸ ਨੂੰ ਪਰਮਾਤਮਾ ਰੱਖਣਾ ਚਾਹੇ ਉਹਨੂੰ ਕੌਣ ਮਾਰ ਸਕਦਾ ਹੈ। ਜਿਸ ਰਾਖੈ ਤਿਸ ਕੋਇ ਨਾ ਮਾਰੈ। ਭਾਵੇਂ ਕੋਈ ਲੱਖਾਂ ਯਤਨ ਕਰ ਕਰਕੇ ਦੇਖ ਲਵੇ, ਪਰ ਮਹਾਰਾਜ ਕਹਿੰਦੇ ਉਹਨੂੰ ਕੋਈ ਮਾਰ ਨਹੀਂ ਸਕਦਾ। ਸਾਧ ਸੰਗਤ ਜੀ, ਸ਼ਹੀਦ ਭਾਈ ਤਾਰੂ ਸਿੰਘ ਸਾਹਿਬ ਜੀ ਨੂੰ ਕਿੰਨਾ ਯਤਨ ਕੀਤਾ ਸੀ ਨਾ ਸ਼ਹੀਦ ਕਰਨੇ ਦਾ, ਪਰ ਦੇਖ ਲਓ ਜੋ ਵਚਨ ਕੀਤਾ ਸੀ ਕਿ ਜੁੱਤੀ ਦੀ ਨੋਕ ਦੇ ਨਾਲ ਅੱਗੇ ਲਾ ਕਰਕੇ ਲੈ ਕੇ ਜਾਣਾ ਹੈ। ਸਾਧ ਸੰਗਤ ਜੀ, ਬਾਅਦ ਵਿੱਚ ਆਪ ਸ਼ਹਾਦਤ ਦਾ ਜਾਮ ਪੀਵਣਾ ਕੀਤਾ ਹੈ। ਇਉਂ ਭਾਵੇਂ ਕਿੰਨਾ ਵੀ ਸਾਧ ਸੰਗਤ ਜੀ ਜ਼ਾਲਮਾਂ ਨੇ ਯਤਨ ਕੀਤਾ ਹੈ, ਖੋਪੜ ਭਾਵੇਂ ਲਾ ਦਿੱਤਾ ਹੈ, ਪਰ ਦੇਖ ਲਓ ਫਿਰ ਵੀ ਸ਼ਹੀਦ ਨਹੀਂ ਹੋਣਾ ਕੀਤਾ। ਜੇ ਭਾਵੇਂ ਪ੍ਰਮਾਤਮਾ ਜਿਸ ਜੀਵ ਨੂੰ ਰੱਖਣਾ ਚਾਹੇ ਉਹਨੂੰ ਕੌਣ ਮਾਰ ਸਕਦਾ ਹੈ। ਕਿਸੇ ਵਿੱਚ ਇੰਨਾ ਕੋਈ ਬਲ ਨਹੀਂ ਹੈ। ਸੋ ਮੂਆ ਜਿਸ ਮਨ ਹੋ ਵਿਸਾਰੈ। ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਕਹਿੰਦੇ, ਉਹ ਜਾਣੋ ਕਿ ਮਰਿਆ ਹੋਇਆ ਹੈ ਜਿਸ ਨੂੰ ਪ੍ਰਮਾਤਮਾ ਨੇ ਭੁਲਾ ਦਿੱਤਾ ਹੈ। ਪਰਮੇਸ਼ਰ ਨੇ ਜਿਸ ਜੀਵ ਨੂੰ ਵਿਸਾਰ ਦਿੱਤਾ, ਜਾਣੋ ਕਿ ਮਰਿਆਂ ਦੇ ਬਰਾਬਰ ਹੀ ਹੈ। ਜਾਂ ਜਿਸ ਨੇ ਪਰਮੇਸ਼ਰ ਨੂੰ ਭੁਲਾ ਦਿੱਤਾ, ਉਹ ਜਿਉਂਦਾ ਵੀ ਜਾਣੋ ਕਿ ਮੁਰਦਿਆਂ ਦੇ ਤੁਲ ਹੈ। ਭਾਵੇਂ ਸਾਧ ਸੰਗਤ ਜੀ ਬੜੇ ਚੰਗੀ ਕੁਲ ਦੇ ਵਿੱਚ ਜਨਮਿਆ ਹੋਵੇ, ਬੜਾ ਧਨਾੜ ਪੁਰਖ ਹੋਵੇ, ਫਿਰ ਗਿਆਨ ਦੀਆਂ ਗੱਲਾਂ ਕਰਦਾ ਹੋਵੇ, ਬੜਾ ਸੁੰਦਰ ਹੋਵੇ, ਚਤੁਰ ਚਲਾਕ ਵੀ ਹੋਵੇ, ਪਰ ਸਤਿਗੁਰੂ ਜੀ ਕਹਿੰਦੇ ਜੇ ਵਾਹਿਗੁਰੂ ਦੇ ਚਰਨਾਂ ਦਾ ਪਿਆਰ ਨਹੀਂ ਹੈ ਨਾ, ਫਿਰ ਜਾਣੋ ਕਿ ਜਿਉਂਦਾ ਵੀ ਉਹ ਮੁਰਦਿਆਂ ਦੇ ਤੁਲ ਹੈ। ਮਹਾਰਾਜ ਸਾਹਿਬ ਜੀ ਨੇ ਫਰਮਾਨ ਕੀਤਾ ਹੈ, ਅਤ ਸੁੰਦਰ ਕੁਲੀਨ ਚਤੁਰ ਮੁਖ ਗਿਆਨੀ ਧਨਵੰਤ। ਮਿਰਤਕ ਕਹੀਐ ਨਾਨਕਾ ਜੇ ਪ੍ਰੀਤ ਨਹੀਂ ਭਗਵੰਤ। ਉਹ ਜਾਣੋ ਕਿ ਮੁਰਦਿਆਂ ਦੇ ਸਮਾਨ ਹੈ, ਜਿਉਂਦਾ ਵੀ ਮੁਰਦਾ ਹੈ। ਜੇ ਪ੍ਰਮਾਤਮਾ ਨੂੰ ਪਿਆਰ ਦੇ ਵਿੱਚ ਭੇਜ ਕੇ ਚੇਤੇ ਨਹੀਂ ਕਰਦਾ, ਜੇ ਸੰਸਾਰ ਦੇ ਧਨ ਪਦਾਰਥਾਂ ਦੀ ਮੋਹ ਮਮਤਾ ਵਿੱਚ ਲੱਗਾ ਰਹਿੰਦਾ, ਜਿਸ ਪ੍ਰਮਾਤਮਾ ਨੇ ਦਾਤਾਂ ਬਖਸ਼ੀਆਂ ਉਹਦਾ ਕਦੇ ਵੀ ਸ਼ੁਕਰਾਨਾ ਨਹੀਂ ਕਰਦਾ, ਜਾਣੋ ਕਿ ਜਿਉਂਦਾ ਵੀ ਉਹ ਮੁਰਦਿਆਂ ਦੇ ਸਮਾਨ ਹੈ। ਇਸ ਕਰਕੇ ਪਾਤਸ਼ਾਹ ਕਹਿੰਦੇ, ਸੋ ਮੂਆ ਜਿਸ ਮਨਹੁ ਵਿਸਾਰੈ। ਉਹ ਜਾਣੋ ਕਿ ਹੁਣ ਵੀ ਮਰਿਆ ਹੈ, ਹੁਣ ਵੀ ਉਹਨੂੰ ਕਾਲ ਨੇ ਗ੍ਰਸ ਲੈਣਾ ਕੀਤਾ। ਪਤਾ ਨਹੀਂ ਕਿਹੜੇ ਵੇਲੇ ਗਲ ਦੇ ਵਿੱਚ ਕਾਲ ਨੇ ਫਾਹੀ ਪਾ ਦੇਣੀ ਹੈ। ਜਿਸ ਨੇ ਪਰਮਾਤਮਾ ਨੂੰ ਵਿਸਾਰ ਦਿੱਤਾ ਹੈ, ਤਿਸ ਤਜ ਆਵਰ ਕਹਾ ਕੋ ਜਾਏ। ਐ ਗੁਰਸਿੱਖੋ, ਪਰਮਾਤਮਾ ਨੂੰ ਛੱਡ ਕੇ ਭਲਾ ਕੋਈ ਕਿੱਥੇ ਜਾ ਕਰਕੇ ਵਸੇਗਾ। ਕਿਹੜਾ ਦਰ ਹੈ ਜਿੱਥੇ ਜਾ ਕੇ ਇਸ ਸੰਸਾਰ ਦੇ ਬੰਧਨਾਂ ਤੋਂ ਆਜ਼ਾਦ ਹੋ ਸਕਦਾ ਹੈ। ਕੋਈ ਵੀ ਦੁਨੀਆ ਦਾ ਐਸਾ ਦਰ ਨਹੀਂ ਹੈ। ਤਿਸ ਤਜ ਅਵਰ ਕਹਾ ਕੋ ਜਾਏ। ਹੋਰ ਕੋਈ ਥਾਂ ਐਸੀ ਹੈਗੀ ਹੈ ਜਿੱਥੇ ਜਾ ਕੇ ਇਹ ਜੀਵ ਆਤਮਿਕ ਸੁੱਖ ਪ੍ਰਾਪਤ ਕਰ ਸਕੇ। ਸੰਸਾਰ ਦੇ ਪਏ ਹੋਏ ਮੋਹ ਮਮਤਾ ਕਰਤਾ ਭੋਗਤਾ ਦੇ ਬੰਧਨਾਂ ਤੋਂ ਆਜ਼ਾਦ ਹੋ ਸਕੇ। ਕੋਈ ਵੀ ਐਸੀ ਦੁਨੀਆ ਦੀ ਥਾਂ ਨਹੀਂ ਹੈ ਜਿੱਥੇ ਜਾ ਕੇ ਇਹ ਜੀਵ ਨਿਰਭੈਤਾ ਪਦਵੀ ਨੂੰ ਪਾ ਸਕਦਾ ਹੈ। ਕੇਵਲ ਮਹਾਰਾਜ ਸਾਹਿਬ ਜੀ ਦੀ ਸ਼ਰਨ ਹੈ। ਹਜੂਰ ਨੇ ਫਰਮਾਨ ਕੀਤਾ, ਪ੍ਰਭ ਕੀ ਸ਼ਰਨ ਸਗਲ ਪੈ ਲਾਥੇ, ਦੁਖ ਬਿਨਸੇ ਸੁਖ ਪਾਇਆ। ਦਇਆਲ ਹੋਵਾ ਪਾਰ ਬ੍ਰਹਮ ਸੁਆਮੀ, ਪੂਰਾ ਸਤਿਗੁਰ ਧਿਆਇਆ। ਜਿਨ੍ਹਾਂ ਤੇ ਮਹਾਰਾਜ ਸਾਹਿਬ ਜੀ ਦਿਆਲੂ ਹੋ ਜਾਂਦੇ ਹੈ, ਆਪਣੀ ਸ਼ਰਨ ਦੇ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਸਿੱਖ ਨੂੰ ਰੱਖ ਲੈਂਦੇ ਹੈ, ਆਪਣੇ ਚਰਨਾਂ ਦੇ ਨਾਲ ਜੋੜ ਲੈਂਦੇ ਹੈ, ਉਹਦੇ ਸਾਰੇ ਭੈ ਨਾਸ ਹੋ ਜਾਂਦੇ ਹੈ, ਨਿਰਭੈਤਾ ਪਦਵੀ ਨੂੰ ਪ੍ਰਾਪਤ ਕਰ ਲੈਂਦਾ ਹੈ। ਪਰ ਮਹਾਰਾਜ ਕਹਿੰਦੇ, ਜਿਸ ਨੂੰ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਨੇ ਭੁਲਾ ਦਿੱਤਾ, ਉਹ ਜਾਣੋ ਕੋਈ ਮਰਿਆਂ ਦੇ ਸਮਾਨ ਹੈ। ਇਸ ਕਰਕੇ ਇਹ ਜੀਵ ਪਰਮੇਸ਼ਰ ਨੂੰ ਵਿਸਾਰ ਕਰਕੇ ਕਿੱਥੇ ਜਾਵੇਗਾ।
ਕੋਈ ਥਾਂ ਐਸੀ ਨਹੀਂ ਜਿੱਥੇ ਜਾ ਕੇ ਤੈਨੂੰ ਢੋਈ ਮਿਲ ਜਾਵੇ। ਗਰੀਬ ਨਵਾਜ, ਸਤਿਗੁਰੂ ਜੀ ਤੂੰ ਕਦੇ ਵੀ ਬੇਮੁਖ ਨਾ ਹੋਣਾ ਕਰ। ਜਿਹੜਾ ਵੀ ਸੰਸਾਰ ਦੇ ਅੰਦਰ ਜੀਵ ਮਹਾਰਾਜ ਸਾਹਿਬ ਜੀ ਤੋਂ ਬੇਮੁਖ ਹੋਇਆ, ਉਹਦੀ ਮਨਮੁਖਤਾ ਕਰਕੇ ਉਹਨੇ ਮੌਰ ਦੇ ਮੂੰਹ ਵਿੱਚ ਪੈਣਾ ਕੀਤਾ ਹੈ। ਭਾਵੇਂ ਸਾਧ ਸੰਗਤ ਜੀ, ਮੂਲ ਚੰਦ ਖੱਤਰੀ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਕੀਤੇ ਹੈ, ਗੁਰੂ ਕੀ ਸੰਗਤ ਕੀਤੀ ਦੀ ਕੋਈ ਸਮਾਂ, ਪਰ ਸਤਿਗੁਰੂ ਜੀ ਤੋਂ ਬੇਮੁਖ ਹੋਣੇ ਕਰਕੇ ਦੇਖ ਲਓ ਕਿੰਨਾ ਸਮਾਂ ਜੂਨਾਂ ਦੇ ਵਿੱਚ ਭਟਕਣਾ ਪਿਆ। ਸ਼ਿਕਾਰਗੜ੍ਹ ਸਾਹਿਬ ਆਪ ਜੀ ਨੇ ਇੱਥੇ ਨਾਂਦੇੜ ਦੀ ਧਰਤੀ ਤੇ ਦਰਸ਼ਨ ਕੀਤੇ ਆ। ਦਸ਼ਮੇਸ਼ ਪਿਤਾ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸਾਹਿਬ ਜੀ ਨੇ ਇੱਥੇ ਸ਼ਿਕਾਰ ਕੀਤਾ, ਸਹੀ ਦੀ ਜੂਨ ਵਿੱਚ ਪਏ ਹੋਏ ਨੂੰ ਮੁਕਤ ਕੀਤਾ ਸੀ ਮੂਲੇ ਖੱਤਰੀ ਨੂੰ। ਗਰੀਬ ਨਵਾਜ, ਸਤਿਗੁਰੂ ਜੀ ਤੋਂ ਬੇਮੁਖ ਹੋਣੇ ਕਰਕੇ ਇੰਨਾ ਲੰਬੇਰਾ ਸਮਾਂ ਜੂਨਾਂ ਦੇ ਵਿੱਚ ਹੀ ਭਟਕਣਾ ਪਿਆ। ਗਰੀਬ ਨਵਾਜ ਮਹਾਰਾਜ ਕਹਿੰਦੇ, ਇਹ ਜੀਵ ਸਤਿਗੁਰੂ ਜੀ ਤੋਂ ਬੇਮੁਖ ਹੋ ਕਰਕੇ ਕਿੱਥੇ ਜਾਵੇਗਾ? ਕਿਤੇ ਥਾਂ ਤੇ ਤੈਨੂੰ ਢੋਈ ਨਹੀਂ ਮਿਲਣ ਵਾਲੀ, ਭਾਵੇਂ ਸੰਸਾਰ ਦੇ ਕਿਸੇ ਵੀ ਕੋਨੇ ਤੇ ਚਲਾ ਜਾਣਾ ਕਰ। ਸਭ ਸਿਰ ਏਕ ਨਿਰੰਜਨ ਰਾਏ। ਕਿਉਂਕਿ ਸਭ ਦੇ ਸਿਰ ਤੇ ਇੱਕ ਪ੍ਰਮਾਤਮਾ ਦਾ ਹੱਥ ਹੈ, ਸਭ ਦੇ ਅੰਦਰ ਇੱਕ ਪ੍ਰਮਾਤਮਾ ਦੀ ਜੋਤ ਵਰਤ ਰਹੀ ਹੈ। ਨਿਰੰਜਨ ਮਾਇਆ ਦੀ ਮੈਲ ਤੋਂ ਰਹਿਤ ਜੋ ਸ਼ੁੱਧ ਸਰੂਪ ਹੈ, ਉਜਲ ਪ੍ਰਮਾਤਮਾ ਜੀ ਦਾ ਰੂਪ ਹੈ। ਰਾਏ ਕਹੀਏ ਕਿ ਰਾਜਾ ਜੋ ਪ੍ਰਕਾਸ਼ ਸਰੂਪ ਹੈ। ਜੀ ਕੇ ਜੁਗਤ ਜਾ ਕੈ ਸਭ ਹਾਥ। ਸੰਸਾਰ ਭਰ ਦੇ ਸਭ ਜੀਵਾਂ ਦੀਆਂ ਜਿੰਨੀਆਂ ਵੀ ਜੁਗਤੀਆਂ ਹਨ, ਜਿੰਨੀਆਂ ਸਿਆਣਪਾਂ ਨੇ, ਜਿੰਨੀਆਂ ਚਤੁਰਾਈਆਂ ਨੇ, ਮਹਾਰਾਜ ਕਹਿੰਦੇ ਸਭ ਉਹ ਪ੍ਰਮਾਤਮਾ ਦੇ ਹੱਥਾਂ ਵਿੱਚ ਹੈ। ਜੇ ਪ੍ਰਮਾਤਮਾ ਜੀਵ ਨੂੰ ਸਿਆਣਪ ਦੇਵੇ ਤਾਂ ਹੀ ਸਾਧ ਸੰਗਤ ਜੀ ਸਿਆਣਪ ਉਹਦੀ ਕੰਮ ਕਰਦੀ ਹੈ। ਨਹੀਂ ਤੇ ਬੜੀ ਬੜੀਆਂ ਸਿਆਣਪਾਂ ਵਾਲੇ ਵੀ ਸਮਾਂ ਆਉਣ ਤੇ ਸਾਧ ਸੰਗਤ ਜੀ ਮੂਰਖ ਬਣ ਜਾਂਦੇ ਹੈ, ਬੇਸਮਝ ਬਣ ਜਾਂਦੇ। ਚੰਗੇ ਚੰਗੇ ਸਮਝਦਾਰ ਮਨੁੱਖ ਵੀ ਸਮਾਂ ਆਉਣ ਤੇ ਕਈ ਵਾਰ ਪਜਲ ਜਾਂਦੇ ਆ, ਪਤਾ ਹੀ ਨਹੀਂ ਲੱਗਦਾ। ਇਸ ਕਰਕੇ ਮਹਾਰਾਜ ਕਹਿੰਦੇ ਸਾਰੀਆਂ ਜੁਗਤੀਆਂ ਜਿੰਨੀਆਂ ਵੀ ਸਿਆਣਪਾਂ ਚਤੁਰਾਈਆਂ ਨੇ ਉਹ ਸਭ ਪਰਮਾਤਮਾ ਦੇ ਹੱਥਾਂ ਵਿੱਚ ਹੈ। ਆਪਣਾ ਜੀਵ ਦਾ ਕੋਈ ਚਾਰਾ ਨਹੀਂ ਹੈ, ਸਭ ਵੇਦਾਂ ਬਣਾਉਣ ਵਾਲਾ ਉਹ ਪਰਮਾਤਮਾ ਆਪ ਹੈ। ਅੰਤਰ ਬਾਹਰ ਜਾਣਹੁ ਸਾਥ। ਉਸ ਵਾਹਿਗੁਰੂ ਨੂੰ ਆਪਣੇ ਹਿਰਦੇ ਰੂਪ ਘਰ ਅੰਦਰ ਵਿੱਚ ਤੇ ਬਾਹਰ ਸੰਸਾਰ ਬ੍ਰਹਮਾਂਡ ਦੇ ਵਿੱਚ ਨਿਸ਼ਚਿਤ ਕਰਕੇ ਜਾਣ ਕਿ ਜੋ ਸਭ ਜੀਵਾਂ ਦੇ ਵਿੱਚ ਉਹ ਮੇਰੇ ਅੰਦਰ ਵੀ ਪਰਮਾਤਮਾ ਦੀ ਜੋਤ ਹੈ। ਰੱਬ ਦਾ ਭੈ ਮੰਨਿਆ ਕਰ। ਐ ਮਨਾ ਤੂੰ ਐਵੇਂ ਬਾਰ-ਬਾਰ ਹੰਕਾਰ ਕਰਦਾ ਰਹਿੰਦਾ, ਪਰਮੇਸ਼ਰ ਦਾ ਭੈ ਮੰਨਿਆ ਕਰਕੇ ਤੇਰੇ ਅੰਦਰ ਦੀ ਹਰ ਇੱਕ ਹਰਕਤ ਨੂੰ ਪਰਮੇਸ਼ਰ ਪਹਿਚਾਣਦਾ ਹੈ। ਭਾਵੇਂ ਕੋਈ ਚੰਗੀ ਹੈ ਚਾਹੇ ਮੰਦੀ ਹੈ, ਜਿਹੋ ਜਿਹੇ ਕਰਮ ਕਰਦਾ ਹੈ ਪਰਮਾਤਮਾ ਹਰ ਸਮੇਂ ਤੈਨੂੰ ਦੇਖਦਾ ਹੈ, ਹਰ ਸਮੇਂ ਸੁਣਦਾ ਵੀ ਹੈ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਅੰਤਰ ਬਾਹਰ ਜਾਣਹੁ ਸਾਥ। ਉਸ ਵਾਹਿਗੁਰੂ ਨੂੰ ਸਭ ਥਾਵਾਂ ਤੇ ਨਿਸ਼ਚਿਤ ਕਰਕੇ ਜਾਣ, ਅੰਦਰ ਐਸ ਲੋਕ ਵਿੱਚ ਵੀ ਤੇ ਬਾਹਰ ਪਰਲੋਕ ਵਿੱਚ ਵੀ। ਸਰਬ ਵਿਆਪਕ ਉਹ ਪਰਮਾਤਮਾ ਦਾ ਸਰੂਪ ਹੈ। ਗੁਣ ਨਿਧਾਨ ਬੇਅੰਤ ਅਪਾਰ। ਸ਼ੁਭ ਗੁਣਾਂ ਦਾ ਖਜ਼ਾਨਾ ਤੇ ਮਹਾਰਾਜ ਕਹਿੰਦੇ ਅਪਾਰ, ਉਰਾਰ ਪਾਰ ਤੋਂ ਪਰੇ ਉਹ ਪਰਮਾਤਮਾ ਬੇਅੰਤਾ ਸਰੂਪ ਹੈ, ਜਿਹਦਾ ਕੋਈ ਅੰਤ ਨਹੀਂ ਪਾਇਆ ਜਾ ਸਕਦਾ। ਐਸੇ ਸ਼ੁਭ ਗੁਣਾਂ ਰੂਪ ਖਜ਼ਾਨਿਆਂ ਦੇ ਨਾਲ ਉਹ ਪਰਮਾਤਮਾ ਲੱਬਾ ਲੱਭ ਭਰਿਆ ਹੈ। ਕਦੇ ਵੀ ਸਾਧ ਸੰਗਤ ਜੀ ਮੁੱਕਦੇ ਹੀ ਨਹੀਂ ਹੈ। ਐਸਾ ਪਰਮਾਤਮਾ ਦਾ ਨਾਮ ਰੂਪੀ ਖਜ਼ਾਨਾ ਹੈ। ਨਾਨਕ ਦਾਸ ਸਦਾ ਬਲਿਹਾਰ। ਸਤਿਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹ ਕਹਿੰਦੇ ਐ ਜੀਵ ਦਾਸਾ ਭਾਵ ਧਾਰਨ ਕਰਕੇ ਪਰਮਾਤਮਾ ਤੋਂ ਸਦਾ ਸਦਾ ਬਲਿਹਾਰ ਜਾਣਾ ਕਰ। ਆਪਣਾ ਬਲ ਹਾਰ ਕੇ ਪਰਮੇਸ਼ਰ ਤੋਂ ਕੁਰਬਾਨ ਜਾਇਆ ਕਰ। ਪੂਰਨ ਪੂਰ ਰਹੇ ਦਇਆਲ। ਉਹ ਦਿਆਲੂ ਪਰਮਾਤਮਾ ਸਰਬ ਜੀਵਾਂ ਵਿੱਚ ਪਰਿਪੂਰਵਕ ਹੋ ਰਿਹਾ ਹੈ। ਸਭ ਜੀਵਾਂ ਵਿੱਚ ਲੱਭਾ ਲੱਭੋ ਪਰਮਾਤਮਾ ਦੀ ਹੀ ਜੋਤ ਭਰੀ ਹੋਈ ਹੈ। ਇੱਕ ਪਰਮਾਤਮਾ ਦੀ ਜੋਤ ਹੈ ਜੋ ਸਰਬ ਜੀਵਾਂ ਦੇ ਵਿੱਚ ਪਰਿਪੂਰਵਕ ਹੋ ਰਹੀ ਹੈ। ਇੱਕ ਪਰਮਾਤਮਾ ਹੀ ਹੈ ਜੋ ਸਭ ਜੀਵਾਂ ਰੂਪ ਹੋ ਕਰਕੇ ਪ੍ਰਕਾਸ਼ ਕਰ ਰਿਹਾ ਹੈ। ਸਭ ਉਪਰ ਹੋਵਤ ਕਿਰਪਾਲ। ਸਰਬ ਜੀਵਾਂ ਦੇ ਉੱਪਰ ਉਹ ਪਰਮਾਤਮਾ ਕਿਰਪਾਲੂ ਹੋ ਰਿਹਾ ਹੈ। ਇਹ ਸਾਧ ਸੰਗਤ ਜੀ, ਜਿਵੇਂ ਇੱਕ ਪਿਤਾ ਹੁੰਦਾ ਹੈ ਨਾ, ਪਿਤਾ ਆਪਣੀ ਔਲਾਦ ਧੀਆਂ ਪੁੱਤਰਾਂ ਦੇ ਸਭ ਦੇ ਉੱਪਰ ਪਿਆਰ ਕਰਦਾ ਹੈ, ਸਭ ਦੇ ਨਾਲ ਡਾਢਾ ਪਿਆਰ ਕਰਦਾ ਹੈ। ਪਰ ਜਿਹੜਾ ਪਿਤਾ ਦੀ ਆਗਿਆ ਵਿੱਚ ਰਹੇ ਉਹਦੇ ਤੇ ਜ਼ਿਆਦਾ ਖੁਸ਼ੀ ਹੁੰਦੀ ਹੈ।
ਉਹ ਪਿਤਾ ਦੀ ਗੋਦ ਦਾ ਆਨੰਦ ਉਹ ਹੀ ਮਾਣ ਸਕਦਾ ਨਾ ਜੋ ਪਿਤਾ ਦੀ ਆਗਿਆ ਵਿੱਚ ਰਹਿੰਦਾ। ਜੋ ਬਚਨਾਂ ਦੀ ਅਦੂਲਗੀ ਕਰਦਾ ਹੈ, ਬਚਨ ਸਤ ਕਰਕੇ ਮੰਨਦਾ ਨਹੀਂ, ਉਹ ਕਦੇ ਪਿਤਾ ਦੀ ਗੋਦ ਦਾ ਨਿੱਘ ਨਹੀਂ ਮਾਣ ਸਕਦਾ। ਇਸੇ ਤਰ੍ਹਾਂ ਮਹਾਰਾਜ ਕਹਿੰਦੇ ਜਗਤ ਰੂਪ ਬਾਲਕ ਨੂੰ ਪੈਦਾ ਕਰਨ ਵਾਲਾ ਹੈ ਪਰਮਾਤਮਾ ਰੂਪ ਪਿਤਾ, ਤੇ ਜਿਸ ਨੇ ਸਾਰੇ ਜਗਤ ਰੂਪ ਬਾਲਕ ਨੂੰ ਪੈਦਾ ਕੀਤਾ। ਜੋ ਜੀਵ ਪਰਮਾਤਮਾ ਦੀ ਰਜ਼ਾ ਵਿੱਚ ਰਹਿ ਕੇ ਜੀਵਨ ਨਿਰਵਾਹ ਕਰਦਾ ਹੈ, ਉਹ ਵਾਹਿਗੁਰੂ ਜੀ ਦੀ ਜੋਤ ਰੂਪ ਗੋਦ ਦਾ, ਪਰਮਾਤਮਾ ਦੇ ਸਰੂਪ ਰੂਪ ਗੋਦ ਦਾ ਨਿੱਘ ਮਾਣਦਾ, ਬ੍ਰਹਮਾਨੰਦ ਮਾਣ ਲੈਂਦਾ ਹੈ। ਪਰ ਜੋ ਪਰਮਾਤਮਾ ਦੀ ਰਜ਼ਾ ਨਹੀਂ ਮੰਨਦਾ, ਮਹਾਰਾਜ ਸਾਹਿਬ ਜੀ ਦੇ ਹੁਕਮ ਦੀ ਅਦੂਲਗੀ ਕਰਦਾ ਹੈ, ਉਹ ਫਿਰ ਵਿਛੜ ਕੇ ਜਮਾਂ ਦੀਆਂ ਚੋਟਾਂ ਖਾਂਦਾ, ਉਹ ਫਿਰ ਠੋਕਰਾਂ ਖਾਂਦਾ ਰਹਿੰਦਾ ਹੈ। ਆਪਣੇ ਭਾਣਿਆ ਜੋ ਚੱਲਿਆ ਭਾਈ ਵਿਛੜ ਚੋਟਾਂ ਖਾਵੇ ਹੈ। ਭਾਵੇਂ ਸਾਰੀ ਰਾਇਆ ਪਰਮਾਤਮਾ ਦੀ ਪੈਦਾ ਕੀਤੀ ਹੈ, ਪਰ ਮਹਾਰਾਜ ਕਹਿੰਦੇ ਮਨਮਤਾਂ ਕਰਨੇ ਕਰਕੇ ਜੀਵ ਵਾਹਿਗੁਰੂ ਜੀ ਤੋਂ ਵਿਛੜ ਜਾਂਦਾ ਹੈ। ਸਤਿਗੁਰੂ ਜੀ ਬਖਸ਼ਿਸ਼ ਕਰ ਰਹੇ ਹੈ। ਸਭ ਦੇ ਉੱਪਰ ਕਿਰਪਾਲਤਾ ਕਰਨ ਵਾਲਾ ਕਿਰਪਾਲੂ ਪਰਮੇਸ਼ਰ ਆਪ ਹੈ। ਆਪਣੇ ਕਰਤੱਵ ਜਾਣੈ ਆਪ। ਜਿੰਨੇ ਵੀ ਸੰਸਾਰ ਦੇ ਅੰਦਰ ਕਰਤੱਵ ਹੋ ਰਹੇ ਹੈ, ਜਿੰਨੇ ਵੀ ਕੌਤਕ ਹੋ ਰਹੇ ਹਨ, ਸਭ ਨੂੰ ਕਰਨ ਵਾਲਾ ਤੇ ਜਾਣਨ ਵਾਲਾ ਪਰਮੇਸ਼ਰ ਆਪ ਹੈ। ਜੀਵ ਦਾ ਆਪਣਾ ਕੋਈ ਚਾਰਾ ਨਹੀਂ ਹੈ, ਕਿਉਂਕਿ ਸਾਡੀ ਸੋਚ ਤੋਂ ਬਹੁਤ ਪਰੇ ਹੈ। ਇੰਨਾ ਕੁ ਪਰੇ ਹੈ ਕਿ ਅੰਦਾਜ਼ਾ ਵੀ ਲਗਾਉਣਾ ਸਾਡੇ ਵਾਸਤੇ ਕਠਿਨ ਹੈ, ਔਖਾ ਹੈ, ਮੁਸ਼ਕਲ ਹੈ, ਨਾਮੁਮਕਿਨ ਕਹਿ ਲਈਏ। ਸਾਧ ਸੰਗਤ ਜੀ, ਪਰਮਾਤਮਾ ਦੇ ਕਰਤੱਵਾਂ ਨੂੰ ਜਾਣਨਾ ਸਾਡੇ ਵੱਸੋਂ ਬਹੁਤ ਬਾਹਰਾ ਹੈ, ਬਹੁਤ ਦੂਰ ਹੈ। ਆਪਣੇ ਬਲ ਦੇ ਨਾਲ ਕੋਈ ਜਾਣੀ ਨਹੀਂ ਜਾ ਸਕਦਾ ਪਰਮਾਤਮਾ ਜੀ ਦੇ ਕਰਤੱਵਾਂ ਨੂੰ। ਛਿਨ ਮਾਤਰ ਸਮੇਂ ਵਿੱਚ ਪਰਮਾਤਮਾ ਜੋ ਸ੍ਰਿਸ਼ਟੀ ਨੂੰ ਬਣਾਉਣ ਵਾਲਾ ਹੈ, ਸਭ ਜੀਵਾਂ ਵਿੱਚ ਜੋਤ ਰੂਪ ਹੋ ਕਰਕੇ ਵਰਤਣ ਵਾਲਾ ਹੈ, ਸਭ ਦੀ ਪਰਵਰਿਸ਼ ਕਰਨ ਵਾਲਾ ਹੈ। ਛਿਨ ਮਾਤਰ ਸਮੇਂ ਵਿੱਚ ਚਾਹੇ ਤੇ ਥਲਾਂ ਦੀ ਥਾਂ ਤੇ ਪਾਣੀ ਕਰ ਦੇਵੇ, ਪਾਣੀ ਦੀ ਥਾਂ ਤੇ ਥਲ ਹੀ ਥਲ ਕਰ ਦੇਵੇ। ਤੇ ਕਿਵੇਂ ਕੋਈ ਪਰਮਾਤਮਾ ਦੇ ਸਾਧ ਸੰਗਤ ਜੀ ਕਰਤੱਵ ਜਾਣ ਸਕਦਾ ਹੈ? ਚਾਹੇ ਤਾਂ ਭੇਖਾਰੀ ਤੇ ਰਾਜ ਕਰਾਵੇ, ਰਾਜਾ ਤੇ ਭੇਖਾਰੀ, ਖਲ ਮੂਰਖ ਤੇ ਪੰਡਿਤ ਕਰਬੋ, ਪੰਡਿਤ ਤੇ ਮੁਗਧਾਰੀ। ਪਰਮਾਤਮਾ ਚਾਹੇ ਤੇ ਮੂਰਖਾਂ ਨੂੰ ਵਿਦਵਾਨ ਛਿਨ ਮਾਤਰ ਸਮੇਂ ਵਿੱਚ ਬਣਾ ਦੇਵੇ, ਚਾਹੇ ਤੇ ਚੰਗੇ ਚੰਗੇ ਸਾਧ ਸੰਗਤ ਜੀ ਵਿਦਵਾਨ ਉਹਨਾਂ ਨੂੰ ਮੂਰਖ ਬਣਾ ਦੇਵੇ ਛਿਨ ਮਾਤਰ ਸਮੇਂ ਵਿੱਚ। ਇਹ ਵਾਹਿਗੁਰੂ ਦੇ ਕਰਤੱਵਾਂ ਨੂੰ ਕੌਣ ਜਾਣ ਸਕਦਾ ਹੈ? ਮਹਾਰਾਜ ਸਾਹਿਬ ਜੀ ਨੇ ਫਰਮਾਨ ਕੀਤਾ ਹੈ, ਹਰ ਕੀ ਗਤ ਨਹਿ ਕੋ ਜਾਣੈ, ਜੋਗੀ ਜਤੀ ਤਪੀ ਪਚ ਹਾਰੇ, ਆਰ ਬਹੁ ਲੋਕ ਸਿਆਣੇ। ਭਾਵੇਂ ਬੜੇ ਬੜੇ ਜੋਗੀ ਹੋਏ ਹੈ, ਜਪੀ ਹੋਏ ਹੈ, ਤਪ ਕਰਨ ਵਾਲੇ ਤਪਸਵੀ ਵੀ ਹੋਏ ਹਨ, ਰਿਖੀ ਮੁਨੀ ਵੀ ਹੋਏ ਹੈ, ਪਰ ਪਰਮਾਤਮਾ ਦੇ ਕਰਤੱਵਾਂ ਨੂੰ ਕੌਣ ਜਾਣ ਸਕਦਾ? ਕਿਸੇ ਵੀ ਬਲ ਨਹੀਂ ਹੈ। ਮਹਾਰਾਜ ਕਹਿੰਦੇ ਉਹ ਪਰਮਾਤਮਾ ਆਪ ਹੀ ਜਾਣਨਹਾਰਾ ਹੈ। ਅੰਤਰਜਾਮੀ ਰਹਿਓ ਵਿਆਪ। ਉਹ ਪਰਮਾਤਮਾ ਅੰਤਰਜਾਮੀ ਹੈ, ਸਰਬ ਵਿਆਪਕ ਹੈ, ਸਭ ਜੀਵਾਂ ਦੇ ਅੰਦਰ ਵਰਤ ਰਿਹਾ ਹੈ। ਤਾਣੇ ਪੇਟੇ ਦੀ ਤਰ੍ਹਾਂ ਪਰਮਾਤਮਾ ਵਿਆਪਕ ਹੋ ਰਿਹਾ ਹੈ। ਪ੍ਰਤਪਾਲੈ ਜੀਅਨ ਬਹੁ ਭਾਤ। ਬਹੁਤੀ ਤਰ੍ਹਾਂ ਕਰਕੇ ਪਰਮਾਤਮਾ ਬਹੁਤੀਆਂ ਵਿਧਾਂ ਦੁਆਰਾ ਜੀਵਾਂ ਦੀ ਪ੍ਰਤਪਾਲਣਾ ਕਰ ਰਿਹਾ ਹੈ। ਜਾਂ ਨਾਨਾ ਪ੍ਰਕਾਰ ਦੇ ਪੈਦਾ ਕੀਤੇ ਹੋਏ ਜੀਵ ਜੰਤੂ ਹੈ, ਸਭ ਦੀ ਪਰਵਰਿਸ਼ ਪਰਮਾਤਮਾ ਆਪ ਕਰ ਰਿਹਾ ਹੈ। ਕੋਈ ਨਾ ਕੋਈ ਵਿਧ ਪਰਮਾਤਮਾ ਨੇ ਬਣਾਈ ਹੈ ਜੀਵਾਂ ਦੀ ਪਰਵਰਿਸ਼ ਹੋਣ ਦੇ ਵਾਸਤੇ, ਜੀਵਾਂ ਨੂੰ ਆਹਾਰ ਮਿਲਣ ਦੇ ਵਾਸਤੇ। ਜੀਆਂ ਕਾ ਆਹਾਰ ਜੀਅ, ਕਈ ਤਾਂ ਜੀਵਾਂ ਦੇ ਆਹਾਰ ਪਰਮਾਤਮਾ ਨੇ ਜੀਵ ਬਣਾਏ ਹੋਏ ਹੈ। ਇਸ ਪ੍ਰਕਾਰ ਸਾਧ ਸੰਗਤ ਜੀ, ਮਾਸ ਖਾਣ ਵਾਲੇ ਉਹ ਮਾਸ ਖਾਂਦੇ ਹੈ, ਸ਼ਾਕਾਹਾਰੀ ਉਹ 36 ਪ੍ਰਕਾਰ ਦੇ ਤਰ੍ਹਾਂ ਤਰ੍ਹਾਂ ਦੇ ਭੋਜਨ ਛਕਦੇ ਹੈ। ਮਹਾਰਾਜ ਕਹਿੰਦੇ ਪਰਮਾਤਮਾ ਨੇ ਕੋਈ ਨਾ ਕੋਈ ਵਿਧ ਜ਼ਰੂਰ ਬਣਾਈ ਜੀਵ ਦੇ ਵਾਸਤੇ। ਜਿਸ ਜੀਵ ਨੂੰ ਪੈਦਾ ਕਰਦਾ ਉਹਦਾ ਫਿਕਰ ਦੇ ਨਾਲ ਪਰਮਾਤਮਾ ਰਿਜ਼ਕ ਪਹਿਲਾਂ ਪੈਦਾ ਕਰ ਦਿੰਦਾ। ਮਹਾਰਾਜ ਸਾਹਿਬ ਜੀ ਨੇ ਫਰਮਾਨ ਕੀਤਾ ਨਾ, ਪਹਿਲੋ ਦੇ ਤੈ ਰਿਜ਼ਕ ਸੰਭਾਹਾ, ਪਿੱਛੋਂ ਦੇ ਤੈ ਜੰਤ ਉਪਾਹਾ। ਜੀਵ ਦਾ ਬਾਅਦ ਵਿੱਚ ਜਨਮ ਹੁੰਦਾ, ਮਹਾਰਾਜ ਕਿੰਨਾ ਆਪ ਜੀ ਨੂੰ ਫਿਕਰ ਹੈ। ਪਹਿਲਾਂ ਮਾਤਾ ਦੇ ਆਸਨਾਂ ਦੇ ਵਿੱਚ ਦੁੱਧ ਪੈਦਾ ਹੋ ਜਾਂਦਾ ਹੈ, ਕਿੰਨਾ ਉਹ ਪਰਮਾਤਮਾ ਜੀ ਨੂੰ ਫਿਕਰ ਹੈ। ਇਸ ਕਰਕੇ ਪਾਤਸ਼ਾਹ ਜੀ ਨੇ ਫਰਮਾਨ ਕੀਤਾ, ਪ੍ਰਤਪਾਲੈ ਜੀਅਨ ਬਹੁ ਭਾਤ। ਬਹੁਤੀ ਤਰ੍ਹਾਂ ਕਰਕੇ ਨਾਨਾ ਪ੍ਰਕਾਰ ਦੇ ਪੈਦਾ ਕੀਤੇ ਹੋਏ ਜੀਵਾਂ ਨੂੰ ਵਾਹਿਗੁਰੂ ਆਪ ਹੀ ਪਾਲ ਰਿਹਾ ਹੈ। ਜੋ ਜੋ ਰਚਿਓ ਸੋ ਤਿਸਹਿ ਧਿਆਤ। ਜੋ ਜੋ ਵੀ ਜੀਵ ਪਰਮਾਤਮਾ ਨੇ ਰਚਿਆ ਪੈਦਾ ਕੀਤਾ,
ਉਹ ਸਭ ਪਰਮਾਤਮਾ ਨੂੰ ਹੀ ਧਿਆ ਰਹੇ ਹਨ। ਪਰ ਮਹਾਰਾਜ ਕਹਿੰਦੇ ਆਪੋ ਆਪਣੇ ਦੇਖਣਾ ਤੇ ਸੁਣਨ ਦਾ ਨਜ਼ਰੀਆ ਹੈ। ਜਿਵੇਂ ਲੋਭੀ ਬੰਦਾ ਲੋਭ ਦੀ ਨਿਗਾਹ ਦੇ ਨਾਲ ਦੇਖਦਾ ਹੈ, ਹੰਕਾਰੀ ਬੰਦਾ ਹੰਕਾਰ ਦੀ ਨਿਗਾਹ ਦੇ ਨਾਲ ਦੇਖਦਾ, ਇਸੇ ਤਰ੍ਹਾਂ ਸੁਣਨ ਵਾਲਿਆਂ ਸਰੋਤਿਆਂ ਦੇ ਆਪੋ ਆਪਣੇ ਕਰਮ ਹੈ, ਆਪੋ ਆਪਣੇ ਸਾਧ ਸੰਗਤ ਜੀ ਸੁਣਨ ਦਾ ਬਲ ਹੈ। ਤੇ ਮਹਾਰਾਜ ਸਾਹਿਬ ਜੀ ਦਾ ਫਰਮਾਨ ਆਉਂਦਾ ਹੈ, ਜੋ ਬੋਲਤ ਹੈ ਮ੍ਰਿਗ ਮੀਨ ਪੰਖੇਰੂ, ਸੋ ਬਿਨ ਹਰ ਜਾਪਤ ਹੈ ਨਹੀਂ ਹੋਰ। ਭਾਵੇਂ ਮੋਰ ਹੈ, ਪੰਛੀ ਹੈ, ਕੋਈ ਵੀ ਜੀਵ ਹੈ, ਸਾਰੇ ਕਹਿੰਦੇ ਰੱਬ ਦਾ ਹੀ ਨਾਮ ਜਪ ਰਹੇ ਹੈ। ਆਪੋ ਆਪਣੀ ਬੋਲੀ ਵਿੱਚ, ਆਪੋ ਆਪਣੀ ਭਾਸ਼ਾ ਦੇ ਵਿੱਚ ਪਰਮਾਤਮਾ ਨੂੰ ਚੇਤੇ ਕਰ ਰਹੇ ਹੈ, ਪਰਮੇਸ਼ਰ ਦਾ ਚਿੰਤਨ ਕਰ ਰਹੇ ਹਨ। ਜਿਵੇਂ ਇੱਕ ਤਿੱਤਰ ਬੋਲਿਆ ਨਾ ਸਵੇਰ ਦੇ ਸਮੇਂ, ਤੇ ਪਹਿਲਵਾਨ ਨੇ ਸਾਧ ਸੰਗਤ ਜੀ ਆਪਣੀ ਜੋ ਆਵਾਜ਼ ਉਹਦੇ ਵਿੱਚੋਂ ਸੁਣਨ ਦਾ ਬਲ ਜਿਹੜਾ ਸੀ ਆਪਣੇ ਸੁਭਾਅ ਦੇ ਨਾਲ ਉਸਨੇ ਕੱਢ ਲਿਆ, ਬਾਣੀਏ ਨੇ ਆਪਣੇ ਸੁਭਾਅ ਦੇ ਨਾਲ ਕੱਢ ਲਿਆ। ਇਹ ਕਹਿੰਦਾ ਲੂਣ ਮਿਰਚ ਤੇਲ ਵਿੱਚ ਨਾ ਕਰ, ਇੱਦਾਂ ਕਹਿੰਦੇ ਕਿ ਉਹ ਆਪਣੇ ਸੁਭਾਅ ਦੇ ਨਾਲ ਕਹਿੰਦਾ। ਤੇ ਪਹਿਲਵਾਨ ਕਹਿੰਦਾ ਘਿਓ ਖੰਡ ਖਾ ਖੁਸ਼ਤੀ ਕਰ, ਘਿਓ ਖੰਡ ਖਾ ਖੁਸ਼ਤੀ ਕਰ, ਕਿ ਤਿੱਤਰ ਇਹ ਬੋਲਦਾ ਪਿਆ। ਤੇ ਜਿਹੜਾ ਬੰਦਗੀ ਕਰਨ ਵਾਲਾ ਬ੍ਰਹਮ ਵੇਤਾ, ਉਸ ਨੂੰ ਕਿਸੇ ਨੇ ਪੁੱਛਿਆ ਕਿ ਤਿੱਤਰ ਕੀ ਬੋਲਦਾ, ਕਹਿੰਦੇ ਕਿ ਤਿੱਤਰ ਕਹਿੰਦਾ ਕਿ ਸੁਭਾਨ ਤੇਰੀ ਕੁਦਰਤ, ਸੁਭਾਨ ਤੇਰੀ ਕੁਦਰਤ। ਉਹ ਰੱਬ ਨੂੰ ਚੇਤੇ ਕਰਨ ਵਾਲਾ ਰੱਬ ਦਾ ਨਾਮ ਹੀ ਸੁਣਦਾ ਹੈ। ਭਾਵੇਂ ਕਿਸੇ ਵੀ ਆਕਾਰ ਦੇ ਵਿੱਚ, ਕਿਸੇ ਵੀ ਢੰਗ ਤਰੀਕੇ ਦੇ ਨਾਲ ਕੋਈ ਬੋਲਦਾ, ਮਹਾਰਾਜ ਕਹਿੰਦੇ ਜਾਣੋ ਕਿ ਜੋ ਜੋ ਰਚਿਓ ਸੋ ਤਿਸਿ ਧਿਆਤ, ਜੋ ਜੋ ਵੀ ਵਾਹਿਗੁਰੂ ਜੀ ਨੇ ਜੀਵ ਪੈਦਾ ਕੀਤਾ ਸਭ ਪਰਮੇਸ਼ਰ ਨੂੰ ਹੀ ਧਿਆ ਰਹੇ ਹੈ। ਜਿਸ ਭਾਵੈ ਤਿਸ ਲਏ ਮਿਲਾਏ, ਪਰਮਾਤਮਾ ਨੂੰ ਜਿਸ ਜੀਵ ਦੀ ਭਾਵਨਾ ਭਾ ਜਾਂਦੀ ਹੈ, ਉਸ ਨੂੰ ਆਪਣੇ ਸਰੂਪ ਦੇ ਵਿੱਚ ਮਿਲਾ ਲੈਂਦਾ ਹੈ। ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਨੂੰ ਪਿਆਰ ਭਾ ਜਾਵੇ ਤੇ ਆਪਣੇ ਵਿੱਚ ਲੀਨ ਕਰ ਲੈਂਦਾ ਹੈ। ਭਗਤ ਕਰਹਿ ਹਰਿ ਕੇ ਗੁਣ ਗਾਏ, ਮਹਾਰਾਜ ਕਹਿੰਦੇ ਉਹ ਗੁਰਮੁਖ ਪਿਆਰਾ ਬੰਦਗੀ ਕਰਨ ਵਾਲਾ ਪਰਮੇਸ਼ਰ ਦੀ ਭਗਤੀ ਕਰਦਾ ਹੈ, ਵਾਹਿਗੁਰੂ ਜੀ ਦੇ ਗੁਣਾਂ ਨੂੰ ਗਾਉਂਦਾ ਹੈ। ਮਨ ਅੰਤਰ ਵਿਸ਼ਵਾਸ ਕਰ ਮਾਨਿਆ, ਉਸ ਨੇ ਆਪਣੇ ਮਨ ਦੇ ਵਿੱਚ ਪਰਮਾਤਮਾ ਦੇ ਅਕਾਲ ਪੁਰਖ ਵਾਹਿਗੁਰੂ ਜੀ ਦੇ ਸਰੂਪ ਤੇ ਵਿਸ਼ਵਾਸ ਕਰਨਾ ਕੀਤਾ, ਕਿਉਂਕਿ ਭਰੋਸਾ ਹੋਣਾ ਵੀ ਸਾਧ ਸੰਗਤ ਜੀ ਬੜੀ ਵੱਡੀ ਅਮੁੱਲਕ ਦਾਤ ਹੈ। ਅਸੀਂ ਦਰ ਦਰ ਤੇ ਠੋਕਰਾਂ ਖਾਂਦੇ ਫਿਰਦੇ ਹਾਂ, ਦਰ ਦਰ ਤੇ ਕਦੇ ਕਿਸੇ ਦਰ ਤੇ ਨੱਕ ਰਗੜਦੇ ਫਿਰਦੇ ਹਾਂ, ਕਿਉਂਕਿ ਸਾਨੂੰ ਵਿਸ਼ਵਾਸ ਨਹੀਂ ਮਹਾਰਾਜ ਸਾਹਿਬ ਜੀ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਉੱਪਰ। ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਜੀ ਦੇ ਸਾਨੂੰ ਲੜ ਲਗਾਇਆ ਗੁਰੂ ਕਲਗੀਧਰ ਪਿਤਾ ਮਹਾਰਾਜ ਜੀ ਨੇ। ਮਹਾਰਾਜ ਕਹਿੰਦੇ ਜਿਨ੍ਹਾਂ ਦੇ ਹਿਰਦੇ ਅੰਦਰ ਪਰਮਾਤਮਾ ਨੇ ਵਿਸ਼ਵਾਸ ਬਖਸ਼ਿਸ਼ ਕੀਤਾ ਹੈ, ਉਹ ਇੱਕ ਚਿੱਤ ਹੋ ਕੇ ਪਰਮਾਤਮਾ ਦਾ ਹੀ ਦਰ ਧਾਰਨ ਕਰਦੇ ਹੈ। ਮਨ ਅੰਤਰ ਵਿਸ਼ਵਾਸ ਕਰ ਮਾਨਿਆ, ਕਿ ਸਾਡੇ ਹਿਰਦੇ ਅੰਦਰ ਹੀ ਪਰਮਾਤਮਾ ਜੋਤ ਰੂਪ ਹੋ ਕਰਕੇ ਪ੍ਰਕਾਸ਼ ਕਰ ਰਿਹਾ ਹੈ। ਨਿਸ਼ਚੈ ਕਰਕੇ ਮਨ ਕਰਕੇ ਗੁਰਮੁਖਾਂ ਨੇ ਮੰਨਿਆ ਹੈ। ਕਰਨਹਾਰ ਨਾਨਕ ਇੱਕ ਜਾਣਿਆ, ਹਜੂਰ ਕਹਿੰਦੇ ਇੱਕ ਕਰਨਹਾਰੇ ਪਰਮਾਤਮਾ ਨੂੰ ਗੁਰਮੁਖਾਂ ਨੇ ਜਾਣਿਆ, ਜਿਨ੍ਹਾਂ ਦਾ ਮਨ ਵਾਹਿਗੁਰੂ ਦੇ ਸਰੂਪ ਦੇ ਵਿੱਚ ਮੰਨ ਗਿਆ ਹੈ, ਜਿਨ੍ਹਾਂ ਨੂੰ ਪੂਰਨ ਵਿਸ਼ਵਾਸ ਮਹਾਰਾਜ ਨੇ ਕਰਾ ਦਿੱਤਾ ਹੈ। ਜਨ ਲਾਗਾ ਹਰ ਏਕੈ ਨਾਏ, ਜੋ ਪਰਮੇਸ਼ਰ ਦਾ ਜਨ ਬਣ ਜਾਂਦਾ ਉਹ ਕੇਵਲ ਇੱਕ ਨਾਮ ਦੇ ਨਾਲ ਹੀ ਲੱਗਦਾ, ਨਾਮ ਤੋਂ ਬਿਨਾਂ ਕੁਝ ਮਨ ਨੂੰ ਚੰਗਾ ਨਹੀਂ ਲੱਗਦਾ। ਇਹ ਨਿਸ਼ਚੈ ਕਰਕੇ ਧਾਰਨ ਕਰਦਾ ਕਿ ਨਾਮ ਹੀ ਮੇਰੀ ਸੋਭਾ ਹੈ, ਨਾਮ ਹੀ ਮੇਰੇ ਲਈ ਵਡਿਆਈ ਹੈ, ਨਾਮ ਹੀ ਮੇਰਾ ਪ੍ਰਤਾਪ ਹੈ, ਨਾਮ ਹੀ ਮੇਰੇ ਮਾਤਾ ਪਿਤਾ, ਨਾਮ ਹੀ ਮੇਰਾ ਸੰਗੀ ਸਾਥੀ ਹੈ, ਨਾਮ ਹੀ ਮੇਰਾ ਸ਼੍ਰੋਮਣੀ ਗਹਿਣਾ ਹੈ। ਨਿਸ਼ਚੈ ਕਰਕੇ ਧਾਰਨ ਕਰ ਲੈਂਦਾ ਕਿ ਪਰਮੇਸ਼ਰ ਦਾ ਨਾਮ ਹੀ ਮੇਰੇ ਜੀਵਨ ਦਾ ਆਧਾਰ ਹੈ, ਮੇਰਾ ਲਕਸ਼ ਪਰਮੇਸ਼ਰ ਦੀ ਪ੍ਰਾਪਤੀ ਹੈ ਤੇ ਨਾਮ ਤੋਂ ਬਿਨਾਂ ਮੈਨੂੰ ਮਿਲ ਹੀ ਨਹੀਂ ਸਕਦਾ। ਐਸਾ ਗੁਰਮੁਖਾਂ ਨੇ ਮਹਾਰਾਜ ਕਹਿੰਦੇ ਨਿਸ਼ਚੈ ਕਰਕੇ ਧਾਰਨ ਕੀਤਾ, ਨਾਮ ਦੇ ਪੱਲੇ ਨਾਲ ਹੀ ਹਰ ਸਮੇਂ ਲੱਗੇ ਰਹਿੰਦੇ ਆ। ਤਿਸ ਕੀ ਆਸ ਨਾ ਬਿਰਥੀ ਜਾਏ, ਉਹ ਵਾਹਿਗੁਰੂ ਦੇ ਪਿਆਰੇ ਦੀ ਆਸਾ ਕਦੇ ਵਿਅਰਥ ਨਹੀਂ ਜਾਂਦੀ। ਇੱਕ ਚਿੱਤ ਹੋ ਕੇ ਮਨ ਦੇ ਵਿੱਚ ਫੁਰਨਾ ਕਰ ਲਵੇ ਉਹ ਵੀ ਪੂਰਾ ਹੋ ਜਾਂਦਾ ਹੈ। ਜੋ ਪਰਮੇਸ਼ਰ ਦੇ ਨਾਮ ਰੂਪ ਪੱਲੇ ਦੇ ਨਾਲ ਲੱਗਾ ਰਹਿੰਦਾ ਹੈ, ਜੋ ਵੀ ਮਹਾਰਾਜ ਸਾਹਿਬ ਜੀ ਦੇ ਚਰਨਾਂ ਵਿੱਚ ਅਰਦਾਸ ਕਰਦਾ ਹੈ, ਬੇਨਤੀ ਕਰਦਾ ਹੈ, ਮਹਾਰਾਜ ਕਦੇ ਉਹ ਵਿਅਰਥ ਨਹੀਂ ਜਾਣ ਦਿੰਦੇ। ਜਿਵੇਂ ਸਤਿਗੁਰੂ ਜੀ ਨੇ ਫਰਮਾਨ ਕੀਤਾ ਨਾ ਗੁਰਬਾਣੀ ਅੰਦਰ ਕਿ ਮਹਾਰਾਜ ਜੋ ਜਨ ਬਣ ਕੇ ਆਪ ਜੀ ਦੇ ਦਰ ਤੇ ਆ ਕਰਕੇ ਜੋਦੜੀ ਕਰਦਾ, ਮਹਾਰਾਜ ਕਦੇ ਵੀ ਉਸ ਨੂੰ ਆਪ ਜੀ ਖਾਲੀ ਨਹੀਂ ਜਾਣ ਦੇਣਾ ਕਰਦੇ। ਹੇ ਗਰੀਬ ਨਵਾਜ,
ਆਪ ਜੀ ਕਦੇ ਵੀ ਉਸ ਨੂੰ ਵਿਅਰਥ ਨਹੀਂ ਜਾਣ ਦਿੰਦੇ, ਮਨ ਦੀ ਆਸ ਪੂਰੀ ਕਰ ਦਿੰਦੇ ਹੋ। ਸੇਵਕ ਕਉ ਸੇਵਾ ਬਨ ਆਈ। ਪਰਮਾਤਮਾ ਜੀ ਦੀ ਸੇਵਾ ਕਿਹਨਾਂ ਨੂੰ ਬਣ ਆਈ ਹੈ, ਕਿਹਨਾਂ ਨੂੰ ਚੰਗੀ ਲੱਗੀ ਹੈ, ਕਿਹਨਾਂ ਨੇ ਪਿਆਰ ਦੇ ਨਾਲ ਭਗਤੀ ਰੂਪ ਸੇਵਾ ਕੀਤੀ ਹੈ, ਜੋ ਮਹਾਰਾਜ ਸਾਹਿਬ ਜੀ ਦੇ ਸੇਵਕ ਬਣੇ ਹਨ। ਕਿਉਂਕਿ ਸੇਵਕ ਬਣਨਾ ਬੜਾ ਔਖਾ ਹੈ। ਮਾਨ ਅਭਿਮਾਨ ਹੰਕਾਰ ਸਭ ਕੁਝ ਤਿਆਗਣਾ ਪੈਂਦਾ ਹੈ। ਨਿਮਰਤਾਵਾਨ ਹੋ ਕੇ ਗੁਰੂ ਚਰਨਾਂ ਦੀ ਸੇਵਾ ਕੀਤੀ ਜਾ ਸਕਦੀ ਹੈ। ਹੰਕਾਰੀ ਬੰਦਾ ਕਦੇ ਮਹਾਰਾਜ ਸਾਹਿਬ ਜੀ ਦੀ ਸੇਵਾ ਨਹੀਂ ਕਮਾ ਸਕਦਾ। ਮਹਾਰਾਜ ਕਹਿੰਦੇ ਸੇਵਕ ਕਉ ਸੇਵਾ ਬਨ ਆਈ। ਜੋ ਸੇਵਕ ਬਣਿਆ ਨਾ, ਹਿਰਦੇ ਹੋ ਕੇ ਨਿਮਰਤਾਵਾਨ, ਹਿਰਦੇ ਦੀ ਗਰੀਬੀ ਧਾਰਨ ਕਰ ਲਈ ਹੈ, ਉਸ ਨੂੰ ਮਹਾਰਾਜ ਸਾਹਿਬ ਜੀ ਦੀ ਸੇਵਾ ਮਨ ਨੂੰ ਭਾ ਗਈ ਹੈ। ਉਹ ਪਿਆਰ ਦੇ ਵਿੱਚ ਭੇਜ ਕੇ ਮਹਾਰਾਜ ਜੀ ਦੀ ਸੇਵਾ ਕਰਦਾ ਹੈ। ਹੁਕਮ ਬੂਝ ਪਰਮ ਪਦ ਪਾਈ। ਪਰਮੇਸ਼ਰ ਦਾ ਨਾਮ ਜਪਣ ਰੂਪੀ ਹੁਕਮ ਬੁੱਝ ਕਰਕੇ, ਸਮਝ ਕਰਕੇ ਮਹਾਰਾਜ ਦੇ ਉਪਦੇਸ਼ ਦੁਆਰਾ ਪਰਮਾਤਮਾ ਦੀ ਪਰਮ ਪਦਵੀ ਨੂੰ ਪ੍ਰਾਪਤ ਕਰ ਲਿਆ ਹੈ। ਸੰਸਾਰ ਦੀਆਂ ਜਿੰਨੀਆਂ ਵੀ ਪਦਵੀਆਂ ਹਨ, ਜਿੰਨੇ ਵੀ ਅਹੁਦੇ ਹੈ, ਜਿੰਨੇ ਵੀ ਸੰਸਾਰ ਭਰ ਦੇ ਵੱਡੇ ਵੱਡੇ ਤਖਤ ਹਨ, ਵੱਡੇ ਵੱਡੇ ਮਰਾਤਬੇ ਹੈ, ਸਭ ਵੱਡਿਆਂ ਮਰਾਤਬਿਆਂ ਤੋਂ, ਤਖਤਾਂ ਤੋਂ, ਪਦਵੀਆਂ ਤੋਂ ਸਭ ਤੋਂ ਉੱਚੀ ਪਰਮ ਪਦਵੀ ਪਰਮਾਤਮਾ ਦੇ ਸਰੂਪ ਦੀ ਹੈ। ਮਹਾਰਾਜ ਕਹਿੰਦੇ ਜਿਨ੍ਹਾਂ ਨੇ ਮਹਾਰਾਜ ਸਾਹਿਬ ਜੀ ਦੀ ਸਿੱਖਿਆ ਦੁਆਰਾ ਪਰਮੇਸ਼ਰ ਦੇ ਨਾਮ ਜਪਣ ਨਾਲ ਇਹ ਸਭ ਤੋਂ ਸ਼੍ਰੋਮਣੀ ਕਰਮ ਬੁੱਝ ਲੈਣਾ ਕੀਤਾ, ਤਿੰਨਾਂ ਨੇ ਪਰਮ ਪਦਵੀ ਪਾ ਲਈ ਹੈ। ਇਸ ਤੇ ਉਪਰ ਨਹੀਂ ਵਿਚਾਰ। ਹਜੂਰ ਕਹਿੰਦੇ ਸੰਸਾਰ ਅੰਦਰ ਭਾਵੇਂ ਬੜੇ ਬੜੇ ਵਿਚਾਰਵਾਨ ਹੈ, ਕੋਈ ਕਿਸੇ ਤਰ੍ਹਾਂ ਦੀ ਵਿਚਾਰ ਕਰਦਾ, ਕੋਈ ਕਿਸੇ ਪ੍ਰਕਾਰ ਦੀ ਵਿਚਾਰ ਕਰਦਾ, ਪਰ ਇਹਦੇ ਤੋਂ ਉੱਚੀ ਇਸ ਵਿਚਾਰ ਦੇ ਨਾਲ ਕੋਈ ਵੀ ਸ਼੍ਰੋਮਣੀ ਵਿਚਾਰ ਨਾ ਜਾਣਨਾ ਕਰੋ। ਇਹਦੇ ਤੋਂ ਉੱਚੀ ਤੇ ਪਰਮ ਕੋਈ ਵੀ ਦੁਨੀਆ ਦੀ ਵਿਚਾਰ ਨਹੀਂ ਹੋ ਸਕਦੀ। ਜਾ ਕੈ ਮਨ ਬਸਿਆ ਨਿਰੰਕਾਰ। ਜਿਸ ਦੇ ਮਨ ਵਿੱਚ ਨਿਰੰਕਾਰ ਪਰਮੇਸ਼ਰ ਆ ਕੇ ਵਸ ਗਿਆ ਹੈ, ਵਾਹਿਗੁਰੂ ਜੀ ਸਾਖਸ਼ਾਤ ਹੋ ਕਰਕੇ ਦੀਦਾਰ ਬਖਸ਼ਿਸ਼ ਕਰ ਦਿੱਤੇ ਹੈ। ਮਹਾਰਾਜ ਕਹਿੰਦੇ ਇਹਦੇ ਨਾਲੋਂ ਕੋਈ ਉੱਚੀ ਵਿਚਾਰ ਕੋਈ ਦੁਨੀਆ ਦੇ ਵਿੱਚ ਹੈ ਹੀ ਨਹੀਂ ਹੈ, ਇਹਦੇ ਨਾਲੋਂ ਪਰੇ ਕੁਝ ਵੀ ਨਹੀਂ ਹੈ। ਮਹਾਰਾਜ ਕਹਿੰਦੇ ਹਨ ਜਿਨ੍ਹਾਂ ਨੂੰ ਪਰਮਾਤਮਾ ਨੇ ਸਾਖਸ਼ਾਤ ਹੋ ਕਰਕੇ ਦੀਦਾਰ ਬਖਸ਼ਿਸ਼ ਕਰ ਦਿੱਤੇ ਹੈ। ਬੰਧਨ ਤੋਰ ਭਏ ਨਿਰਵੈਰ। ਜਿਨ੍ਹਾਂ ਦੇ ਪਰਮਾਤਮਾ ਨੇ ਕਿਰਪਾ ਕੀਤੀ ਹੈ, ਕਰਤਾ ਭੋਗਤਾ ਮਮਤਾ ਦੇ ਸਭ ਬੰਧਨ ਕੱਟ ਦਿੱਤੇ ਹਨ। ਸਭ ਬੰਧਨ ਮਹਾਰਾਜ ਸਾਹਿਬ ਜੀ ਨੇ ਤੋੜ ਦਿੱਤੇ ਹੈ। ਜਿਨ੍ਹਾਂ ਬੰਧਨਾਂ ਕਰਕੇ ਪਰਮਾਰਥ ਦੇ ਰਸਤੇ ਤੇ ਨਹੀਂ ਸੀ ਚੱਲਿਆ ਜਾ ਰਿਹਾ, ਉਹ ਗੁਰਮੁਖ ਪਿਆਰੇ ਵੈਰ ਤੋਂ ਰਹਿਤ ਹੋ ਗਏ ਹਨ। ਅਦਵੈਤ ਸਰੂਪ ਉਹ ਪਰਮਾਤਮਾ ਦਾ ਹੀ ਰੂਪ ਹੋ ਗਏ ਆ। ਆਨ ਦਿਨ ਪੂਜਹਿ ਗੁਰ ਕੇ ਪੈਰ। ਉਹ ਗੁਰਮੁਖ ਜਨ ਰਾਤ ਦਿਨ ਮਹਾਰਾਜ ਸਾਹਿਬ ਜੀ ਦੇ ਚਰਨਾਂ ਨੂੰ ਪੂਜਾ ਕਰਦੇ ਆ, ਮਹਾਰਾਜ ਸਾਹਿਬ ਜੀ ਦਾ ਪੂਜਨ ਕਰਦੇ ਹਨ। ਗਰੀਬ ਨਵਾਜ ਮਹਾਰਾਜ ਸਾਹਿਬ ਜੀ ਦੇ ਚਰਨ ਛੱਡ ਕੇ ਹੋਰ ਨਹੀਂ ਦਰ ਦਰ ਤੇ ਭਟਕਦੇ। ਜਿਨ੍ਹਾਂ ਦੇ ਹਿਰਦੇ ਅੰਦਰ ਮਹਾਰਾਜ ਸਾਹਿਬ ਜੀ ਨੇ ਜੋ ਅਦਵੈਤ ਸਰੂਪ ਦੀ ਬਖਸ਼ਿਸ਼ ਕਰ ਦਿੱਤੀ ਹੈ, ਈਰਖਾ ਮੋਹ ਮਮਤਾ ਇਹ ਸਾਰੇ ਕਰਤਾ ਭੋਗਤਾ ਦੇ ਬੰਧਨ ਮਹਾਰਾਜ ਸਾਹਿਬ ਜੀ ਨੇ ਕੱਟ ਦਿੱਤੇ ਹਨ। ਇਹ ਲੋਕ ਸੁਖੀਏ ਪਰ ਲੋਕ ਸੁਹੇਲੇ। ਸਤਿਗੁਰੂ ਜੀ ਆਖ ਰਹੇ ਆ ਉਹਨਾਂ ਦਾ ਇਹ ਲੋਕ ਵੀ ਸੁਹੇਲਾ ਸੁਖੀ ਹੈ, ਤੇ ਮਹਾਰਾਜ ਕਹਿੰਦੇ ਅੱਗੇ ਪਰਲੋਕ ਵੀ ਤਿੰਨਾਂ ਦਾ ਸੁਖੀ ਹੈ, ਸੁਹੇਲਾ ਹੈ, ਬੜਾ ਆਨੰਦਦਾਇਕ ਹੈ। ਇਸ ਲੋਕ ਦੇ ਵਿੱਚ ਵੀ ਹਿਰਦੇ ਅੰਦਰ ਪਰਮ ਸੁਖ ਬਣਿਆ ਰਹਿੰਦਾ, ਤੇ ਪਰਲੋਕ ਵਿੱਚ ਵੀ ਉਹ ਸੁਖ ਸਰੂਪ ਦੀ ਪ੍ਰਾਪਤੀ ਕਰ ਲੈਂਦੇ ਆ। ਜੋ ਜੀਵਨ ਕਾਲ ਦੌਰਾਨ ਮਹਾਰਾਜ ਸਾਹਿਬ ਜੀ ਦੀ ਆਗਿਆ ਵਿੱਚ ਰਹਿ ਕੇ ਜੀਵਨ ਨਿਰਵਾਹ ਕਰਦੇ ਹਨ, ਗੁਰੂ ਬਚਨਾਂ ਨੂੰ ਸਤ ਕਰਕੇ ਮੰਨਦੇ ਆ। ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਉਹਨਾਂ ਦਾ ਲੋਕ ਪਰਲੋਕ ਸੁਹੇਲਾ ਹੋ ਜਾਂਦਾ ਹੈ। ਨਾਨਕ ਹਰ ਪ੍ਰਭ ਆਪਹਿ ਮੇਲੇ। ਸਤਿਗੁਰੂ ਜੀ ਫਰਮਾਉਂਦੇ ਆ ਪ੍ਰਮਾਤਮਾ ਆਪ ਹੀ ਉਹਨਾਂ ਗੁਰਮੁਖਾਂ ਨੂੰ ਆਪਣੇ ਸਰੂਪ ਦੇ ਵਿੱਚ ਮਿਲਾ ਲੈਂਦਾ, ਆਪਣੇ ਮੇਲ ਦੇ ਵਿੱਚ ਮੇਲ ਲੈਂਦਾ ਹੈ। ਜਿਨ੍ਹਾਂ ਦੇ ਹਿਰਦੇ ਅੰਦਰ ਮਹਾਰਾਜ ਸਤਿਗੁਰੂ ਜੀ ਨਾਮ ਦੀ ਦਾਤ ਬਖਸ਼ਿਸ਼ ਕਰ ਦਿੰਦੇ ਹਨ। ਹਲਤ ਸੁਖ ਪਲਤ ਸੁਖ ਨਿਤ ਸੁਖ ਸਿਮਰਨੋ ਨਾਮ ਗੋਬਿੰਦ ਕਾ ਸਦਾ ਲੀਜੈ। ਇਹ ਜੀਵ ਸਦਾ ਸਦਾ ਲਈ ਰੱਬ ਦਾ ਨਾਮ ਜਪਿਆ ਕਰ। ਹਲਤ ਲੋਕ ਵੀ ਤੇਰਾ ਸੁਖੀ ਹੋ ਜਾਵੇਗਾ, ਪਰਲੋਕ ਵੀ ਸੁਖੀ ਹੋ ਜਾਵੇਗਾ ਜੇ ਸਦਾ ਲਈ ਰੱਬ ਦਾ ਸਿਮਰਨ ਕਰੇਗਾ। ਫਿਰ ਪ੍ਰਮਾਤਮਾ ਆਪ ਹੀ ਜੀਵ ਤੇ ਕਿਰਪਾ ਕਰਕੇ, ਤਰਸ ਕਰਕੇ, ਰਹਿਮਤ ਕਰਕੇ
ਆਪਣੇ ਮੇਲ ਦੇ ਵਿੱਚ ਮਿਲਾ ਲੈਂਦਾ ਹੈ। ਸਾਧ ਸੰਗ ਮਿਲ ਕਰਹੁ ਆਨੰਦ। ਸਤਿਗੁਰੂ ਜੀ ਫਰਮਾਉਂਦੇ, ਐ ਜੀਵਾ ਸਾਧ ਸੰਗਤ ਵਿੱਚ ਮਿਲ ਕੇ ਪ੍ਰਮਾਤਮਾ ਦੇ ਗੁਣ ਗਾਉਣ ਦਾ ਆਨੰਦ ਪ੍ਰਾਪਤ ਕਰਨਾ ਕਰ। ਸਾਧ ਸੰਗ ਮਿਲ ਕਰਹੁ ਆਨੰਦ। ਪ੍ਰਮਾਤਮਾ ਜੋ ਬ੍ਰਹਮਾਨੰਦ ਸਰੂਪ ਹੈ, ਵਾਹਿਗੁਰੂ ਜੀ ਦੇ ਗੁਣਾਂ ਨੂੰ ਕਥਨ ਕਰਿਆ ਕਰ ਮਹਾਰਾਜ ਦੀ ਸਤ ਸੰਗਤ ਵਿੱਚ ਮਿਲ ਕੇ, ਕਿਉਂਕਿ ਸਤ ਸੰਗਤ ਦੇ ਵਿੱਚ ਹੰਕਾਰ ਨਹੀਂ ਪੈਦਾ ਹੁੰਦਾ। ਜੀਵ ਦਾ ਮਨ ਹੰਕਾਰੀ ਨਹੀਂ ਹੁੰਦਾ। ਕੱਲਾ ਬੈਠ ਕੇ ਕਹੀ ਜਾਂਦਾ ਕਿ ਮੈਂ ਬਹੁਤੀ ਗੁਰਬਾਣੀ ਪੜ੍ਹਦਾ, ਮੈਂ ਬੜਾ ਵੱਡਾ ਨਿਤਨੇਮੀ ਆ, ਸਿਮਰਨ ਕਰਨ ਵਾਲਾ, ਭਜਨ ਬੰਦਗੀ ਕਰਨ ਵਾਲਾ। ਪਰ ਮਹਾਰਾਜ ਜੀ ਦੀ ਸਤ ਸੰਗਤ ਵਿੱਚ ਜਦੋਂ ਆਉਂਦਾ ਉਦੋਂ ਮਾਨ ਟੁੱਟ ਜਾਂਦਾ ਹੈ ਕਿ ਮਨਾ, ਇਹ ਮੂਰਖ ਮਨ, ਤੂੰ ਐਵੇਂ ਹੰਕਾਰ ਕਰੀ ਜਾਂਦਾ। ਦੇਖ ਤੇਰੇ ਨਾਲ ਪਹਿਲਾਂ ਆ ਕਰਕੇ ਮਹਾਰਾਜ ਦੀ ਸਤ ਸੰਗਤ ਵਿੱਚ ਚੌਂਕੜਾ ਲਗਾ ਕਰਕੇ ਬੈਠੇ ਐ, ਤੂੰ ਤਾਂ ਬਾਅਦ ਵਿੱਚ ਆਏ। ਤੇਰੇ ਨਾਲ ਪਹਿਲਾਂ ਆ ਕਰਕੇ ਤੇ ਲੰਬੇਰੇ ਸਮੇਂ ਤੋਂ ਅਡੋਲ ਚੌਂਕੜੇ ਲਗਾ ਕਰਕੇ ਚਿੱਤ ਬਿਰਤੀ ਨੂੰ ਇਕਾਗਰ ਕਰਕੇ ਬੈਠੇ ਹੋਏ ਐ। ਇਹ ਸਾਧ ਸੰਗਤ ਵਿੱਚ ਮਿਲ ਕੇ ਹੰਕਾਰ ਦੂਰ ਹੋ ਜਾਂਦਾ। ਮਹਾਰਾਜ ਕਹਿੰਦੇ ਆ, ਐ ਜੀਵਾ ਪਰਮੇਸ਼ਰ ਦੇ ਗੁਣਾਂ ਨੂੰ ਕਥਨ ਕਰ ਸਤ ਸੰਗਤ ਦੇ ਵਿੱਚ ਮਿਲ ਕੇ। ਮਹਾਰਾਜ ਜੀ ਦੀ ਪਿਆਰੀ ਸਾਧ ਸੰਗਤ ਵਿੱਚ ਮਿਲ ਕੇ ਰੱਬ ਨੂੰ ਚੇਤੇ ਕਰਿਆ ਕਰ। ਗੁਣ ਗਾਵਹੁ ਪ੍ਰਭ ਪਰਮਾਨੰਦ। ਜੋ ਪਰਮ ਆਨੰਦ ਸਰੂਪ ਪ੍ਰਭੂ ਪਰਮੇਸ਼ਰ ਹੈ, ਉਹਦੇ ਗੁਣਾਂ ਨੂੰ ਉਚਾਰਨ ਕਰਿਆ ਕਰ। ਤੇਰੇ ਹਿਰਦੇ ਅੰਦਰ ਇਹ ਜੀਵ ਪਰਮ ਆਨੰਦ ਮਿਲ ਜਾਵੇਗਾ। ਰਾਮ ਨਾਮ ਤਤ ਕਰਹੁ ਵਿਚਾਰ। ਰਮੇ ਹੋਏ ਪਰਮੇਸ਼ਰ ਦਾ ਨਾਮ ਸਭ ਤੋਂ ਸ਼੍ਰੋਮਣੀ ਹੈ। ਸਭ ਸਿਧਾਂਤਾਂ ਦਾ ਇੱਕ ਤਤ ਸਰੂਪ ਕੀ ਹੈ? ਪਰਮੇਸ਼ਰ ਦਾ ਨਾਮ। ਇਹਦੀ ਵਿਚਾਰ ਕਰਿਆ ਕਰ, ਕਿਉਂਕਿ ਇੱਕ ਵਿਚਾਰਵਾਨ ਪੁਰਖ ਹੀ ਸਾਧ ਸੰਗਤ ਜੀ ਵਾਹਿਗੁਰੂ ਦੇ ਸਰੂਪ ਨੂੰ ਜਾਣ ਸਕਦਾ ਹੈ। ਕਿਉਂਕਿ ਵਿਚਾਰ ਤੋਂ ਬਿਨਾਂ ਕਦੇ ਮਨੁੱਖ ਆਪਣੇ ਅੰਦਰ ਦੀਆਂ ਵਿਚਾਰਾਂ ਨੂੰ ਨਹੀਂ ਮਾਰ ਸਕਦਾ। ਜਦੋਂ ਤੱਕ ਮਹਾਰਾਜ ਸਾਹਿਬ ਜੀ ਦੀ ਸ਼ਬਦ ਦੀ ਵਿਚਾਰਧਾਰਾ ਨੂੰ ਸੁਣਦਾ ਨਹੀਂ, ਸੁਣ ਕੇ ਹਿਰਦੇ ਵਿੱਚ ਵਸਾਉਂਦਾ ਨਹੀਂ ਹੈ। ਸਤਿਗੁਰੂ ਜੀ ਨੇ ਫਰਮਾਨ ਕੀਤਾ ਨਾ, ਉਹ ਜੀਵ ਕਦੇ ਟੇਢੀਆਂ ਜੂਨਾਂ ਵਿੱਚ ਨਹੀਂ ਪੈਂਦੇ। ਵਿਚਾਰ ਮਾਰੈ ਤਰੈ ਤਾਰੈ ਉਲਟ ਜੋਨ ਨਾ ਪਾਵੇ। ਉਹ ਫਿਰ ਟੇਢੀਆਂ ਜੂਨਾਂ ਵਿੱਚ ਨਹੀਂ ਪੈਂਦੇ। ਜੋ ਮਹਾਰਾਜ ਸਾਹਿਬ ਜੀ ਦੀ ਸ਼ਬਦ ਦੀ ਵਿਚਾਰਧਾਰਾ ਨੂੰ ਧਾਰਨ ਕਰਕੇ ਆਪਣੇ ਮਨ ਦੀਆਂ ਵਿਚਾਰਾਂ ਨੂੰ ਮਾਰ ਲੈਂਦਾ ਹੈ। ਐ ਜੀਵ ਰਾਮ ਨਾਮ ਤਤ ਕਰਹੁ ਵਿਚਾਰ। ਰਮੇ ਹੋਰ ਮੰਤੀ ਪਰਮੇਸ਼ਰ ਦੇ ਨਾਮ ਦੀ ਤਤ ਰੂਪ ਸਿਧਾਂਤ, ਸਭ ਸਿਧਾਂਤਾਂ ਦਾ ਤਤ ਜਾਣ ਕਰਕੇ ਵਿਚਾਰ ਕਰ ਕਿ ਵਾਹਿਗੁਰੂ ਜੀ ਦਾ ਨਾਮ ਸਭ ਤੋਂ ਸ਼੍ਰੋਮਣੀ ਹੈ, ਸਭ ਜੀਵਾਂ ਦਾ ਭਲਾ ਕਰਨ ਵਾਲਾ ਹੈ। ਨਾਮ ਦੀ ਬਦੌਲਤ ਹੀ ਹੈ ਜੀਵ ਦੇ ਨੂੰ ਸਭ ਕੁਝ ਪ੍ਰਾਪਤ ਹੋ ਰਿਹਾ ਹੈ। ਨਾਮ ਦੇ ਪ੍ਰਤਾਪ ਕਰਕੇ ਹੀ ਤੇਰਾ ਪ੍ਰਤਾਪ ਹੈ। ਨਾਮ ਦੀ ਸਿਮਰਨ ਕਰਨੇ ਕਰਕੇ ਹੀ ਜੀਵ ਸਭ ਵਡਿਆਈ ਤੈਨੂੰ ਪ੍ਰਾਪਤ ਹੋ ਰਹੀ ਹੈ। ਖਾਣ ਦੀ, ਪਹਿਨਣ ਦੀ ਸਭ ਦਾਤਾਂ ਮਿਲ ਰਹੀਆਂ। ਇਉਂ ਵਾਹਿਗੁਰੂ ਦੇ ਨਾਮ ਦੀ ਵਿਚਾਰ ਕਰਿਆ ਕਰ। ਦੁਰਲਭ ਦੇਹ ਕਾ ਕਰਹੁ ਉਧਾਰ। ਪਰਮਾਤਮਾ ਨੇ ਤੈਨੂੰ ਮਨੁੱਖਾ ਸਰੀਰ ਬੜਾ ਹੀ ਦੁਰਲਭ ਦਿੱਤਾ ਹੈ, ਇਹਦਾ ਉਧਾਰ ਕਰ ਲੈ। ਕਿਵੇਂ? ਰਾਮ ਨਾਮ, ਪਰਮੇਸ਼ਰ ਦਾ ਨਾਮ ਜਪ ਕਰਕੇ। ਜੇ ਮਹਾਰਾਜ ਕਹਿੰਦੇ ਕਿ ਪਰਮੇਸ਼ਰ ਦਾ ਨਾਮ ਨਹੀਂ ਨਾ ਜਪਦਾ, ਫਿਰ ਭਾਵੇਂ ਦੁਰਲਭ ਦੇਹ ਹੀ ਪ੍ਰਾਪਤ ਹੋਈ ਹੈ, ਬੜਾ ਅਮੋਲਕ ਜੀਵਨ ਮਿਲਿਆ ਹੈ। ਇਹ ਜੀਵ ਕੌਡੀਆਂ ਦੇ ਭਾਅ ਤੂੰ ਸੰਸਾਰ ਤੋਂ ਗਵਾ ਲਵੇਂਗਾ ਹੀਰਿਆਂ ਵਰਗੀ ਦੇਹੀ ਨੂੰ। ਜਿਵੇਂ ਸਤਿਗੁਰੂ ਜੀ ਨੇ ਫਰਮਾਨ ਕੀਤਾ, ਇਹ ਜੀਵ ਦਿਨ ਭਰ ਸਾਰਾ ਦਿਨ ਗੱਲਾਂ ਬਾਤਾਂ ਕਰਕੇ, ਖਾ ਪੀ ਕਰਕੇ ਗਵਾ ਦਿੰਦਾ, ਰਾਤ ਸੌਂ ਕੇ ਗੁੰਝਾ ਦਿੰਦਾ, ਤੇ ਫਿਰ ਹੀਰਿਆਂ ਵਰਗੀ ਜਿਹੜੀ ਦੇਹੀ ਮਿਲੀ ਨੂੰ ਕੌਡੀਆਂ ਦੇ ਭਾਅ ਤੋਂ ਗਵਾਈ ਜਾ ਰਿਹਾ ਹੈ। ਕੌਡੀਆਂ ਦੇ ਭਾਅ, ਕੌਡੀ ਦਾ ਕੋਈ ਮੁੱਲ ਥੋੜਾ ਹੁੰਦਾ ਹੈ। ਰੈਣ ਗਵਾਈ ਸੋਏ ਕੈ, ਦਿਵਸ ਗਵਾਇਆ ਖਾਏ। ਹੀਰੇ ਜੈਸਾ ਜਨਮ ਹੈ, ਕੌਡੀ ਬਦਲੇ ਜਾਏ। ਮਹਾਰਾਜ ਜੀ ਕਹਿੰਦੇ ਹੀਰਿਆਂ ਵਰਗੀ ਦੇਹੀ ਮਿਲੀ ਹੈ ਤੈਨੂੰ, ਇਹ ਜੀ ਬੜੀ ਦੁਰਲਭ ਹੈ, ਬਾਰ-ਬਾਰ ਮਿਲਣ ਵਾਲੀ ਨਹੀਂ ਹੈ, ਬਾਰ-ਬਾਰ ਲੱਭਣ ਵਾਲੀ ਨਹੀਂ ਹੈ। ਪਰ ਜੇ ਪ੍ਰਮਾਤਮਾ ਦੀ ਬੰਦਗੀ ਨਹੀਂ ਕਰਦਾ, ਫਿਰ ਜਾਣ ਕੇ ਅਕਾਰਤ ਹੀ ਚਲੀ ਜਾਣ ਵਾਲੀ ਹੈ। ਇਸ ਦਾ ਉਧਾਰ ਕਰਨ ਵਾਸਤੇ, ਇਹ ਦੇਹੀ ਨੂੰ ਸਫਲਿਆਂ ਕਰਨ ਦੇ ਵਾਸਤੇ ਮਹਾਰਾਜ ਸਾਹਿਬ ਜੀ ਦੀ ਚਰਨਾਂ ਦੇ ਨਾਲ ਚਿੱਤ ਬਿਰਤੀ ਨੂੰ ਜੋੜਿਆ ਕਰ। ਕਹੈ ਨਾਨਕ ਇਹੋ ਸਰੀਰ ਪ੍ਰਵਾਨ ਹੋਵਾ, ਜਿਨ ਸਤਿਗੁਰ ਸਿਓ ਚਿਤ ਲਾਇਆ।
ਚਿੱਤ ਨੂੰ ਮਹਾਰਾਜ ਸਾਹਿਬ ਜੀ ਦੇ ਚਰਨਾਂ ਵਿੱਚ ਜੋੜਿਆ ਕਰ, ਉਧਾਰ ਹੋ ਜਾਵੇਗਾ। ਅੰਮ੍ਰਿਤ ਬਚਨ ਹਰ ਕੇ ਗੁਣ ਗਾਓ। ਹਰੀ ਪਰਮੇਸ਼ਰ ਦੇ ਜਿਹੜੇ ਗੁਣ ਗਾਉਣੇ ਆ ਨਾ, ਇਹ ਆਤਮਿਕ ਰਸ ਦੇਣ ਵਾਲੇ, ਅਮਰ ਕਰ ਦੇਣ ਵਾਲੇ, ਮਹਾਰਾਜ ਕਹਿੰਦੇ ਮ੍ਰਿਤੂ ਤੋਂ ਰਹਿਤ ਕਰਨ ਵਾਲੇ ਮਹਾਰਾਜ ਸਾਹਿਬ ਜੀ ਦੇ ਬਚਨ ਹਨ। ਅੰਮ੍ਰਿਤ ਬਚਨ ਹਰ ਕੇ ਗੁਣ ਗਾਓ। ਵਾਹਿਗੁਰੂ ਜੀ ਦੇ ਗੁਣਾਂ ਨੂੰ ਉਚਾਰਨ ਕਰਿਆ ਕਰ। ਸਤਿਗੁਰੂ ਜੀ ਦੇ ਉਪਦੇਸ਼ ਰੂਪੀ ਅਮਰ ਵਾਕ ਸੁਣ ਕਰਕੇ ਪ੍ਰਾਨ ਤਰਨ ਕਾ ਇਹ ਸੁਆਓ। ਇਹ ਭਵ ਸਾਗਰ ਤੋਂ ਤਰਨੇ ਦਾ ਇਹ ਜਿਹੜਾ ਸਵਾਰਥ ਹੈ, ਸਵਾਉ ਹੈ, ਇਹ ਜੀਵ ਤੇਰਾ ਪ੍ਰਯੋਜਨ ਹੈ। ਇਹ ਸਭ ਤੋਂ ਮੇਨ ਕਾਰਜ ਤੇਰਾ ਇਹੋ ਹੀ ਹੈ ਕਿ ਪ੍ਰਮਾਤਮਾ ਦੇ ਗੁਣਾਂ ਨੂੰ ਉਚਾਰਨ ਕਰਨਾ। ਪ੍ਰਾਨ ਤਰਨ ਕਾ, ਇਹ ਜਿਹੜੇ ਪ੍ਰਾਣ ਤੈਨੂੰ ਵਾਹਿਗੁਰੂ ਨੇ ਬਖਸ਼ੇ ਹੈ ਨਾ, ਹਰ ਇੱਕ ਸਵਾਸ ਦੀ ਨਾਲ ਰੱਬ ਨੂੰ ਚੇਤੇ ਕਰਿਆ ਕਰ। ਇਹਨਾਂ ਦਾ ਤਰਨਾ ਇਹ ਜੀਵਨ ਦੀ ਸਫਲਤਾ, ਭੈਦਾਇਕ ਸੰਸਾਰ ਸਮੁੰਦਰ ਤੋਂ ਮੁਕਤੀ ਰੂਪ ਕਿਨਾਰੇ ਤੇ ਪਾਰ ਹੋ ਜਾਣਾ, ਇਹ ਪ੍ਰਯੋਜਨ ਹੈ। ਪਰਮਾਤਮਾ ਨੇ ਤੈਨੂੰ ਇਹ ਸੁੰਦਰ ਨਰ ਨਾਰਾਇਣੀ ਬਖਸ਼ਿਸ਼ ਕੀਤੀ ਹੈ। ਦਰੁਸਤ ਪਰਮਾਤਮਾ ਨੇ ਤੈਨੂੰ ਸਰੀਰ ਦਿੱਤਾ ਹੈ। ਵਾਹਿਗੁਰੂ ਦੇ ਗੁਣਾਂ ਨੂੰ ਗਾਇਆ ਕਰ। ਆਠ ਪਹਿਰ ਪ੍ਰਭ ਪੇਖੋ ਨੇਰਾ। ਆਠੇ ਪਹਿਰ ਪ੍ਰਮਾਤਮਾ ਨੂੰ ਆਪਣੇ ਨੇੜੇ ਦੇਖਿਆ ਕਰ ਕਿ ਪ੍ਰਮਾਤਮਾ ਹਰ ਸਮੇਂ ਮੈਨੂੰ ਦੇਖਦਾ ਹੈ, ਹਰ ਸਮੇਂ ਮੈਨੂੰ ਸੁਣ ਰਿਹਾ ਹੈ। ਮਿਟੈ ਅਗਿਆਨ ਬਿਨਸੈ ਅੰਧੇਰਾ। ਹਜੂਰ ਕਹਿੰਦੇ ਐ ਜੀਵ ਤੇਰੇ ਹਿਰਦੇ ਵਿੱਚੋਂ ਅਗਿਆਨ ਦੀ ਅੰਧਤਾ ਮਿਟ ਜਾਵੇਗੀ, ਹਨੇਰਾ ਨਾਸ਼ ਹੋ ਜਾਵੇਗਾ। ਹਨੇਰਾ ਮਿਟ ਜਾਵੇਗਾ ਅਗਿਆਨ ਦਾ, ਕਿਉਂਕਿ ਅਗਿਆਨ ਦੀ ਗਾਫਲਤਾ ਵਿੱਚ ਤੋਂ ਜ਼ਿੰਦਗੀ ਬਤੀਤ ਕਰਦਾ ਪਿਆ ਹੈ। ਤਾਂ ਹੀ ਤੇ ਦਰ ਦਰ ਤੇ ਟੱਕਰਾਂ ਮਾਰਦਾ, ਤਾਂ ਹੀ ਤੇ ਦਰ ਦਰ ਤੇ ਠੋਕਰਾਂ ਖਾਂਦਾ, ਕਦੇ ਕਿਸੇ ਪਾਸੇ ਕਦੇ ਕਿਸੇ ਪਾਸੇ ਭਟਕਦਾ ਰਹਿੰਦਾ। ਜੇ ਮਹਾਰਾਜ ਸਾਹਿਬ ਜੀ ਦੇ ਸ਼ਬਦ ਨੂੰ ਹਿਰਦੇ ਅੰਦਰ ਧਾਰਨ ਕਰ ਲਵੇ ਤੇ ਹਜੂਰ ਕਹਿੰਦੇ ਮਿਟੈ ਅਗਿਆਨ ਬਿਨਸੈ ਅੰਧੇਰਾ। ਅਗਿਆਨ ਅਭਾਵ ਹੋ ਜਾਵੇਗਾ ਤੇ ਅੰਧਤਾ ਮਿਟ ਜਾਵੇਗੀ। ਸਭ ਥਾਵਾਂ ਤੇ ਗਿਆਨ ਦਾ ਪ੍ਰਕਾਸ਼ ਹੋ ਜਾਵੇਗਾ। ਸੁਨ ਉਪਦੇਸ਼ ਹਿਰਦੈ ਬਸਾਵਹੁ। ਐ ਪ੍ਰਾਣਾ ਤਾਰੇ ਜੀ, ਮਹਾਰਾਜ ਸਾਹਿਬ ਜੀ ਦੇ ਉਪਦੇਸ਼ ਨੂੰ ਸ਼ਰਧਾ ਵਿਸ਼ਵਾਸ ਰੂਪ ਕੰਨਾਂ ਦੁਆਰਾ ਸੁਣ ਕੇ ਹਿਰਦੇ ਵਿੱਚ ਵਸਾਉਣਾ ਕਰ। ਸਾਧ ਸੰਗਤ ਜੀ, ਜਿਵੇਂ ਕੋਈ ਖੁਰਾਕ ਖਾਧੀ ਹੋਵੇ ਤੇ ਉਹਨੂੰ ਪਚਾਇਆ ਨਾ ਜਾਵੇ ਤੇ ਉਹਦਾ ਅਸਰ ਥੋੜ੍ਹਾ ਹੋ ਸਕਦਾ ਹੈ। ਜਾਂ ਫਿਰ ਜਿਸ ਮਨੁੱਖ ਨੂੰ ਪਿਆਸ ਲੱਗੀ ਹੋਵੇ, ਪਾਣੀ ਦਾ ਕਟੋਰਾ ਭਰ ਕੇ ਹੱਥ ਵਿੱਚ ਫੜਿਆ ਹੋਵੇ, ਮੂੰਹ ਵਿੱਚ ਪਾ ਵੀ ਲਵੇ, ਕਰੂਲੀਆਂ ਕਰਕੇ ਬਾਹਰ ਸੁੱਟੀ ਜਾਵੇ ਤੇ ਸਾਧ ਸੰਗਤ ਜੀ ਉਹ ਪਿਆਸ ਥੋੜ੍ਹਾ ਬੁਝਾਵੇਗਾ ਨਾ। ਉਹ ਜਿੰਨਾ ਸਮਾਂ ਮਰਜ਼ੀ ਜਿੰਨਾ ਮਰਜ਼ੀ ਪਾਣੀ ਦੀਆਂ ਕਰੂਲੀਆਂ ਕਰ ਕਰਕੇ ਬਾਹਰ ਸੁੱਟੀ ਜਾਵੇ, ਉਹ ਅੰਦਰ ਦੀ ਪਿਆਸ ਨਹੀਂ ਬੁਝਾਉਣ ਵਾਲਾ। ਇਸੇ ਤਰ੍ਹਾਂ ਮਹਾਰਾਜ ਕਹਿੰਦੇ ਜਦੋਂ ਤੱਕ ਮਹਾਰਾਜ ਜੀ ਦੇ ਸੁਣਨੋਂ ਉਪਦੇਸ਼ ਨੂੰ ਸੁਣ ਕੇ ਹਿਰਦੇ ਵਿੱਚ ਨਹੀਂ ਵਸਾਵਣਾ ਕਰਦਾ, ਜੀਵਨ ਦੇ ਵਿੱਚ ਕਮਾਈ ਨਹੀਂ ਕਰਦਾ, ਸਾਧ ਸੰਗਤ ਜੀ ਉਦੋਂ ਤੱਕ ਜੀਵ ਦਾ ਉਧਾਰ ਨਹੀਂ ਕਦੇ ਹੋ ਸਕਦਾ। ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਫਰਮਾਨ ਕਰ ਰਹੇ ਹੈ, ਸੁਨ ਉਪਦੇਸ਼ ਹਿਰਦੈ ਵਸਾਵਹੁ। ਐ ਜੀਵ ਪਿਆਰ ਦੇ ਨਾਲ ਮਹਾਰਾਜ ਸਾਹਿਬ ਜੀ ਦੇ ਉਪਦੇਸ਼ ਨੂੰ ਸੁਣਿਆ ਕਰ, ਸੁਣ ਕੇ ਹਿਰਦੇ ਵਿੱਚ ਵਸਾਵਣਾ ਕਰ। ਜੇ ਸੁਣ ਕੇ ਇੱਕ ਕੰਨ ਰਾਹੀਂ ਦੂਜੇ ਕੰਨ ਰਾਹੀਂ ਬਾਹਰ ਕੱਢ ਦਿੱਤਾ ਤੇ ਫਿਰ ਤੇ ਬਾਸ ਦੀ ਤਰ੍ਹਾਂ ਤੇਰਾ ਜੀਵਨ ਹੈ, ਹੰਕਾਰੀ ਹੈ। ਬਾਜ ਸਾਧ ਸੰਗਤ ਜੀ ਇੱਕ ਬੰਨੇ ਫੂਕ ਮਾਰੀ, ਦੂਜੇ ਪਾਸੇ ਬਾਹਰ ਨਿਕਲ ਜਾਂਦੀ ਹੈ ਤੇ ਪ੍ਰਤੱਖ ਮਹਾਰਾਜ ਸਾਹਿਬ ਜੀ ਦੀ ਕਲਾ ਵਰਤਦੀ ਹੈ। ਪਰ ਜਿੱਥੇ ਮਹਾਰਾਜ ਕਹਿੰਦੇ ਮਨੁੱਖ ਦਾ ਸਿੱਖ ਦਾ ਜੀਵਨ ਹੀ ਜਾਣੋ ਕਿ ਬਾਸ ਦੀ ਤਰ੍ਹਾਂ ਹੀ ਹੈ, ਹਿਰਦੇ ਵਿੱਚ ਵਸਾਉਂਦਾ ਨਹੀਂ, ਉੱਥੇ ਮਹਾਰਾਜ ਜੀ ਦੀ ਕਲਾ ਭਲਾ ਕਿਵੇਂ ਵਰਤ ਸਕਦੀ ਹੈ। ਸਤਿਗੁਰੂ ਜੀ ਨੇ ਭਗਤ ਰਸਨਾ ਦੁਆਰਾ ਫਰਮਾਨ ਕੀਤਾ ਨਾ ਗੁਰਬਾਣੀ ਅੰਦਰ ਕਿ ਜੋ ਸਿੱਖ ਮਹਾਰਾਜ ਸਾਹਿਬ ਜੀ ਦੀ ਸ਼ਰਨ ਦੇ ਵਿੱਚ ਆਉਂਦਾ, ਇਹ ਕਹਿੰਦੇ ਹਨ ਕਿ ਬਾਂਸ ਦੀ ਤਰ੍ਹਾਂ ਜਿਹਦਾ ਜੀਵਨ ਹੈ, ਮਹਾਰਾਜ ਸਾਹਿਬ ਜੀ ਦੇ ਉਪਦੇਸ਼ ਨੂੰ ਸੁਣਦਾ ਤਾਂ ਪਿਆ ਪਰ ਹਿਰਦੇ ਵਿੱਚ ਨਹੀਂ ਧਾਰਨ ਕਰਦਾ। ਜਾਣੋ ਫਿਰ ਉੱਥੇ ਪੂਰੇ ਸਤਿਗੁਰੂ ਜੀ ਦੀ ਕੀ ਕਲਾ ਵਰਤ ਸਕਦੀ ਹੈ, ਕਿਵੇਂ ਉਹ ਜੀਵ ਨੂੰ ਬਲ ਪ੍ਰਾਪਤ ਹੋ ਸਕਦਾ ਹੈ, ਮਹਾਰਾਜ ਸਾਹਿਬ ਜੀ ਤੋਂ ਸ਼ਕਤੀ ਕਿਵੇਂ ਪ੍ਰਾਪਤ ਕਰ ਸਕਦਾ, ਕਿਵੇਂ ਸੋਝੀ ਪ੍ਰਾਪਤ ਕਰ ਸਕਦਾ, ਨਾਮੁਮਕਿਨ ਹੈ। ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਫਰਮਾਨ ਕਰ ਰਹੇ ਆ, ਐ ਜੀਵ ਸੁਣ ਉਪਦੇਸ਼ ਹਿਰਦੈ ਵਸਾਵਹੁ। ਮਹਾਰਾਜ ਸਾਹਿਬ ਜੀ ਦੇ ਉਪਦੇਸ਼ ਨੂੰ ਪਿਆਰ ਨਾਲ ਸੁਣਿਆ ਕਰ, ਫਿਰ ਹਿਰਦੇ ਵਿੱਚ ਧਾਰਨ ਕਰਿਆ ਕਰ। ਮਨ ਇੱਛੇ ਨਾਨਕ ਫਲ ਪਾਵਹੁ। ਫਿਰ ਮਨ ਇੱਛਿਤ ਫਲ ਤੈਨੂੰ ਪ੍ਰਾਪਤ ਹੋ ਜਾਣਗੇ। ਇਹ ਜੀਵ ਤੇਰੇ ਅੰਦਰ ਹੀ ਕਿਤੇ ਨਾ ਕਿਤੇ ਘਾਟ ਹੈ, ਐਵੇਂ ਰੱਬ ਨੂੰ ਦੋਸ਼ ਦਿੰਦਾ ਰਹਿੰਦਾ। ਸਾਧ ਸੰਗਤ ਜੀ
ਅਸੀਂ ਐਵੇਂ ਕਈ ਵਾਰ ਵਜ਼ੀਰ ਸਿੰਘ ਨੂੰ ਦੋਸ਼ ਦਿੰਦੇ ਹਾਂ, ਮਹਾਰਾਜ ਸਾਹਿਬ ਜੀ ਨੂੰ ਦੋਸ਼ ਦਿੰਦੇ ਰਹਿੰਦੇ ਹਾਂ। ਘਾਟਾ ਤੇ ਸਾਡੇ ਅੰਦਰ ਹੈ। ਮਹਾਰਾਜ ਸਾਹਿਬ ਜੀ ਨੇ ਬਚਨ ਕੀਤਾ ਹੈ ਨਾ, ਕਬੀਰ ਸਾਚਾ ਸਤਿਗੁਰ ਕਿਆ ਕਰੈ, ਜੋ ਸਿੱਖਾ ਮਹਿ ਚੂਕ, ਅੰਧੇ ਏਕ ਨਾ ਲਾਗਈ, ਜਿਉ ਬਾਂਸ ਬਜਾਈਐ ਫੂਕ। ਕਹਿੰਦੇ ਹਨ ਕਿ ਉਹ ਜੀਵ ਦੀ ਇਦਾਂ ਦੀ ਹਾਲਤ ਹੈ, ਉਹ ਮਹਾਰਾਜ ਸਾਹਿਬ ਜੀ ਦੇ ਉੱਪਰ ਬਾਰ-ਬਾਰ ਕਟਾਕਸ਼ ਕਰਦਾ ਰਹਿੰਦਾ, ਪਰ ਘਾਟਾ ਸਾਧ ਸੰਗਤ ਜੀ ਸਾਡੇ ਅੰਦਰ ਹੈ। ਮਹਾਰਾਜ ਸਾਹਿਬ ਜੀ ਦਾ ਉਪਦੇਸ਼ ਅਵਲ ਤੇ ਅਸੀਂ ਸੁਣਦੇ ਨਹੀਂ, ਜੇ ਸੁਣਦੇ ਹਾਂ ਤਾਂ ਫਿਰ ਮੰਨਦੇ ਨਹੀਂ। ਮਹਾਰਾਜ ਸਾਹਿਬ ਜੀ ਦੇ ਉਪਦੇਸ਼ ਦੀ ਕਮਾਈ ਨਹੀਂ ਕਰਦੇ, ਪਰ ਮਹਾਰਾਜ ਕਹਿੰਦੇ ਜਿਨ੍ਹਾਂ ਨੇ ਕਮਾਈ ਕੀਤੀ ਹੈ ਨਾ, ਸਤਿਗੁਰੂ ਜੀ ਕਹਿੰਦੇ ਤਿੰਨਾਂ ਨੇ ਮਨ ਚਿਤ ਫਲ ਪ੍ਰਾਪਤ ਕਰ ਲਏ ਹੈ। ਸਭ ਦਾਤਾਂ ਤਿੰਨਾਂ ਨੇ ਮਹਾਰਾਜ ਸਾਹਿਬ ਜੀ ਤੋਂ ਪਾ ਲਈਆਂ ਹਨ। ਹਾਲਤ ਪਾਲਤ ਦੁਇ ਲੇਹ ਸਵਾਰ, ਇਹ ਜੀਵਨ ਲੋਕ ਪਰਲੋਕ ਦੋਵੇਂ ਸਵਾਰ ਲੈਣਾ ਕਰ। ਹੁਣ ਸਮਾਂ ਹੈ, ਪਰਮਾਤਮਾ ਨੇ ਤੈਨੂੰ ਸ਼ੁਭ ਅਵਸਰ ਦਿੱਤਾ ਹੈ। ਮਹਾਰਾਜ ਦੀ ਸਤ ਸੰਗਤ ਕਰਿਆ ਕਰ, ਸੇਵਾ ਸਿਮਰਨ ਕਰਿਆ ਕਰ, ਪਿਛਲੇ ਪੈਰ ਅੰਮ੍ਰਿਤ ਵੇਲੇ ਉੱਠ ਕਰਕੇ ਮਹਾਰਾਜ ਸਾਹਿਬ ਜੀ ਦੇ ਉਪਦੇਸ਼ ਦੀ ਕਮਾਈ ਕਰਿਆ ਕਰ, ਨਿਤਨੇਮ ਕਰਿਆ ਕਰ, ਗੁਰੂ ਕੇ ਬਚਨਾਂ ਨੂੰ ਸਤ ਕਰਕੇ ਮੰਨਿਆ ਕਰ, ਫਿਰ ਲੋਕ ਪਰਲੋਕ ਤੇਰਾ ਸਫਲਾ ਹੋ ਜਾਵੇਗਾ। ਜੇ ਹੁਣ ਨਹੀਂ ਰੱਬ ਦਾ ਨਾਮ ਜਪਿਆ ਤੇ ਮਰਨ ਤੋਂ ਬਾਅਦ ਵਿੱਚ ਤਾਂ ਫਿਰ ਤੇਰੇ ਤੋਂ ਜਪਿਆ ਥੋੜਾ ਜਾਣਾ। ਫਿਰ ਕਦੋਂ ਜਪੇਂਗਾ? ਚਾਰ ਪਾਵ ਦੋਇ ਸਿੰਘ ਗੁੰਗ ਮੁਖ, ਤਬ ਕੈਸੇ ਗੁਣ ਗਈ ਹੈ। ਊਠਤ ਬੈਠਤ ਠੇਗਾ ਪਰ ਹੈ, ਤਬ ਕਤ ਮੂਡ ਲੁਕਾਈ ਹੈ। ਜਦੋਂ ਸਿਰ ਤੇ ਦੋ ਸਿੰਘ ਲੱਗ ਗਏ, ਚਾਰ ਪੈਰ ਲੱਗ ਗਏ, ਜ਼ੁਬਾਨ ਤੋਂ ਗੂੰਗਾ ਹੋ ਗਿਆ, ਭਾਵ ਪਸ਼ੂ ਬਣ ਗਿਆ, ਫਿਰ ਨਹੀਂ ਸਤ ਸੰਗਤ ਕੀਤੀ ਜਾਣੀ, ਫਿਰ ਨਹੀਂ ਗੁਰੂ ਵਾਲਾ ਬਣਿਆ ਜਾਣਾ, ਫਿਰ ਨਹੀਂ ਮਹਾਰਾਜ ਸਾਹਿਬ ਜੀ ਦੇ ਚਰਨਾਂ ਵਿੱਚ ਆ ਕਰਕੇ ਸਤਿਗੁਰੂ ਜੀ ਦੇ ਦੀਦਾਰ ਕਰਕੇ ਜੀਵਨ ਸਫਲਾ ਬਣਾਇਆ ਜਾਣਾ। ਪਰਮਾਤਮਾ ਨੇ ਤੈਨੂੰ ਹੁਣ ਸ਼ੁਭ ਅਵਸਰ ਦਿੱਤਾ ਹੈ। ਇਸ ਕਰਕੇ ਪਾਤਸ਼ਾਹ ਕਹਿੰਦੇ ਹਨ, ਹਲਤ ਪਲਤ ਦੋਏ ਲੇਹੁ ਸਵਾਰ, ਇਹ ਜੀਵ ਲੋਕ ਪਰਲੋਕ ਦੋਵੇਂ ਸਵਾਰ ਲੈਣਾ ਕਰ। ਰਾਮ ਨਾਮ ਅੰਤਰ ਉਰ ਧਾਰ, ਸਤਿਗੁਰੂ ਜੀ ਦੋਵੇਂ ਲੋਕ ਕਿਵੇਂ ਸਵਾਰੇ ਜਾ ਸਕਦੇ ਹੈ? ਮਹਾਰਾਜ ਨਾਲ ਹੀ ਦੱਸ ਰਹੇ ਹੈ। ਕਹਿੰਦੇ ਹਨ, ਪਰਮੇਸ਼ਰ ਦੇ ਨਾਮ ਨੂੰ ਅੰਤਰ ਆਪਣੇ ਹਿਰਦੇ ਵਿੱਚ ਧਾਰਨ ਕਰ ਲੈ। ਰਾਮ ਨਾਮ ਅੰਤਰ ਉਰ ਧਾਰ, ਵਾਹਿਗੁਰੂ ਦੇ ਨਾਮ ਨੂੰ ਹਿਰਦੇ ਵਿੱਚ ਧਾਰਨ ਕਰ ਲੈ। ਹਿਰਦਿਓਂ ਕਦੇ ਵੀ ਪਰਮੇਸ਼ਰ ਦੀ ਯਾਦ ਵਿਸਾਰਨਾ ਨਾ ਕਰ, ਲੋਕ ਪਰਲੋਕ ਦੋਵੇਂ ਸਫਲੇ ਹੋ ਜਾਣਗੇ। ਪੂਰੇ ਗੁਰ ਕੀ ਪੂਰੀ ਦੀਖਿਆ, ਪੂਰੇ ਸਤਿਗੁਰੂ ਜੀ ਦਾ ਜਿਹੜਾ ਦੀਖਿਆ ਨਾਮ ਮੰਤਰ ਦੀ ਦਾਤਾਂ ਨੇ ਵੀ ਪੂਰਾ ਹੈ। ਤੇ ਜਿਹੜਾ ਅਧੂਰਾ ਗੁਰੂ ਹੋਵੇ ਉਹਦਾ ਨਾਮ ਵੀ ਅਧੂਰਾ ਹੀ ਹੁੰਦਾ, ਪਰ ਅਸੀਂ ਭੁਲੇਖੇ ਵਿੱਚ ਪੈ ਕੇ ਇਹਨੂੰ ਪੂਰਾ ਸਮਝੀ ਬੈਠਦੇ ਹਾਂ। ਸਾਧ ਸੰਗਤ ਜਿਹੜੇ ਕੰਨਾਂ ਵਿੱਚ ਮੰਤਰ ਦਿੰਦੇ ਜਾਂ ਪੁੜੀਆਂ ਵਿੱਚ ਬੰਨ੍ਹ ਕੇ ਜਾਂ ਪਾਣੀ ਵਿੱਚ ਫੂਕਾਂ ਮਾਰ ਮਾਰ ਕੇ ਮੰਤਰ ਦਿੰਦੇ ਆ, ਉਹ ਪੂਰੇ ਥੋੜ੍ਹਾ, ਅਧੂਰੇ ਹੈ। ਗਰੀਬ ਨਵਾਜ ਮਹਾਰਾਜ ਸੱਚੇ ਪਾਤਸ਼ਾਹ ਜੀ ਸਤਿਗੁਰੂ ਜੀ ਪੂਰੇ ਹੈ, ਤੇ ਮਹਾਰਾਜ ਸਾਹਿਬ ਜੀ ਦਾ ਬਖਸ਼ਿਆ ਹੋਇਆ ਨਾਮ ਮੰਤਰ ਵੀ ਪੂਰਾ ਹੈ। ਜੋ ਮਰਜ਼ਾਦਾ ਦਸ਼ਮੇਸ਼ ਪਿਤਾ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਕਾਇਮ ਕੀਤੀ ਹੈ, ਔਰ ਪੰਜ ਪਿਆਰੇ ਸਹਿਬਾਨ ਮੂਲ ਮੰਤਰ ਤੇ ਗੁਰ ਮੰਤਰ ਦੀ ਦੀਖਿਆ ਦਾਨ ਬਖਸ਼ਿਸ਼ ਕਰਦੇ ਹੈ ਪ੍ਰਾਣੀ ਨੂੰ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹਨ, ਉਹ ਸਤਿਗੁਰੂ ਜੀ ਵੀ ਪੂਰੇ ਹੈ ਤੇ ਉਹਨਾਂ ਦਾ ਦਿੱਤਾ ਹੋਇਆ ਨਾਮ ਮੰਤਰ ਵੀ ਪੂਰਾ ਹੈ, ਉਹਦਾ ਪ੍ਰਤਾਪ ਵੀ ਪੂਰਾ ਰਹਿੰਦਾ, ਕਦੇ ਘਟਦਾ ਥੋੜ੍ਹਾ। ਜਿਹੜੇ ਕੰਨਾਂ ਵਿੱਚ ਮੰਤਰ ਦਿੰਦੇ ਉਹ ਅੱਗੋਂ ਕਹਿ ਦਿੰਦੇ ਆ ਕਿ ਜੇ ਕਿਸੇ ਨੂੰ ਇਹ ਮੰਤਰ ਦੱਸ ਦਿੱਤਾ ਨਾ ਤੇ ਇਹਦਾ ਪ੍ਰਤਾਪ ਘਟ ਜਾਣਾ ਹੀ। ਇਸੇ ਕਰਕੇ ਕਿਸੇ ਨੂੰ ਦੱਸਦੇ ਹੀ ਨਹੀਂ ਹੈ ਕਿ ਕੀ ਮੰਤਰ ਮਿਲਦਾ ਹੈ ਸਾਡੇ ਗੁਰੂ ਤੋਂ। ਮਹਾਰਾਜ ਸਤਿਗੁਰੂ ਜੀ ਆਖ ਰਹੇ ਹੈ, ਇਹ ਜੀਵਾ ਪੂਰੇ ਗੁਰ ਕੀ ਪੂਰੀ ਦੀਖਿਆ, ਪੂਰੇ ਸਤਿਗੁਰੂ ਜੀ ਦੀ ਜਿਹੜੀ ਦੀਖਿਆ ਦੀਕਸ਼ਾ ਦਾਨ ਹੈ ਨਾ, ਨਾਮ ਮੰਤਰ ਹੈ, ਇਹ ਪੂਰਾ ਹੈ, ਪੂਰੇ ਪਰਮਾਤਮਾ ਦੇ ਨਾਲ ਮਿਲਾਉਣ ਵਾਲਾ ਹੈ। ਜਿਸ ਮਨ ਬਸੈ ਤਿਸ ਸਾਚ ਪਰੀਖਿਆ, ਜਿਸ ਦੇ ਵੀ ਮਨ ਵਿੱਚ ਵਸ ਗਿਆ ਨਾ, ਉਹਨੇ ਸੱਚੇ ਪਰਮਾਤਮਾ ਦੇ ਸਰੂਪ ਦੀ ਪਰਖ ਕਰ ਲਈ ਹੈ। ਉਹ ਪਾਰਖੂ ਬਣ ਗਿਆ ਪਰਮਾਤਮਾ ਦੇ ਸਰੂਪ ਦਾ। ਪਾਰਖੂ ਵੀ ਕਈ ਪ੍ਰਕਾਰ ਦੇ ਹੈ ਸਾਧ ਸੰਗਤ ਜੀ, ਜਿਵੇਂ ਜ਼ੌਹਰੀ ਹੁੰਦੇ, ਕੋਈ ਰਤਨਾਂ ਦਾ ਪਾਰਖੂ ਹੁੰਦਾ, ਕੋਈ ਪਾਰਸ ਦਾ ਪਾਰਖੂ ਹੁੰਦਾ, ਕੋਈ ਹੀਰੇ ਦੀ ਪਰਖ ਕਰਨ ਵਾਲਾ ਹੁੰਦਾ, ਕੋਈ ਸੋਨੇ ਦਾ, ਜਿਵੇਂ ਸੁਨਿਆਰਾ, ਉਹ ਵੀ ਇੱਕ ਪਾਰਖੂ ਹੀ ਹੈ ਨਾ, ਸ਼ੁੱਧ ਸੋਨੇ ਦੀ ਜਿਹੜਾ ਪਰਖ ਕਰ ਲੈਂਦਾ। ਤੇ ਜਿਹਨੂੰ ਪਤਾ ਹੀ ਨਹੀਂ ਹੈ, ਬੇਸਮਝ ਹੋਵੇ, ਉਹ ਸਾਧ ਸੰਗਤ ਜੀ ਸਹੀ ਦੀ ਥਾਂ ਤੇ ਨਕਲੀ ਸੋਨਾ ਵੀ ਖਰੀਦ ਲੈਂਦਾ ਹੈ। ਇਸ ਕਰਕੇ ਮਹਾਰਾਜ
ਹਜੂਰ ਕਹਿੰਦੇ ਹਨ ਉਹ ਸੱਚਾ ਪਾਰਖੂ ਬਣ ਜਾਂਦਾ ਹੈ, ਵਾਹਿਗੁਰੂ ਜੀ ਦੇ ਸਰੂਪ ਦੀ ਪਹਿਚਾਣ ਕਰ ਲੈਂਦਾ ਹੈ। ਜਿਸ ਹਿਰਦੇ ਅੰਦਰ ਮਹਾਰਾਜ ਸਾਹਿਬ ਜੀ ਦਾ ਨਾਮ ਵਾਹਿਗੁਰੂ ਮੰਤਰ ਵਸ ਜਾਂਦਾ ਹੈ। ਮਨ ਤਨ ਨਾਮ ਜਪਹੁ ਲਿਵ ਲਾਏ। ਇਹ ਜੀਵ ਲਿਵ ਲਾ ਕੇ ਮਨ ਕਰਕੇ ਤਨ ਕਰਕੇ ਪਰਮੇਸ਼ਰ ਦਾ ਨਾਮ ਜਪਿਆ ਕਰ। ਦੁਖ ਦਰਦ ਮਨ ਤੇ ਭਉ ਜਾਏ। ਜੰਮਣ ਮਰਨ ਦੇ ਦੁੱਖ ਅਵਿਦਿਆ ਦੀਆਂ ਪੀੜਾਂ ਸਭ ਮਹਾਰਾਜ ਕਹਿੰਦੇ ਚਲੇ ਜਾਣਗੇ, ਸਭ ਨਾਸ਼ ਹੋ ਜਾਣਗੇ। ਇੱਕ ਚਿਤ ਹੋ ਕੇ ਜੇ ਪਰਮੇਸ਼ਰ ਦਾ ਨਾਮ ਜਪੇਗਾ। ਸਚ ਵਾਪਾਰ ਕਰਹੁ ਵਾਪਾਰੀ। ਇਹ ਜੀਵ ਕਿਸੇ ਪ੍ਰਕਾਰ ਦਾ ਤੇਰੇ ਮਨ ਦੇ ਵਿੱਚ ਭੈ ਵੀ ਨਹੀਂ ਰਹਿਣਾ ਕਰੇਗਾ। ਦੁੱਖ ਦਰਦ ਮਨ ਤੇ ਭਾਉ ਜਾਏ, ਸਭ ਭੈ ਜਮਾਂ ਦੀ ਮਾਰ ਦਾ ਭੈ ਵੀ ਸਭ ਮਿਟ ਜਾਵੇਗਾ। ਇਸ ਕਰਕੇ ਮਹਾਰਾਜ ਹਜੂਰ ਕਹਿੰਦੇ ਪਰਮੇਸ਼ਰ ਦਾ ਚਿੰਤਨ ਕਰਿਆ ਕਰ। ਇਹ ਜੀਵ ਸੱਚ ਵਪਾਰ ਕਰਹੁ ਵਾਪਾਰੀ, ਸੱਚੇ ਨਾਮ ਦਾ ਵਪਾਰ ਕਰਿਆ ਕਰ। ਸੱਚਾ ਵਪਾਰੀ ਕਰ ਬਣ ਕੇ, ਐਵੇਂ ਝੂਠਾ ਨਹੀਂ। ਝੂਠ ਬੋਲ ਬੋਲ ਕਰਕੇ ਤੂੰ ਕਮਾਈ ਕਰਦਾ ਜਾਂ ਫਿਰ ਝੂਠੇ ਵਪਾਰਾਂ ਦੇ ਵਿੱਚ ਲੱਗਾ ਹੋਇਆ ਨਾ। ਮਹਾਰਾਜ ਸੱਚੇ ਪਾਤਸ਼ਾਹੀ ਦਾ ਭੈ ਰੱਖ ਕੇ ਤੇ ਸੱਚਾ ਵਪਾਰ ਕਰਿਆ ਕਰ। ਇਹ ਜੀਵ ਸੱਚੇ ਨਾਮ ਦਾ ਵਪਾਰ ਕਰ, ਆਪ ਜਪਿਆ ਕਰ ਔਰ ਜੀਵਾਂ ਨੂੰ ਪ੍ਰੇਰਿਤ ਕਰ ਕਰਕੇ ਜਪਾਇਆ ਕਰ। ਦਰਗਹ ਨਿਭੈ ਖੇਪ ਤੁਮਾਰੀ। ਪਰਮਾਤਮਾ ਦੀ ਸੱਚੀ ਦਰਗਾਹ ਦੇ ਵਿੱਚ ਤੇਰੀ ਜਿਹੜੀ ਜੀਵਨ ਦੀ ਸਫਲਤਾ ਹੋ ਜਾਵੇਗੀ, ਪਰਮਾਤਮਾ ਦੇ ਨਾਲ ਨਿਭ ਜਾਵੇਗੀ। ਸਿੱਖੀ ਕੇਸਾਂ ਸਵਾਸਾਂ ਦੇ ਨਾਲ ਨਿਭ ਜਾਵੇਗੀ ਜੇ ਸੱਚਾ ਵਪਾਰ ਕਰੇਗਾ, ਧਰਮ ਦੀ ਕਿਰਤ ਕਰੇਗਾ। ਠੱਗੀਆਂ ਮਾਰਨੀਆਂ, ਝੂਠ ਬੋਲਣਾ ਛੱਡ ਕੇ ਮਹਾਰਾਜ ਸਾਹਿਬ ਜੀ ਦੇ ਉਪਦੇਸ਼ ਦੀ ਕਮਾਈ ਕਰੇਗਾ। ਪਰਮਾਤਮਾ ਦੇ ਘਰ ਦੇ ਵਿੱਚ ਤੇਰੀ ਪ੍ਰਵਾਨਗੀ ਹੋ ਜਾਵੇਗੀ। ਏਕਾ ਟੇਕ ਰਖੋ ਮਨ ਮਾਹੇ। ਇੱਕ ਪਰਮਾਤਮਾ ਦੀ ਟੇਕ ਮਨ ਵਿੱਚ ਧਾਰਨ ਕਰਕੇ ਰੱਖਿਆ ਕਰ। ਮਨ ਬਾਣੀ ਸਰੀਰ ਕਰਕੇ ਮਹਾਰਾਜ ਸਾਹਿਬ ਜੀ ਦਾ ਆਸਰਾ ਲਖਣਾ ਕਰ। ਨਾਨਕ ਬਾਹੁਰ ਨਾ ਆਵਹਿ ਜਾਹੇ। ਸਤਿਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹ ਕਹਿੰਦੇ ਬਾਹਰ ਬਾਰ-ਬਾਰ ਤੇਰਾ ਫਿਰ ਆਉਣਾ ਜਾਣਾ ਨਹੀਂ ਹੋਵੇਗਾ, ਜੰਮਣ ਮਰਨਾ ਮਿਟ ਜਾਵੇਗਾ ਜੇ ਇੱਕ ਪਰਮਾਤਮਾ ਦਾ ਆਸਰਾ ਮਨ ਵਿੱਚ ਧਾਰੇਗਾ। ਤਿਸ ਤੇ ਦੂਰ ਕਹਾ ਕੋ ਜਾਏ। ਮਹਾਰਾਜ ਆਖ ਰਹੇ ਉਸ ਪਰਮਾਤਮਾ ਤੋਂ ਦੂਰ ਭਲਾ ਕਿੱਥੇ ਭੱਜ ਕੇ ਕੋਈ ਜਾ ਸਕਦਾ ਹੈ? ਰੱਬ ਤੋਂ ਭੱਜ ਥੋੜਾ ਕੋਈ ਸਕਦਾ, ਉਹ ਸਰਬ ਵਿਆਪਕ ਹੈ। ਜਿੱਥੇ ਵੀ ਦੇਖਦੇ ਆ, ਜਹ ਜਹ ਪੇਖੋ ਤਹ ਹਜੂਰ, ਦੂਰ ਕਤਹੁ ਨਾ ਜਾਈ। ਰਬ ਰਹਿਆ ਸਰਬਤਰ ਮੈਂ, ਮਨ ਸਦਾ ਧਿਆਈ। ਇਹ ਜੀਵ ਰੱਬ ਤੋਂ ਕਿਤੇ ਭੱਜ ਨਹੀਂ ਸਕਦਾ, ਹਰ ਸਮੇਂ ਤੈਨੂੰ ਦੇਖਦਾ ਹੈ, ਹਰ ਸਮੇਂ ਤੈਨੂੰ ਸੁਣਦਾ ਹੈ। ਇਸ ਕਰਕੇ ਵਾਹਿਗੁਰੂ ਨੂੰ ਛੱਡ ਕੇ ਤਿਆਗ ਕੇ ਕਿੱਥੇ ਜਾਵੇਂਗਾ? ਉਬਰੈ ਰਾਖਨ ਹਾਰ ਧਿਆਏ। ਜੇ ਕੋਈ ਰੱਖਣ ਹਾਰੇ ਪਰਮਾਤਮਾ ਨੂੰ ਧਿਆ ਲੈਂਦਾ, ਉਹ ਭਵ ਸਾਗਰ ਤੋਂ ਉਬਰ ਜਾਂਦਾ ਹੈ, ਤਰ ਜਾਂਦਾ ਹੈ, ਮੁਕਤੀ ਰੂਪ ਕਿਨਾਰੇ ਤੇ ਪਹੁੰਚ ਜਾਂਦਾ ਹੈ। ਨਿਰਭਉ ਜਪੈ ਸਗਲ ਭਉ ਮਿਟੈ। ਜੋ ਨਿਰਭੈ ਵਾਹਿਗੁਰੂ ਦੇ ਸਰੂਪ ਦਾ ਜਾਪ ਕਰਦਾ ਹੈ, ਉਹਦੇ ਸਾਰੇ ਭੈ ਮਿਟ ਜਾਂਦੇ ਹਨ। ਜੋ ਪਰਮਾਤਮਾ ਨਿਰਭਉ ਵਾਹਿਗੁਰੂ ਜੀ ਦਾ ਸਰੂਪ ਹੈ, ਇੱਕ ਚਿੱਤ ਹੋ ਕੇ ਰੱਬ ਨੂੰ ਚੇਤੇ ਕਰਦਾ, ਸਾਰੇ ਡਰ ਵਾਹਿਗੁਰੂ ਉਹਦੇ ਖਤਮ ਕਰ ਦਿੰਦਾ ਹੈ। ਪ੍ਰਭ ਕਿਰਪਾ ਤੇ ਪ੍ਰਾਣੀ ਛੁਟੈ। ਪਰਮਾਤਮਾ ਦੀ ਕਿਰਪਾ ਕਰਕੇ ਹੀ ਇਹ ਜੀਵ ਬੰਧਨਾਂ ਤੋਂ ਛੁੱਟਦਾ ਹੈ, ਜਮਾਂ ਦੀ ਮਾਰ ਤੋਂ ਛੁੱਟਦਾ ਹੈ, ਸੰਸਾਰ ਦੇ ਜੰਮਣ ਮਰਨੇ ਤੋਂ ਖਹਿੜਾ ਛੁਡਾ ਲੈਂਦਾ ਹੈ। ਜਿਸ ਪ੍ਰਭ ਰਾਖੈ ਤਿਸ ਨਾਹੀ ਦੁਖ। ਪਰਮਾਤਮਾ ਜਿਸ ਜੀਵ ਦੀ ਰੱਖਿਆ ਕਰਨੀ ਚਾਹੇ ਉਹਨੂੰ ਕੋਈ ਦੁੱਖ ਨਹੀਂ ਲੱਗ ਸਕਦਾ। ਪਰਮਾਤਮਾ ਜਿਸ ਜੀਵ ਦੀ ਰੱਖਿਆ ਕਰਦਾ ਹੈ, ਐਸੀ ਮਹਾਨ ਪਰਮੇਸ਼ਰ ਦੀ ਸ਼ਕਤੀ ਹੈ। ਗਰੀਬ ਨਵਾਜ ਸਤਿਗੁਰੂ ਜੀ ਆਪਣੇ ਸਿੱਖ ਨੂੰ ਦੁੱਖਾਂ ਤੋਂ, ਰੋਗਾਂ ਤੋਂ ਬਚਾ ਲੈਂਦੇ ਹਨ। ਮਹਾਰਾਜ ਸੱਚੇ ਪਾਤਸ਼ਾਹ ਜਿਸ ਜੀਵ ਦੀ ਰੱਖਿਆ ਕਰਦੇ, ਜੰਮਣ ਮਰਨ ਤੋਂ ਵੀ ਬਚ ਜਾਂਦਾ ਹੈ। ਨਾਮ ਜਪਤ ਮਨ ਹੋਵਤ ਸੁਖ। ਹੋਵਤ ਭਾਗਾ ਪੁਰਖ ਵਾਹਿਗੁਰੂ ਦਾ ਨਾਮ ਜਪ ਜਪ ਕਰਕੇ ਪਰਮ ਸੁਖ ਪ੍ਰਾਪਤ ਕਰ ਲੈਂਦਾ ਹੈ। ਮਨ ਕਰਕੇ ਉਸ ਨੂੰ ਆਤਮਿਕ ਸੁਖ ਪ੍ਰਾਪਤ ਹੋ ਜਾਂਦਾ ਹੈ। ਚਿੰਤਾ ਜਾਏ ਮਿਟੈ ਅਹੰਕਾਰ। ਜਿਸ ਜੀਵ ਦਾ ਹੰਕਾਰ ਚਲਾ ਜਾਂਦਾ ਹੈ ਨਾ, ਹੰਗਤਾ ਮਮਤਾ ਤੋਂ ਰਹਿਤ ਹੋ ਜਾਂਦਾ, ਉਹਦੀ ਚਿੰਤਾ ਵੀ ਚਲੀ ਜਾਂਦੀ ਹੈ।
ਜਿਹੜਾ ਮਨੁੱਖ ਬਹੁਤੀ ਚਿੰਤਾ ਕਰਕੇ ਦੁਖੀ ਹੁੰਦਾ ਨਾ, ਜਾਣੋ ਕਿ ਬਹੁਤ ਵੱਡਾ ਹੰਕਾਰੀ ਹੈ। ਤੇ ਜਿਵੇਂ ਜਿਵੇਂ ਹੰਕਾਰ ਵੱਧਦਾ ਜਾਂਦਾ ਹੈ, ਤਿਵੇਂ ਤਿਵੇਂ ਜੀਵ ਦੀ ਚਿੰਤਾ ਵੀ ਵੱਧਦੀ ਜਾਂਦੀ ਹੈ। ਜਿਵੇਂ ਜਿਵੇਂ ਹੰਕਾਰ ਘਟਦਾ ਜਾਂਦਾ, ਨਿਮਰਤਾ ਆਈ ਜਾਂਦੀ, ਤਿਵੇਂ ਤਿਵੇਂ ਚਿੰਤਾ ਤੋਂ ਵੀ ਰਾਹਤ ਪ੍ਰਾਪਤ ਕਰੀ ਜਾਂਦਾ ਹੈ। ਤੇ ਮਹਾਰਾਜ ਕਹਿੰਦੇ ਚਿੰਤਾ ਜਾਏ ਮਿਟੈ ਅਹੰਕਾਰ। ਇਹ ਜੀਵ ਹੰਕਾਰ ਮਿਟ ਜਾਵੇ ਨਾ ਤੇਰਾ, ਹਉਮੈ ਤੋਂ ਰਹਿਤ ਹੋ ਜਾਵੇ, ਤੇ ਚਿੰਤਾ ਸੁਭਾਵਿਕ ਹੀ ਤੇਰੀ ਚਲੀ ਜਾਵੇਗੀ, ਜੋ ਬਾਰ-ਬਾਰ ਤੈਨੂੰ ਅੰਦਰੇ ਅੰਦਰ ਸਾੜਦੀ ਰਹਿੰਦੀ ਹੈ। ਤਿਸ ਜਨ ਕਾ ਕੋਇ ਨ ਪਹੁੰਚਨ ਹਾਰ। ਉਸ ਵਾਹਿਗੁਰੂ ਦੇ ਪਿਆਰੇ ਜਨ ਦੀ ਸਮਸਤ ਕੋਈ ਪਹੁੰਚਣ ਵਾਲਾ ਨਹੀਂ, ਕੋਈ ਬਰਾਬਰਤਾ ਕਰਨ ਵਾਲਾ ਨਹੀਂ, ਜਿਹੜਾ ਹਉਮੈ ਤੋਂ ਰਹਿਤ ਹੋ ਗਿਆ, ਜਿਸ ਨੂੰ ਕਿਸੇ ਪ੍ਰਕਾਰ ਦੀ ਚਿੰਤਾ ਨਹੀਂ, ਕੇਵਲ ਪਰਮਾਤਮਾ ਦਾ ਚਿੰਤਨ ਹੈ, ਕੇਵਲ ਰੱਬੀ ਯਾਦ ਹਿਰਦੇ ਅੰਦਰ ਰਹਿੰਦੀ ਹੈ। ਮਹਾਰਾਜ ਕਹਿੰਦੇ ਉਹਦੇ ਬਰਾਬਰ ਨਹੀਂ ਕੋਈ ਪੁੱਜ ਸਕਦਾ। ਭਾਵੇਂ ਕੋਈ ਛਤਰਪਤੀ ਰਾਜਾ ਹੋਵੇ, ਚੱਕਰਵਰਤੀ ਬਾਦਸ਼ਾਹ ਹੋਵੇ, ਭਾਵੇਂ ਕੋਈ ਪੰਡਿਤ ਹੋਵੇ, ਮਹਾਰਾਜ ਕਹਿੰਦੇ ਵੱਡਾ ਸੂਰਮਾ ਵੀ ਕਿਉਂ ਨਾ ਭਾਵੇਂ ਹੋਵੇ ਸਾ, ਪਰ ਭਗਤ ਬਰਾਬਰ ਔਰ ਨਾ ਕੋਈ। ਵਾਹਿਗੁਰੂ ਜੀ ਦੇ ਪਿਆਰੇ ਭਗਤ ਦੇ ਸਮਾਨ, ਨਾਮ ਜਪਣ ਵਾਲੇ ਦੇ ਸਮਸਤ ਕੋਈ ਵੀ ਨਹੀਂ ਪੁੱਜ ਸਕਦਾ। ਸਿਰ ਉਪਰ ਠਾਡਾ ਗੁਰ ਸੂਰਾ। ਹਜੂਰ ਫਰਮਾਉਂਦੇ ਹੈ, ਪਰਮਾਤਮਾ ਜਿਨ੍ਹਾਂ ਦੇ ਸੀਸ ਤੇ ਮਿਹਰ ਭਰੇ ਹੱਥ ਰੱਖ ਕਰਕੇ ਖਲੋਂਦਾ ਹੈ, ਆਪ ਕਿਰਪਾਲੂ ਹੋ ਕਰਕੇ ਜਿਨ੍ਹਾਂ ਦੇ ਨਾਲ ਖੜ ਜਾਂਦਾ ਹੈ। ਨਾਨਕ ਤਾਕੇ ਕਾਰਜ ਪੂਰਾ। ਸਤਿਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹ ਕਹਿੰਦੇ ਉਹਨਾਂ ਦੇ ਸਾਰੇ ਕਾਰਜ ਪਰਮੇਸ਼ਰ ਆਪ ਹੀ ਪੂਰੇ ਕਰ ਦਿੰਦਾ ਹੈ, ਵਿਵਹਾਰਕ ਔਰ ਪਰਮਾਰਥਿਕ। ਪਰਮਾਤਮਾ ਜਿਨ੍ਹਾਂ ਦੇ ਵੱਲ ਹੋਵੇ, ਮਹਾਰਾਜ ਕਹਿੰਦੇ ਹਨ ਵਿੱਚ ਕਰਤਾ ਪੁਰਖ ਖਲੋਵਾ, ਵਾਲ ਨਾ ਵਿੰਗਾ ਹੋਵਾ। ਉਹਨਾਂ ਦਾ ਕੋਈ ਵਾਲ ਵੀ ਵਿੰਗਾ ਨਹੀਂ ਕਰ ਸਕਦਾ। ਜਿਨ੍ਹਾਂ ਦੇ ਵੱਲ ਕਰਤਾ ਪਰਮੇਸ਼ਰ ਆਪ ਆ ਕਰਕੇ ਖਲੋ ਜਾਂਦਾ ਹੈ। ਮਤ ਪੂਰੀ ਅੰਮ੍ਰਿਤ ਜਾ ਕੀ ਦ੍ਰਿਸ਼ਟ। ਪੂਰੇ ਸਤਿਗੁਰੂ ਜੀ ਦੀ ਜੋ ਆਤਮ ਸ਼ੈਣੀ ਸ਼੍ਰੋਮਣੀ ਮਤ ਹੈ, ਸਾਧ ਸੰਗਤ ਜੀ ਪੂਰੀ ਹੈ। ਮਨੁੱਖ ਅਧੂਰਾ ਹੈ, ਇਹਦੀ ਮਤ ਵੀ ਅਧੂਰੀ ਹੈ। ਸੰਸਾਰ ਅਧੂਰਾ ਹੈ, ਸੰਸਾਰ ਦੇ ਵਿੱਚ ਮਤਾਂ ਮਤਾਂਤਰਾਂ ਵੀ ਅਧੂਰੀਆਂ ਹਨ। ਇਸੇ ਕਰਕੇ ਤੇ ਪੂਰੇ ਪਰਮਾਤਮਾ ਤੱਕ ਨਹੀਂ ਪਹੁੰਚ ਸਕਦੇ ਜਿਹੜੇ ਅਧੂਰੇਪਣ ਦੇ ਵਿੱਚ ਰਹਿੰਦੇ ਹਨ। ਮਹਾਰਾਜ ਕਹਿੰਦੇ ਪੂਰੇ ਸਤਿਗੁਰੂ ਜੀ, ਉਹਨਾਂ ਦੀ ਮਤ ਵੀ ਪੂਰੀ ਹੈ। ਮਤ ਪੂਰੀ ਅੰਮ੍ਰਿਤ ਜਾ ਕੀ ਦ੍ਰਿਸ਼ਟ। ਤੇ ਜਿਨ੍ਹਾਂ ਸਤਿਗੁਰੂ ਜੀ ਦੀ ਦ੍ਰਿਸ਼ਟੀ ਦੇ ਵਿੱਚ ਅੰਮ੍ਰਿਤ ਦੀ ਵਰਖਾ ਹੁੰਦੀ ਹੈ, ਅੰਮ੍ਰਿਤ ਵਰਸਦਾ ਹੈ। ਆਮੇ ਦ੍ਰਿਸ਼ਟ ਸ਼ੁਭ ਕਰੈ, ਹਰੈ ਅਗ ਪਾਪ ਸਕਲ ਮਾਲਾ। ਮਹਾਰਾਜ ਅੰਮ੍ਰਿਤਮਈ ਨਿਗਾਹ ਜਿਨ੍ਹਾਂ ਤੇ ਪਾ ਦਿੰਦੇ ਆ ਨਾ ਸਾਧ ਸੰਗਤ ਜੀ, ਉਹਨਾਂ ਦੇ ਸਾਰੇ ਪਾਪ ਨਸ਼ਟ ਹੋ ਜਾਂਦੇ ਹੈ, ਵਿਕਾਰ ਉਹਨਾਂ ਦੇ ਜ਼ਬਤ ਹੋ ਜਾਂਦੇ ਹੈ, ਚਿੰਤਾਵਾਂ ਝੋਰੇ ਖਤਮ ਹੋ ਜਾਂਦੇ ਹੈ, ਹਿਰਦੇ ਅੰਦਰ ਪਰਮ ਸੁਖ ਮਿਲ ਜਾਂਦਾ ਹੈ। ਐਸੀ ਅੰਮ੍ਰਿਤ ਦੀ ਮਹਾਰਾਜ ਸੱਚੇ ਪਾਤਸ਼ਾਹੀ ਦੀ ਵਰਖਾ ਕਰ ਦਿੰਦੇ ਹੈ। ਐਸੀ ਮਹਾਰਾਜ ਸਾਹਿਬ ਜੀ ਦੀ ਆਤਮ ਛੈਣੀ ਮਤ ਹੈ। ਦਰਸ਼ਨ ਪੇਖਤ ਉਦਰਤ ਸ੍ਰੇਸ਼ਟ। ਸ੍ਰਿਸ਼ਟੀ ਦੇ ਵਿੱਚੋਂ ਕੋਈ ਵੀ ਪ੍ਰਾਣੀ ਮਾਤਰ ਜੀਵ ਮਹਾਰਾਜ ਸਾਹਿਬ ਜੀ ਦੇ ਦਰਸ਼ਨ ਕਰ ਲੈਂਦਾ, ਉਹ ਉਧਰ ਜਾਂਦਾ ਹੈ, ਭਵ ਸਾਗਰ ਤੋਂ ਤਰ ਜਾਂਦਾ ਹੈ। ਦਰਸ਼ਨ ਪਰਸਿਆ ਗੁਰੂ ਕੈ, ਜਨਮ ਮਰਨ ਦੁਖ ਜਾਏ। ਜੰਮਣ ਮਰਨਾ ਜੀਵ ਦਾ ਚਲਾ ਜਾਂਦਾ। ਜੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸ਼ਰਧਾ ਵਿਸ਼ਵਾਸ ਦੇ ਨਾਲ ਦਰਸ਼ਨ ਕਰਦਾ ਹੈ, ਸਤਿਗੁਰੂ ਜੀ ਨੂੰ ਪ੍ਰਤੱਖ ਹਾਜ਼ਰ ਨਾਜ਼ਰ ਜਾਣ ਕੇ ਦੀਦਾਰ ਕਰਦਾ ਹੈ। ਚਰਨ ਕਮਲ ਜਾ ਕੇ ਅਨੂਪ। ਸਤਿਗੁਰੂ ਜੀ ਦੇ ਨਾਮ ਰੂਪ ਜੋ ਚਰਨ ਕਮਲ ਹੈ, ਇਹ ਉਪਮਾ ਤੋਂ ਰਹਿਤ ਹਨ। ਇਹਨਾਂ ਦੀ ਉਪਮਾ ਕੀਤੀ ਨਹੀਂ ਜਾ ਸਕਦੀ। ਐਸੀ ਮਹਾਨ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਦੀ ਉਪਮਾ ਹੈ। ਹਜੂਰ ਨੇ ਭਗਤ ਰਸਨਾ ਦੁਆਰਾ ਫਰਮਾਨ ਕੀਤਾ, ਕਬੀਰ ਚਰਨ ਕਮਲ ਕੀ ਮੌਜ ਕੋ, ਕਹਿ ਕੈਸੇ ਉਪਮਾਨ। ਕਹਿਬੇ ਕੋ ਸ਼ੋਭਾ ਨਹੀਂ, ਦੇਖਾ ਹੀ ਪਰਵਾਨ। ਕਹਿੰਦੇ ਜਿਨ੍ਹਾਂ ਨੇ ਆਨੰਦ ਪ੍ਰਾਪਤ ਕੀਤਾ ਨਾ, ਮਹਾਰਾਜ ਕਹਿੰਦੇ ਉਹਨਾਂ ਨੂੰ ਪਤਾ ਹੈ, ਉਹ ਕਹਿ ਨਹੀਂ ਸਕਦੇ। ਕਬੀਰ ਚਰਨ ਕਮਲ ਕੀ ਮੌਜ ਕੋ, ਕਹਿ ਕੈਸੇ ਉਨਮਾਨ। ਕਿਵੇਂ ਕਿ ਉਨਮਾਨ ਲਾ ਕੇ ਦੱਸੇਗਾ ਕਿ ਮਹਾਰਾਜ ਇਹਨਾਂ ਕੋ ਆਨੰਦ ਹੈ ਆਪ ਜੀ ਦੇ ਚਰਨਾਂ ਦਾ। ਇਹ ਤਾਂ ਇਵੇਂ ਹੈ ਜਿਵੇਂ ਕਿਸੇ ਗੂੰਗੇ ਬੰਦੇ ਨੂੰ ਗੁੜ ਖਵਾ ਕੇ ਸਵਾਦ ਪੁੱਛੋ, ਉਹ ਦੱਸ ਨਹੀਂ ਸਕੇਗਾ। ਉਹਦੇ ਚਿਹਰੇ ਤੋਂ, ਉਹਦੀ ਮੁਸਕਰਾਹਟ ਤੋਂ ਅੰਦਾਜ਼ਾ ਜ਼ਰੂਰ ਲਗਾਇਆ ਜਾ ਸਕਦਾ ਕਿ ਬੜਾ ਖੁਸ਼ ਪ੍ਰਤੀਤ ਹੋ ਰਿਹਾ ਹੈ। ਮਹਾਰਾਜ ਕਹਿੰਦੇ ਕਹੋ ਕਬੀਰ ਗੂੰਗਾ ਗੁੜ ਖਾਇਆ, ਪੁੱਛੇ ਤੇ ਕਿਆ ਕਹੀਏ। ਕੀ ਦੱਸੇਗਾ, ਦੱਸ ਹੀ ਨਹੀਂ ਸਕਦਾ।
ਇਵੇਂ ਜਿਨ੍ਹਾਂ ਦੇ ਹਿਰਦੇ ਅੰਦਰ ਮਹਾਰਾਜ ਸਾਹਿਬ ਜੀ ਦਾ ਨਾਮ ਦਾ ਪਰਮ ਆਨੰਦ ਪ੍ਰਾਪਤ ਹੋਇਆ, ਉਹ ਕਹਿ ਨਹੀਂ ਸਕਦੇ। ਐਸੀ ਪਰਮੇਸ਼ਰ ਦੇ ਨਾਮ ਰੂਪ ਚਰਨ ਕਮਲਾਂ ਦੀ ਉਪਮਾ ਹੈ, ਬੇਅੰਤ ਵਡਿਆਈ ਹੈ। ਸਫਲ ਦਰਸ਼ਨ ਸੁੰਦਰ ਹਰ ਰੂਪ। ਜੋ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦਾ ਮਹਾਰਾਜ ਸਤਿਗੁਰੂ ਜੀ ਸਵਰੂਪ ਹਨ, ਬੜਾ ਹੀ ਸੁੰਦਰ ਮਹਾਰਾਜ ਸਾਹਿਬ ਜੀ ਦਾ ਸਰੂਪ ਹੈ। ਮਹਾਰਾਜ ਕਹਿੰਦੇ ਫਲਾਂ ਦੇ ਸਹਿਤ ਸਤਿਗੁਰੂ ਜੀ ਦੇ ਦਰਸ਼ਨ ਹਨ। ਜੋ ਮਾਈ ਭਾਈ ਸਿੱਖ ਸੇਵਕ ਪਿਆਰ ਨਾਲ ਸਤਿਗੁਰਾਂ ਦੇ ਦੀਦਾਰ ਕਰਦਾ, ਉਹਨੂੰ ਹਰ ਮਨੁਚਿਤ ਫਲ ਪ੍ਰਾਪਤ ਹੋ ਜਾਂਦਾ ਹੈ। ਕੋਈ ਪ੍ਰਾਣੀ ਕਿਸੇ ਤਰ੍ਹਾਂ ਦੀ ਇੱਛਾ ਲੈ ਕੇ ਮਹਾਰਾਜ ਜੀ ਦੇ ਦੀਦਾਰ ਕਰਦਾ, ਕੋਈ ਕਿਸੇ ਪ੍ਰਕਾਰ ਦੀ ਇੱਛਾ ਲੈ ਕੇ। ਮਹਾਰਾਜ ਕਹਿੰਦੇ ਸਭ ਇੱਛਾਵਾਂ ਨੂੰ ਫਲ ਲਾਉਣ ਵਾਲੇ, ਪੂਰੀਆਂ ਕਰਨ ਵਾਲੇ, ਆਸਾਂ ਨੂੰ ਮਹਾਰਾਜ ਕਹਿੰਦੇ ਸਫਲ ਕਰਨ ਵਾਲੇ ਪੂਰੇ ਸਤਿਗੁਰੂ ਜੀ ਦਾ ਦੀਦਾਰ ਹੈ। ਕਿੰਨੀ ਅਮੋਲਕ ਦਾਤ ਹੈ ਸਤਿਗੁਰੂ ਜੀ ਦੇ ਦਰਸ਼ਨਾਂ ਦੀ। ਦੀਦਨੇ ਦੀਦਾਰ ਸਾਹਿਬ ਕਛ ਨਹੀਂ ਇਸ ਕਾ ਮੋਲ, ਪਾਕ ਪਰਵਦਗਾਰ ਤੋਂ ਖੁਦ ਖਸਮ ਵੱਡਾ ਅਤੋਲ। ਅਮੋਲਕ ਮਹਾਰਾਜ ਸਾਹਿਬ ਜੀ ਦੇ ਦਰਸ਼ਨਾਂ ਦੀ ਦਾਤ ਹੈ। ਬਹੁਤ ਵੱਡੇ ਭਾਗ ਹੋਣ ਤਾਂ ਮਹਾਰਾਜ ਸਾਹਿਬ ਜੀ ਦੇ ਦਰਸ਼ਨਾਂ ਦੀ ਦਾਤ ਮਿਲਦੀ ਹੈ। ਨਹੀਂ ਤੇ ਸਾਧ ਸੰਗਤ ਜੀ ਹਜ਼ਾਰਾਂ ਕਿਲੋਮੀਟਰ ਇੱਥੇ ਤੀਰਥ ਯਾਤਰਾ ਤੇ ਆ ਕੇ ਵੀ ਕਈ ਵਾਰ ਸਾਨੂੰ ਦਰਸ਼ਨ ਨਹੀਂ ਮਹਾਰਾਜ ਸਾਹਿਬ ਜੀ ਦੇ ਨਸੀਬ ਹੁੰਦੇ। ਬਾਜ਼ਾਰਾਂ ਵਿੱਚ ਗਲੀਆਂ ਵਿੱਚ ਫਿਰ ਕੇ ਦੁਕਾਨਾਂ ਤੋਂ ਸੌਦੇ ਖਰੀਦ ਕੇ ਘਰਾਂ ਨੂੰ ਚਲੇ ਜਾਂਦੇ ਆ। ਮਾੜੇ ਭਾਗਾਂ ਦੀ ਨਿਸ਼ਾਨੀ ਹੈ। ਇਹ ਸਾਨੂੰ ਜ਼ਰੂਰ ਪਤਾ ਹੁੰਦਾ ਕਿ ਕਿਹੜੀ ਥਾਂ 'ਤੇ ਕਿਹੜੀ ਦੁਕਾਨ 'ਤੇ ਕਿੰਨਾ ਸਸਤਾ ਅਤੇ ਕਿੰਨਾ ਮਹਿੰਗਾ ਸੌਦਾ ਮਿਲਦਾ, ਪਰ ਗੁਰੂ ਘਰਾਂ ਦੇ ਇਤਿਹਾਸ ਦਾ ਸਾਨੂੰ ਕੋਈ ਨਹੀਂ ਪਤਾ ਹੁੰਦਾ। ਇਹ ਮਾੜੇ ਭਾਗਾਂ ਦੀ ਨਿਸ਼ਾਨੀ ਹੈ। ਅਤੇ ਮਹਾਰਾਜ ਕਹਿੰਦੇ ਬਹੁਤ ਵੱਡੇ ਭਾਗ ਹੋਣ ਤਾਂ ਮਹਾਰਾਜ ਸਾਹਿਬ ਜੀ ਦੇ ਦਰਸ਼ਨ ਪ੍ਰਾਪਤ ਹੁੰਦੇ ਆ, ਜੋ ਫਲਾਂ ਦੇ ਸਹਿਤ ਹਨ। ਧੰਨ ਸੇਵਾ ਸੇਵਕ ਪਰਵਾਨ। ਸਤਿਗੁਰੂ ਜੀ ਦੀ ਸੇਵਾ ਧੰਨਤਾ ਦੇ ਯੋਗ ਹੈ, ਬੜੀ ਅਮੋਲਕ ਹੈ। ਅਤੇ ਜੋ ਸੇਵਕ ਬਣ ਕੇ ਸੇਵਾ ਕਰਦਾ ਉਹ ਵੀ ਧੰਨਤਾ ਯੋਗ ਹੋ ਜਾਂਦਾ ਹੈ। ਮਹਾਰਾਜ ਸਾਹਿਬ ਜੀ ਦੇ ਚਰਨਾਂ ਦੀ ਸੇਵਾ ਨਿਮਰਤਾਵਾਨ ਹੋ ਕੇ ਹੁੰਦੀ ਹੈ, ਕਿਉਂਕਿ ਸਤਿਗੁਰੂ ਜੀ ਨੇ ਫਰਮਾਨ ਕੀਤਾ, ਸਤਿਗੁਰ ਕੀ ਸੇਵਾ ਗਾਖੜੀ ਸਿਰ ਦੀਜੈ ਆਪ ਗਵਾਏ। ਹੰਕਾਰ ਰੂਪੀ ਸੀਸ ਵੱਢ ਕੇ ਨਿਮਰਤਾਵਾਨ ਹੋ ਕੇ ਮਹਾਰਾਜ ਜੀ ਦੇ ਚਰਨਾਂ ਦੀ ਸੇਵਾ ਹੋ ਸਕਦੀ ਹੈ। ਹੰਕਾਰੀ ਬੰਦਾ ਨਹੀਂ ਕਦੇ ਮਹਾਰਾਜ ਜੀ ਦੀ ਸੇਵਾ ਕਰ ਸਕਦਾ, ਉਹ ਭਾਉਂਦਾ ਹੀ ਨਹੀਂ। ਹਰ ਜੀਓ ਅਹੰਕਾਰ ਨਾ ਭਾਵਈ। ਮਹਾਰਾਜ ਕਹਿੰਦੇ ਸਤਿਗੁਰੂ ਜੀ ਦੀ ਉਹਨਾਂ ਦੇ ਵੱਲ ਪਿੱਠ ਹੁੰਦੀ ਹੈ। ਅਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਦਿਓ ਮੁਖ ਲਾਇਆ। ਨਿਮਰਤਾਵਾਨ ਹੋ ਕੇ ਜੋ ਮਹਾਰਾਜ ਸਾਹਿਬ ਜੀ ਦਾ ਨਾਮ ਜਪਦੇ ਆ, ਇਹ ਸਭ ਤੋਂ ਪਰਮ ਸੇਵਾ ਹੈ, ਸਭ ਤੋਂ ਵੱਡੀ ਸੇਵਾ ਹੈ, ਜੋ ਪਿਆਰ ਦੇ ਵਿੱਚ ਭਿੱਜ ਕੇ ਸਿਮਰਨ ਕਰਨਾ ਹੈ। ਮਹਾਰਾਜ ਹਜੂਰ ਨੇ ਬਖਸ਼ਿਸ਼ ਕੀਤੀ ਹੈ ਕਿ ਐਸੇ ਮਹਾਨ ਗੁਰੂ ਕੇ ਪਿਆਰ ਵਾਲੇ ਸਿੱਖ ਹੈ, ਜੋ ਇੱਕ ਚਿੱਤ ਹੋ ਕੇ ਮਹਾਰਾਜ ਸਾਹਿਬ ਜੀ ਦਾ ਗੁਰੂ ਕਾ ਬਚਨ ਸਤ ਮੰਨਣ ਰੂਪ ਜਿਹੜੀ ਸੇਵਾ ਕਮਾਉਂਦੇ ਹਨ। ਕਿਉਂਕਿ ਸਤਿਗੁਰੂ ਜੀ ਦਾ ਬਚਨ ਜਿਹੜਾ ਹੈ, ਮਹਾਰਾਜ ਸਾਹਿਬ ਜੀ ਦਾ ਉਪਦੇਸ਼ ਰੂਪੀ ਜਿਹੜੀ ਸੇਵਾ, ਇਹ ਵੀ ਬੜੀ ਧੰਨ ਹੈ, ਬੜੀ ਧੰਨਤਾ ਯੋਗ ਹੈ। ਧੰਨ ਸੇਵਾ ਸੇਵਕ ਪ੍ਰਵਾਨ। ਅਤੇ ਮਹਾਰਾਜ ਕਹਿੰਦੇ ਉਹ ਸੇਵਕ ਵੀ ਪ੍ਰਵਾਨ ਹੋ ਜਾਂਦਾ, ਧੰਨਤਾ ਯੋਗ ਹੋ ਜਾਂਦਾ, ਜੋ ਗੁਰੂ ਕੇ ਬਚਨਾਂ ਨੂੰ ਸਤ ਕਰਕੇ ਮੰਨਦਾ ਹੈ। ਅੰਤਰ ਜਾਮੀ ਪੁਰਖ ਪ੍ਰਧਾਨ। ਉਹ ਪਰਮਾਤਮਾ ਅੰਤਰ ਜਾਮੀ ਹੈ, ਪੁਰਖ ਸਰੂਪ ਹੈ ਅਤੇ ਸਭ ਤੋਂ ਮੁਖੀ ਹੈ। ਪਰਮਾਤਮਾ ਜੈਸਾ ਕੋਈ ਮੁਖੀ ਨਹੀਂ ਹੈ, ਵਾਹਿਗੁਰੂ ਜੈਸਾ ਕੋਈ ਹੋਰ ਨਹੀਂ ਦੂਜਾ ਹੋ ਸਕਦਾ। ਜਿਸ ਮਨ ਬਸੈ ਸੋ ਹੋਤ ਨਿਹਾਲ। ਜਿਸ ਜੀਵ ਦੇ ਮਨ ਵਿੱਚ ਉਹ ਪਰਮਾਤਮਾ ਵਸ ਜਾਂਦਾ ਹੈ, ਉਹ ਨਿਹਾਲ ਹੋ ਜਾਂਦਾ ਹੈ, ਉਹ ਮੁਕਤ ਹੋ ਜਾਂਦਾ ਹੈ। ਵਾਹਿਗੁਰੂ ਦੇ ਪਿਆਰ ਵਾਲੇ ਸਤਿਪੁਰਸ਼ ਮੁਕਤ ਹੋ ਗਏ ਹੈ, ਸੰਸਾਰ ਦੇ ਬੰਧਨਾਂ ਤੋਂ ਆਜ਼ਾਦ ਹੋ ਗਏ ਹੈ, ਜਿਨ੍ਹਾਂ ਦੇ ਹਿਰਦੇ ਅੰਦਰ ਵਾਹਿਗੁਰੂ ਦੀ ਯਾਦ ਵਸ ਗਈ ਹੈ। ਤਾ ਕੈ ਨਿਕਟ ਨਾ ਆਵਤ ਕਾਲ। ਮਹਾਰਾਜ ਕਹਿੰਦੇ ਹਨ ਉਹਨਾਂ ਦੇ ਨੇੜੇ ਕਾਲ ਨਹੀਂ ਆ ਸਕਦਾ। ਭਾਵੇਂ ਕਾਲ ਦੀ ਬਣਾਈ ਹੋਈ ਪਰਜਾ ਕਾਲ ਸਭ ਨੂੰ ਚੱਬ ਜਾਣ ਵਾਲਾ ਹੈ। ਸਤਿਗੁਰੂ ਜੀ ਨੇ ਫਰਮਾਨ ਕੀਤਾ ਹੈ ਨਾ ਕਿ ਕਾਲ ਕੇ ਬਨਾਹੇ ਸਭ ਕਾਲ ਹੀ ਚਬਾਹੇਂਗੇ। ਦਸ਼ਮੇਸ਼ ਪਿਤਾ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਕਹਿੰਦੇ ਹਨ, ਕਾਲ ਦੀ ਬਣਾਈ ਸ੍ਰਿਸ਼ਟੀ ਕਾਲ ਸਭ ਨੂੰ ਚੱਬ ਜਾਣ ਵਾਲਾ ਹੈ। ਇਹ ਸਾਰੀ ਰਿਆਇਆ ਕਾਲ ਦੀ ਹੈ। ਭਾਵੇਂ ਕੋਈ ਵੱਡਾ ਸਾਧ ਸੰਗਤ ਜੀ ਧਨਾੜ ਪੁਰਸ਼ ਹੋਵੇ, ਭਾਵੇਂ ਕੰਗਾਲ ਹੋਵੇ, ਰਾਜਾ ਹੋਵੇ, ਪਰਜਾ ਹੋਵੇ, ਸਮਾਨ ਜਾਣ ਕੇ ਸਮਾਂ ਆਉਣ 'ਤੇ ਕਾਲ ਉਹਨੂੰ ਚੱਬ ਜਾਂਦਾ ਹੈ। ਮਹਾਰਾਜ ਸਾਹਿਬ ਜੀ ਨੇ ਫਰਮਾਨ ਕੀਤਾ ਨਾ, ਰਾਜਾ ਪਰਜਾ ਸਮ ਕਰ ਮਾਰੈ, ਐਸੋ ਕਾਲ ਬਿਡਾਨੀ ਰੇ। ਐਸਾ ਬਲ ਵਾਲਾ ਕਾਲ ਹੈ। ਧਨ ਮੰਤਾ ਅਰ ਨਿਰਧਨ ਮਨਈ, ਤਾਂ ਕਿ ਕਛੂ ਨਾ ਕਾਨੀ ਰੇ।
ਕਿਸੇ ਦੀ ਕਾਨ ਕਨੌਟ ਨਹੀਂ ਕਰਦਾ ਕਿ ਬੜੇ ਪੈਸੇ ਵਾਲਾ ਜਾਂ ਫਿਰ ਇਹ ਕੰਗਾਲ ਹੈ, ਇਹ ਰਾਜਾ ਹੈ, ਚਾਹੇ ਇਹ ਪਰਜਾ ਹੈ। ਨਾ, ਸਮਾਂ ਆਉਣ ਤੇ ਸਭ ਨੂੰ ਸਮਾਨ ਜਾਣ ਕਰਕੇ ਮਾਰ ਦਿੰਦਾ ਹੈ। ਮਹਾਰਾਜ ਕਹਿੰਦੇ ਜਿਨ੍ਹਾਂ ਦੇ ਹਿਰਦੇ ਅੰਦਰ ਵਾਹਿਗੁਰੂ ਦੀ ਯਾਦ ਵਸ ਜਾਂਦੀ ਹੈ ਤਾਂ ਕਹਿ ਨਿਕਟ ਨਾ ਆਵਤ ਕਾਲ, ਕਾਲ ਉਹਨਾਂ ਦੇ ਨੇੜੇ ਵੀ ਨਹੀਂ ਆ ਸਕਦਾ। ਅਮਰ ਭਏ ਅਮਰਾ ਪਦ ਪਾਇਆ। ਸਤਿਗੁਰੂ ਜੀ ਸਮਾਪਤੀ ਦੀਆਂ ਪੰਕਤੀਆਂ ਵਿੱਚ ਕਥਨ ਕਰ ਰਹੇ ਹੈ, ਉਹ ਗੁਰਮੁਖ ਪਿਆਰੇ ਅਮਰ ਹੋ ਗਏ, ਮਰਨ ਤੋਂ ਰਹਿਤ ਹੋ ਗਏ ਹਨ। ਜਿਨ੍ਹਾਂ ਨੇ ਅਮਰ ਪਦਵੀ ਨੂੰ ਪ੍ਰਾਪਤ ਕਰ ਲਿਆ, ਉਹ ਪਦਵੀ ਕਿਹੜੀ ਹੈ? ਵਾਹਿਗੁਰੂ ਜੀ ਦਾ ਸਰੂਪ। ਕਿਉਂਕਿ ਸਾਧ ਸੰਗਤ ਜੀ, ਨਾ ਤਾਂ ਵਿਸ਼ਨਪੁਰੀ, ਇੰਦਰਪੁਰੀ, ਬ੍ਰਹਮਪੁਰੀ ਜਾਂ ਫਿਰ ਕੈਲਾਸ਼ਪੁਰੀ, ਸ਼ਿਵ ਜੀ ਦੀ ਜੋ ਪੁਰੀ ਹੈ, ਇਹ ਕੋਈ ਵੀ ਪੁਰੀ, ਇਹ ਜਿੰਨੇ ਵੀ ਸਾਧ ਸੰਗਤ ਜੀ ਅਸਥਾਨ ਹਨ, ਸਦਾ ਵਾਸਤੇ ਰਹਿਣ ਵਾਲੇ ਨਹੀਂ ਹੈ। ਇੰਦਰਪੁਰੀ ਮਹਿ ਸਰ ਪਰ ਮਰਨਾ, ਬ੍ਰਹਮਪੁਰੀ ਨਿਹਚਲ ਨਹੀਂ ਰਹਿਣਾ, ਸ਼ਿਵਪੁਰੀ ਗਾ ਹੋਏਗਾ ਕਾਲਾ, ਤ੍ਰੈ ਗੁਣ ਮਾਇਆ ਬਿਨਸ ਬਿਤਾਲਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸਭ ਕਾਲ ਦੇ ਅਧੀਨ ਹੋ ਜਾਣ ਵਾਲੇ ਹੈ। ਇੱਕ ਪ੍ਰਮਾਤਮਾ ਦੀ ਸਰੂਪ ਰੂਪੀ ਪੁਰੀ ਹੈ ਜੋ ਸਦਾ ਵਾਸਤੇ ਜੁਗੋ ਜੁਗ ਅਟੱਲ ਰਹਿਣ ਵਾਲੀ ਹੈ। ਇਸ ਕਰਕੇ ਪਾਤਸ਼ਾਹ ਕਹਿੰਦੇ ਉਹ ਅਮਰ ਹੋ ਗਏ, ਮਰਨੇ ਤੋਂ ਰਹਿਤ ਹੋ ਗਏ, ਜਿਨ੍ਹਾਂ ਨੇ ਅਮਰ ਪਦਵੀ ਪਾ ਲਈ ਹੈ। ਸਾਧ ਸੰਗ ਨਾਨਕ ਹਰਿ ਧਿਆਇਆ। ਤੇ ਸਤਿਗੁਰੂ ਜੀ ਕਿਹਨਾਂ ਨੇ ਅਮਰ ਪਦਵੀ ਨੂੰ ਪ੍ਰਾਪਤ ਕੀਤਾ? ਧੰਨ ਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹ ਕਹਿੰਦੇ ਹਨ ਜਿਨ੍ਹਾਂ ਨੇ ਸਾਧ ਸੰਗਤ ਵਿੱਚ ਮਿਲ ਕੇ ਵਾਹਿਗੁਰੂ ਦਾ ਨਾਮ ਧਿਆਇਆ ਹੈ, ਜਿਨ੍ਹਾਂ ਨੇ ਮਨ ਬਾਣੀ ਸਰੀਰ ਕਰਕੇ ਮਹਾਰਾਜ ਸਾਹਿਬ ਜੀ ਦੀ ਸੰਗਤ ਵਿੱਚ ਮਿਲ ਕੇ ਰੱਬ ਨੂੰ ਚੇਤੇ ਕੀਤਾ, ਉਹਨਾਂ ਨੇ ਅਮਰ ਪਦਵੀ ਨੂੰ ਪ੍ਰਾਪਤ ਕਰ ਲਿਆ ਹੈ। ਸਤਿਗੁਰੂ ਜੀ ਮਿਹਰ ਕਰਨ, ਪਾਵਨ ਉਪਦੇਸ਼ ਸਾਡੇ ਹਿਰਦਿਆਂ ਵਿੱਚ ਵਸ ਜਾਵੇ, ਗੁਰੂ ਬਚਨਾਂ ਦੀ ਕਮਾਈ ਕਰਕੇ ਜੀਵਨ ਸਫਲਾ ਬਣਾ ਸਕੀਏ ਜੀ। ਗੁਰਬਾਣੀ ਦੇ ਵਿਚਾਰ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਸੰਗਤ ਬਖਸ਼ਣਹਾਰ ਹੋ। ਅਗਾਹ ਵਾਸਤੇ ਅਸੀਸ ਪਿਆਰ ਬਖਸ਼ਿਸ਼ ਕਰਨਾ ਜੀ। ਦੇਹੋ ਸੱਜਣ ਅਸੀਸੜੀਆ, ਜਿਉ ਹੋਵੈ ਸਾਹਿਬ ਸਿਓ ਮੇਲ। ਅਮਰ ਭਏ ਅਮਰਾ ਪਦ ਪਾਇਆ। ਸਾਧ ਸੰਗ ਨਾਨਕ ਹਰਿ ਧਿਆਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰ ਸਤਿਗੁਰ ਨਾਮ ਦ੍ਰਿੜਾਇਆ, ਮਨ ਅਨੰਤ ਨਾ ਕਾਹੂ ਡੋਲੇ। ਜਨ ਨਾਨਕ ਹਰਿ ਕਾ ਦਾਸ ਹੈ, ਗੁਰ ਸਤਿਗੁਰ ਕੇ ਗੁਲ ਗੋਲੇ। ਸ਼ਲੋਕ ਮਹਲਾ